ਪੀਯੂਸ਼ ਆਪਣੀ ਪ੍ਰੋਬਲਮ ਪਹਿਲਾਂ ਤੂੰ ਥਿਓਰੈਟੀਕਲ ਜੋ ਤੈਨੂੰ ਲੱਗ ਰਿਹਾ ਕੱਲ ਦੇ ਲੈਕਚਰ ਦੇ ਵਿੱਚ ਕੁਝ ਰਹਿ ਗਿਆ ਤੇ ਉਹਦੀ ਆਪਣੀ ਪ੍ਰੋਬਲਮ ਪੁੱਛ ਲਾ ਤੂੰ। ਸਰ ਕੱਲ ਦੇ ਲੈਕਚਰ ਚ ਇੱਕ ਤਾਂ ਉਹ ਰਹਿ ਗਿਆ ਸਰ, ਫਾਰਮੂਲਾ ਪੁੱਛਣਾ ਹੈ ਸਰ, ਉਹ ਕਿਵੇਂ ਆਇਆ? ਹਾਂ ਸਰ ਉਹ ਅਸਾਈਨਮੈਂਟ ਦੇ ਵਿੱਚ ਸੀਗਾ ਜੋ ਕਾਈਨੈਟਿਕ ਫ੍ਰਿਕਸ਼ਨ ਹੈ ਉਹ ਬਰਾਬਰ ਹੁੰਦੀ ਹੈ ਨਿਊ mg ਇਨਟੂ ਡਿਸਪਲੇਸਮੈਂਟ। ਕਾਈਨੈਟਿਕ ਫ੍ਰਿਕਸ਼ਨ ਨਹੀਂ ਹੁੰਦੀ, ਫ੍ਰਿਕਸ਼ਨ ਦੇ ਅਗੇਂਸਟ ਜਿਹੜਾ ਵਰਕ ਡਨ ਹੁੰਦਾ ਹੈ ਸਰ ਉਹ ਵਰਕ ਡਨ। ਸਰ ਉਹ ਕਿੱਦਾਂ ਫਰੇਮ ਕਰਾਂਗੇ? ਹਾਂ ਅਗੇਂਸਟ ਫ੍ਰਿਕਸ਼ਨ ਹਾਂਜੀ ਸਰ ਉਹ ਜਿਹੜਾ ਹੁੰਦਾ ਆ ਉਹ ਮਿਊ mg ਇਨਟੂ ਡਿਸਪਲੇਸਮੈਂਟ ਹੁੰਦੀ ਹੈ। ਹਾਂਜੀ ਇਹ ਹਾਂਜੀ ਸਰ ਸਮਝਿਆ। ਅੱਛਾ ਇਹ ਤੇ ਗੱਲ ਕਰ ਲੈਣੇ, ਕੋਈ ਗੱਲ ਨਹੀਂ। ਸਾਰੇ ਜਣੇ ਦੇਖੋ ਵੀ ਇਹ ਜਿਹੜਾ ਸਵਾਲ ਹੈ ਤੇ ਕਈਆਂ ਦਾ ਹੋਰ ਵੀ ਇਦਾਂ ਦੇ ਕੋਈ ਥਿਓਰੈਟੀਕਲ ਡਾਊਟ ਰਹੇ ਹੋਣੇ, ਮੈਨੂੰ ਪਤਾ। ਮਤਲਬ ਜ਼ਰੂਰੀ ਨਹੀਂ ਹੈ ਕਿ ਪਹਿਲੀ ਵਾਰ 'ਚ ਸਭ ਕੁਝ ਪਰਫੈਕਟ ਹੋ ਜਾਏ। ਇੱਥੇ ਨਾ ਕੁਝ ਗੱਲਾਂ ਸਮਝਣ ਦੀ ਲੋੜ ਆ, ਜਿਵੇਂ ਉਹ ਕੁਝ ਗੱਲਾਂ ਸਮਝਣ ਦੀ ਜਿਹੜੀ ਲੋੜ ਹੈ ਉਹ ਕੱਲ ਮੈਂ ਇਸ ਲਈ ਪਹਿਲਾਂ ਜਿਹੜਾ ਡਿਸਕਸ ਕੀਤਾ ਸੀ ਸ਼ੁਰੂ ਵਿੱਚ ਕੱਲ ਗੱਲ ਜਿਹੜੀ ਗੱਡੀ ਦੀ ਐਗਜ਼ਾਮਪਲ ਲਈ ਸੀ, ਉਹ ਐਗਜ਼ਾਮਪਲ ਬੈਸਟ ਆ ਇਸ ਗੱਲ ਨੂੰ ਸਮਝਣ ਦੇ ਲਈ, ਜਿਹੜੀ ਮੈਂ ਗੱਡੀ ਦੀ ਐਗਜ਼ਾਮਪਲ ਲਈ ਸੀ। ਇੱਕ ਤਾਂ ਤੁਹਾਨੂੰ ਇੱਕ ਗੱਲ ਬੜੀ ਜ਼ਰੂਰੀ ਹੁੰਦੀ ਹੈ ਸਮਝਣੀ ਕਿ ਜਦੋਂ ਆਪਾਂ ਗੱਲ ਕਰਦੇ ਆ ਕਹਿੰਦੇ ਆ ਵਰਕ ਡਨ ਦੀ, ਤੇ ਵਰਕ ਡਨ ਕਦੋਂ ਹੁੰਦਾ ਹੈ ਕਿ ਜਦੋਂ ਕਿਸੇ ਬਾਡੀ ਤੇ ਲੱਗਦਾ ਆ ਫੋਰਸ ਤੇ ਉਹਦੇ ਕਰਕੇ ਪੈਦਾ ਹੁੰਦੀ ਹੈ ਉਹ 'ਚ ਐਕਸਲਰੇਸ਼ਨ, ਆਬਵੀਅਸਲੀ ਐਕਸਲਰੇਸ਼ਨ ਪੈਦਾ ਹੁੰਦੀ ਹੈ ਤੇ ਉਹ ਡਿਸਪਲੇਸ ਕਰਦੀ ਹੈ ਬਾਡੀ, ਹੈ ਨਾ। ਤੇ ਜਦੋਂ ਫੋਰਸ ਲਗਾਓਗੇ, ਇੱਕ ਜਿਹੜੀ ਗੱਲ ਨਾ ਆਮ ਕਰਕੇ ਬੱਚਿਆਂ ਨੂੰ ਨਹੀਂ ਪਚਦੀ, ਉਹਦੇ ਕਰਕੇ ਕਾਫੀ ਸਮੱਸਿਆ ਰਹਿੰਦੀ ਆ ਕਿ ਜਦੋਂ ਮੈਂ ਕਹਿੰਦਾ ਹਾਂ ਕਿ ਆਹ ਬਾਡੀ ਜਿਹੜੀ ਆ ਇੱਥੋਂ ਮੰਨ ਲਓ ਇੱਕ ਬਾਡੀ ਹੈ, ਆਹ ਬਾਡੀ ਨੇ ਇੱਥੋਂ ਮੂਵ ਕਰਕੇ ਇੱਥੇ ਤੱਕ ਆਣਾ ਹੈ ਮੰਨ ਲਓ, ਤੇ ਮੈਂ ਬੱਚਿਆਂ ਨੂੰ ਕਹਿਣਾ ਵਾ ਕਿ ਦੇਖੋ ਜੋ ਇਹਨੇ ਇੱਥੇ ਤੱਕ ਆਣਾ ਤਾਂ ਇਹਨੇ ਪੱਕੀ ਗੱਲ ਆ ਕਿ ਇਹਦੀ ਡਿਸਪਲੇਸਮੈਂਟ ਹੋਏਗੀ ਇੱਥੋਂ ਇੱਥੇ ਤੱਕ। ਮਤਲਬ ਆਮ ਕਰਕੇ ਤਾਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਨਾ ਵੀ ਆਹ ਡਿਸਪਲੇਸਮੈਂਟ ਹੈ ਇਹਦੀ। ਯੈਸ ਸਰ। ਤੇ ਜਦੋਂ ਮੈਂ ਇਹ ਕਹਿਣਾ ਬੱਚਿਆਂ ਨੂੰ ਕਿ ਵੀ ਆਹ ਜਿਹੜੀ ਡਿਸਪਲੇਸਮੈਂਟ ਆ ਜਿਹੜੇ ਸਰਫੇਸ ਤੇ ਡਿਸਪਲੇਸਮੈਂਟ ਹੋ ਰਹੀ ਹੈ, ਸਰਫੇਸ ਵੀ ਮੈਂ ਬਣਾ ਦਿੰਦਾ ਇੱਕ, ਜਿਹੜੇ ਸਰਫੇਸ ਤੇ ਗੱਲ ਚੱਲ ਰਹੀ ਹੈ ਸਾਰੀ, ਉਹ ਆਹ ਸਰਫੇਸ ਹੈ, ਠੀਕ ਹੈ ਵੀ ਤੇ ਡਿਸਪਲੇਸਮੈਂਟ ਨੀਚੇ ਸ਼ੋ ਕਰਤੀ ਹੈ। ਤੇ ਮੈਂ ਕਹਿੰਦਾ ਜਿਹੜਾ ਸਰਫੇਸ ਤੇ ਜਦੋਂ ਬਾਡੀ ਮੂਵ ਕਰੇਗੀ ਤਾਂ ਪੱਕੀ ਗੱਲ ਹੈ ਇੱਕ ਉਹਨੂੰ ਫ੍ਰਿਕਸ਼ਨ ਲੱਗੇਗਾ, ਤੇ ਉਹ ਫ੍ਰਿਕਸ਼ਨ ਜਿਹੜਾ ਲੱਗੇਗਾ ਉਹ ਹਮੇਸ਼ਾ ਇੱਥੋਂ ਇਹਦੇ ਇੱਥੋਂ ਬੈਕਵਰਡ ਡਾਇਰੈਕਸ਼ਨ ਵਿੱਚ ਹੋਏਗਾ, ਇਧਰੋਂ in this direction, है ना। फ्रिक्शन लगेगा पिछे ਨੂੰ ਜਦੋਂ ਇਹ ਮੂਵ ਕਰੇਗੀ। ਤੇ ਗੱਲ ਤਾਂ ਹੁੰਦੀ ਹੈ ਕਿ ਜਦੋਂ ਆਪਾਂ ਅਪਲਾਈਡ ਫੋਰਸ ਦੀ ਗੱਲ ਕਰਦੇ ਆ ਉੱਥੇ ਪ੍ਰੋਬਲਮ ਆਉਂਦੀ ਕਿ ਅਪਲਾਈਡ ਫੋਰਸ ਜਿਹੜਾ ਕਿਹਨਾਂ ਲੱਗਦਾ। ਜੇ ਮੈਂ ਇੱਥੇ ਗੱਲ ਕਰਦਾ ਵਾਂ, ਮੈਂ ਕਹਿੰਦਾ ਵੀ ਜਿਹੜਾ ਅਪਲਾਈਡ ਫੋਰਸ ਹੈ ਜਿਹਦੇ ਕਰਕੇ ਹੋਇਆ ਜਾਂ ਜਿਹਦੇ ਕਰਕੇ ਹੋ ਰਿਹਾ, ਅਪਲਾਈਡ ਫੋਰਸ ਐਫ ਹੈ ਮੰਨ ਲਓ, ਤਾਂ ਇੱਥੇ ਨਾ ਇੱਕ ਜਿਹੜੀ ਗੱਲ ਸਭ ਤੋਂ ਪਹਿਲਾਂ ਦਿਮਾਗ ਆਉਂਦੀ ਕਿ ਜੇ ਜਿੰਨਾ ਫ੍ਰਿਕਸ਼ਨ ਹੈ ਜੇ ਉਨਾ ਹੀ ਅਪਲਾਈਡ ਫੋਰਸ ਹੈ ਫਿਰ ਤਾਂ ਬਾਡੀ ਮੂਵ ਹੀ ਨਹੀਂ ਕਰਨੀ ਚਾਹੀਦੀ। ਯੈਸ ਸਰ। ਸਭ ਤੋਂ ਪਹਿਲਾਂ ਤਾਂ ਆਹ ਗੱਲ ਹੀ ਦਿਮਾਗ 'ਚ ਆਉਂਦੀ ਹੈ ਸਾਰਿਆਂ ਦੇ। ਸਭ ਤੋਂ ਪਹਿਲਾਂ ਜਿਹੜਾ ਇੱਕ ਕੁਐਸਚਨ ਆਉਂਦਾ ਹੈ, ਜਦੋਂ ਮੈਂ 11ਵੀਂ ਸੀਗਾ, ਮਤਲਬ ਮੇਰੇ ਆਉਂਦਾ ਹੁੰਦਾ ਸੀ ਤਾਂ ਮੈਂ ਇਹ ਸਮਝ ਪਾਉਂਦਾ ਵਾ, ਸ਼ਾਇਦ ਤੁਹਾਡੇ ਵੀ ਆਉਂਦਾ ਹੋਣਾ। ਆਉਂਦਾ ਕਿਸੇ ਦੇ ਦਿਮਾਗ 'ਚ ਇਹ ਗੱਲ ਕਿ ਜਿੰਨਾ ਅਪਲਾਈਡ ਫੋਰਸ ਹੈ ਤੇ ਫ੍ਰਿਕਸ਼ਨ ਹੈ, ਜੇ ਦੋਨਾਂ ਨੂੰ ਬਰਾਬਰ ਹੀ ਲੈ ਲਿਆ ਤੁਸੀਂ ਤਾਂ ਫਿਰ ਤਾਂ ਬਾਡੀ ਤੇ ਕੋਈ ਫੋਰਸ ਹੀ ਨਹੀਂ ਲੱਗ ਰਿਹਾ, ਠੀਕ ਹੈ। ਸੋ ਆਪਾਂ ਇਹ ਗੱਲ ਮੰਨਦੇ ਹਾਂ, ਇਹ ਗੱਲ ਮੈਂ ਤੁਹਾਡੀ ਗੱਲ ਠੀਕ ਹੈ। ਮੈਂ ਇਸ ਫੋਰਸ ਦਾ ਜਿਹੜਾ ਵਰਕ ਡਨ ਪਤਾ ਕਰਨਾ, ਆਹ ਫੋਰਸ ਜਿੰਨਾ ਮਰਜ਼ੀ ਹੋ ਸਕਦਾ, ਆਹ ਜਿਹੜਾ ਫੋਰਸ ਹੈ ਜਿੰਨਾ ਮਰਜ਼ੀ ਹੋ ਸਕਦਾ ਹੈ, ਪਹਿਲੀ ਗੱਲ। ਸੋ ਆਹ ਮੈਂ ਫੋਰਸ ਜਿਹੜਾ ਲੈ ਰਿਹਾ ਇਹ ਤਾਂ ਲੈ ਲਿਆ ਮੈਂ ਇਸ ਫ੍ਰਿਕਸ਼ਨ ਦੇ ਬਰਾਬਰ ਬਣਾਇਆ, ਤੇ ਮੰਨ ਲਓ ਆਹ ਫੋਰਸ ਜਿੰਨਾ ਮਰਜ਼ੀ ਹੋ ਸਕਦਾ, ਮਤਲਬ ਮੰਨ ਲਓ ਆਹ ਫੋਰਸ ਅਸਲ ਵਿੱਚ ਇੰਨਾ ਹੋਇਆ, ਠੀਕ ਆ ਪੀਯੂਸ਼। ਹੁਣ ਹਾਂਜੀ ਸਰ। ਆਹ ਫੋਰਸ ਆ ਜਿਹੜਾ ਅਸਲ ਵਿੱਚ ਲੱਗਿਆ, ਤੇ ਇਹ ਮੈਂ ਅਪਲਾਈਡ ਫੋਰਸ ਨੂੰ FA ਕਹਿ ਦਿੰਦਾ। ਮੰਨ ਲਓ ਯੈਸ ਸਰ। ਜਿਹੜਾ ਵਰਕ ਡਨ ਹੋਏਗਾ, ਵਰਕ ਡਨ ਤੂੰ ਐ ਲਿਖ ਸਕਦਾ ਵਾ ਕਿ ਵਰਕ ਡਨ ਇਜ਼ ਇਕੁਅਲ ਟੂ ਜਿੰਨਾ ਵੀ FA ਹੈ ਹਾਂਜੀ ਡਾਟ ਪ੍ਰੋਡਕਟ S ਦੇ ਨਾਲ ਆ, ਤੇ ਕਿਉਂਕਿ ਆਪਾਂ ਸੇਮ ਹੀ ਡਾਇਰੈਕਸ਼ਨ 'ਚ ਲੈ ਕੇ ਚੱਲਦੇ ਆ ਤੇ ਜ਼ਿਆਦਾਤਰ ਤਾਂ ਆਪਾਂ FA into S ਕਹਿ ਦਿੰਦੇ ਆ। ਇਹ ਗੱਲ ਕਲੀਅਰ ਹੈ? ਹਾਂਜੀ ਠੀਕ ਹੈ ਸਰ। ਹਾਂਜੀ ਸਰ ਆਪਾਂ ਸਰ FA ਮਾਈਨਸ ਫ੍ਰਿਕਸ਼ਨਲ ਫੋਰਸ ਕਿਉਂ ਨਹੀਂ ਲਿਖਦੇ? ਕਿਉਂਕਿ ਸਰ ਨੈਟ ਅਪਲਾਈਡ ਫੋਰਸ ਸਰ FA ਮਾਈਨਸ ਫ੍ਰਿਕਸ਼ਨਲ ਫੋਰਸ ਆਣੀ ਚਾਹੀਦੀ ਆ। ਮੇਰੀ ਗੱਲ ਸੁਣਨਾ, ਤੈਨੂੰ ਆਹ ਫੋਰਸ ਅਪਲਾਈ ਕਰਨਾ ਪੈਣਾ ਕਿ ਨਹੀਂ ਕਹਿਣਾ ਪੈਣਾ, ਦੱਸ। ਹਾਂਜੀ ਸਰ ਅਪਲਾਈ ਕਰਨਾ ਪੈਣਾ। ਬਾਡੀ 'ਚ ਪੈਦਾ ਹੋਈ ਐਕਸਲਰੇਸ਼ਨ ਨੂੰ ਡਿਸਕਸ ਨਹੀਂ ਕਰ ਰਿਹਾ ਮੈਂ, ਇਹ ਤੈਨੂੰ ਸਿੰਪਲ ਜੀ ਗੱਲ ਕਰ ਰਿਹਾ ਕਿ ਇੱਕ ਫੋਰਸ ਹੈ ਉਹ ਲੱਗੂਗਾ ਤਾਂ ਉਹ ਮੋਸ਼ਨ 'ਚ ਆਊਗੀ ਬਾਡੀ, ਹੈ ਨਾ।
ਜੇ ਫੋਰਸ ਇਸ F ਤੋਂ ਜਿਹੜਾ ਆ ਬਲੂ ਕਲਰ ਦਾ ਬਣਾਇਆ ਉਸ ਤੋਂ ਘੱਟ ਹੋਊਗਾ ਤਾਂ ਦੱਸ ਕੀ ਹੋਊਗਾ? ਸਰ ਬਾਡੀ ਮੂਵ ਨਹੀਂ ਕਰਨੀ। ਮੂਵ ਨਹੀਂ ਕਰਨੀ ਨਾ, ਤੇ ਫਿਰ ਹਾਂਜੀ ਤੂੰ ਇਹਦੇ ਕਰਕੇ ਐਕਸਲਰੇਸ਼ਨ ਥੋੜੀ ਘਟਣ ਲੱਗ ਜਾਏਗਾ। ਤੂੰ ਆ ਜਿਹੜੀ ਹੋਊਗੀ ਇਹ ਤਾਂ ਸਟੈਟਿਕ ਫ੍ਰਿਕਸ਼ਨ ਦੀ ਉਹ ਵੈਲਿਊ ਹੈ ਜਿਹੜੀ ਫ੍ਰਿਕਸ਼ਨ ਵੀ ਇੰਨਾ ਹੀ ਹੋਊਗਾ ਇਹ ਚ, ਕਿਉਂਕਿ ਸਟੈਟਿਕ ਉਸ ਤੋਂ ਪਹਿਲਾਂ ਤਾਂ ਇਹ ਹੁੰਦਾ ਨਾ ਫ੍ਰਿਕਸ਼ਨ ਜਿਹੜਾ ਉਹ ਅਪਲਾਈਡ ਫੋਰਸ ਦੇ ਨਾਲ ਵੱਧਦਾ ਆ, ਲਿਮਿਟਿੰਗ ਫ੍ਰਿਕਸ਼ਨ ਤੋਂ ਬਾਅਦ ਜਸਟ ਥੋੜਾ ਜਿਹਾ ਕੱਟ ਕੇ ਫਿਰ ਉਹਦੀ ਕਿਨੈਟਿਕ ਫ੍ਰਿਕਸ਼ਨ ਆ ਜਾਂਦੀ। ਤੇ ਆ ਲਿਮਿਟਿੰਗ ਫ੍ਰਿਕਸ਼ਨ ਹੁੰਦਾ ਹੈ ਸਟੈਟਿਕ ਦਾ ਸਭ ਤੋਂ ਮੈਕਸਿਮਮ ਵੈਲਿਊ। ਤਾਂ ਆਪਾਂ ਮੈਕਸਿਮਮ ਵੈਲਿਊ ਦੀ ਹੀ ਗੱਲ ਕਰ ਰਹੇ ਹੁੰਦੇ ਆ ਇੱਥੇ, ਆਪਾਂ ਮੈਕਸਿਮਮ ਦੀ ਗੱਲ ਕਰ ਰਹੇ ਹਾਂ, ਮਤਲਬ ਕਿ ਅਪਲਾਈਡ ਫੋਰਸ ਆਪਣਾ ਹਮੇਸ਼ਾ ਉਸ ਤੋਂ ਮੈਕਸਿਮਮ ਵੈਲਿਊ ਆਫ ਫ੍ਰਿਕਸ਼ਨ ਤੋਂ ਜਿਹੜਾ ਜ਼ਿਆਦਾ ਹੁੰਦਾ ਹੈ। ਠੀਕ ਹੈ? ਹਾਂਜੀ ਹਾਂਜੀ ਮੈਂ ਤਾਂ ਵਰਕ ਡਨ ਦੀ ਗੱਲ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਤੂੰ ਇਹ ਕਹਿ ਰਿਹਾ ਕਿ ਆਪਾਂ ਇੱਥੇ ਵਰਕ ਡਨ ਚ ਆਪਾਂ FA ਮਾਈਨਸ F ਲੈ ਲਈ, ਨੈਟ ਫੋਰਸ ਲੈ ਲਈ ਨਾ। ਮੈਂ ਹਾਂਜੀ ਤੁਹਾਨੂੰ ਕਦੇ ਵੀ ਨਹੀਂ ਕਿਹਾ, ਇੱਕ ਗੱਲ ਦੇਖੋ ਇਸ ਗੱਲ ਸਮਝੋ, ਮੈਂ ਕਦੇ ਵੀ ਨਹੀਂ ਕਿਹਾ ਕਿ ਜਿਹੜਾ ਵਰਕ ਡਨ ਹੁੰਦਾ ਆ ਉਹ ਨੈਟ ਫੋਰਸ ਦਾ ਡਾਟ ਪ੍ਰੋਡਕਟ ਹੁੰਦਾ ਆ ਇਸ ਦੇ ਨਾਲ। ਮੈਂ ਇਹ ਕਦੇ ਵੀ ਨਹੀਂ ਕਿਹਾ, ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਹਾਂਜੀ ਸਰ ਕਿਉਂ ਨਹੀਂ ਹੁੰਦਾ? ਕਿਉਂ ਹੋਊਗਾ? ਤੂੰ ਪੂਰਾ F ਲਗਾਏਗਾ ਕਿ ਨਹੀਂ ਲਗਾਏਗਾ? ਤੂੰ ਜਿਹੜਾ F ਰੈੱਡ ਕਲਰ ਦਾ ਜਿਹੜਾ ਬਣਾਇਆ ਤੈਨੂੰ ਉਹ ਲਗਾਉਣਾ ਪਊਗਾ ਕਿ ਨਹੀਂ ਲਗਾਊਗਾ? ਤੂੰ ਮੈਨੂੰ ਆਪਣੀ ਗੱਲ ਕਰ, ਤੂੰ ਮੰਨ ਲਾ ਇਸ ਬਾਕਸ ਨੂੰ ਉੱਥੇ ਤੱਕ ਤੂੰ ਲੈ ਕੇ ਜਾਣਾ, ਮੰਨ ਲਾ। ਹਾਂਜੀ ਸਮਝ ਲੱਗੀ ਗੱਲ? ਤੂੰ ਹਾਂਜੀ ਸਰ ਤੇ ਤੂੰ ਪਹਿਲਾਂ ਤਾਂ ਫੋਰਸ ਲਗਾ ਰਿਹਾ ਵਾ ਫ੍ਰਿਕਸ਼ਨ ਦੇ ਬਰਾਬਰ ਤੱਕ ਤਾਂ ਤੇਰਾ ਫੋਰਸ ਬਲੂ ਵਾਲਾ ਲੱਗਿਆ ਜਦ ਤੱਕ ਹਾਂਜੀ ਸਰ ਹਿੱਲੀ ਵੀ ਨਹੀਂ ਤੇਰੇ ਤੋਂ। ਹਾਂਜੀ ਫਿਰ ਜਦੋਂ ਤੂੰ ਉਸ ਤੋਂ ਥੋੜਾ ਜ਼ਿਆਦਾ ਲਗਾਇਆ ਤਾਂ ਉਹ ਤੁਰ ਪਈ ਆ, ਹਾਂਜੀ ਸਰ ਹਨਾ? ਤਾਂ ਕਿ ਤੂੰ ਜਿਹੜਾ ਫੋਰਸ ਲਗਾ ਰਿਹਾ ਕਿ ਤੇਰੇ ਇੰਨੇ ਕੁ ਫੋਰਸ ਦੇ ਕਰਕੇ ਹੀ ਉਹ ਬਾਡੀ ਮੂਵ ਕਰ ਰਹੀ ਹੈ ਕਿ ਬਾਡੀ ਮੂਵ ਕਰਨ ਚ ਇਸ ਫੋਰਸ ਦਾ ਵੀ ਹੱਥ ਹੈ? ਮਤਲਬ ਜਿਹੜਾ ਵਰਕ ਡਨ ਕਰ ਰਿਹਾ ਤੂੰ ਕਿੰਨਾ ਥਕੇਗਾ? ਤੂੰ ਪੂਰਾ F ਜਿਹੜਾ ਰੈੱਡ ਕਲਰ ਦਾ FA ਆ ਉਹਦੇ ਅਕੋਰਡਿੰਗ ਤੂੰ ਥਕੇਗਾ, ਤੇਰੀ એનર્ਜੀ ਵੇਸਟ ਹੋਗੀ ਕਿ ਨਹੀਂ ਹੋਗੀ? ਤੂੰ ਐ ਮੈਨੂੰ ਦੱਸ। ਫ੍ਰਿਕਸ਼ਨ ਕਿਹੜਾ ਤੇਰੇ ਅੰਦਰ ਬੈਠਾ ਵਾ? ਹਾਂਜੀ ਹਾਂ ਹੋਊਗੀ ਸਰ ਹੋਊਗੀ। ਬਾਡੀ ਦਾ ਬਾਹਰ ਆ ਨਾ, ਤੂੰ ਕੀ ਲੈਣਾ ਹਨਾ ਉਸ ਤੋਂ? ਹੁਣ ਤੂੰ ਭੱਜ ਰਿਹਾ ਤੇ ਹਵਾ ਤੇਰੇ ਖਿਲਾਫ ਚੱਲ ਰਹੀ ਆ, ਉਹਦੇ ਕਰਕੇ ਤੂੰ ਥੱਕੇਗਾ ਹੀ, ਹੋਰ ਤੈਨੂੰ ਉਹਦੇ ਖਿਲਾਫ ਹੋਰ ਕਰਨਾ ਪੈਣਾ ਕੰਮ। ਤੇਰੀ ਬਾਡੀ ਨੂੰ ਤਾਂ ਕੰਮ ਕਰਨਾ ਪੈ ਰਿਹਾ ਕਿ ਨਹੀਂ ਭੱਜਣ ਲਈ? ਹਾਂਜੀ ਸਰ ਕਰਨਾ ਪੈ ਰਿਹਾ। ਕੀ ਕਰਨਾ ਵੀ ਹਵਾ ਕਿੱਧਰ ਨੂੰ ਚੱਲ ਰਹੀ ਹੈ ਜਾਂ ਹਵਾ ਦੇ ਕਰਕੇ ਕੁਝ ਹਵਾ ਨੂੰ ਕੀ ਹੋ ਰਿਹਾ ਵਾ, ਤੂੰ ਆਪਣਾ ਦੇਖ। ਹਾਂਜੀ ਤੇਰਾ ਵਰਕ ਡਨ ਉਹ ਆ ਜਿਹੜਾ ਤੈਨੂੰ ਕਰਨਾ ਪਿਆ, ਜਿਹੜਾ ਤੈਨੂੰ ਲਗਾਉਣਾ ਪਿਆ। ਇਸ ਬਾਕਸ ਨੂੰ ਇੱਥੋਂ A ਪੋਜੀਸ਼ਨ ਤੋਂ B ਪੋਜੀਸ਼ਨ ਤੱਕ ਲਿਆਉਂਦੇ ਹੋਏ ਤੈਨੂੰ ਉਹ ਫੋਰਸ ਲਗਾਉਣਾ ਪਿਆ FA। ਹਾਂਜੀ ਸਰ ਵਰਕ ਡਨ ਆਇਆ ਉਹ ਆਇਆ। ਇੱਥੇ ਨੈਟ ਦੀ ਗੱਲ ਨਹੀਂ, ਨੈਟ ਫੋਰਸ ਦੀ ਗੱਲ ਕਿੱਥੇ ਹੁੰਦੀ ਆ? ਹੁਣ ਗੱਲ ਸਮਝੋ, ਬੜੀ ਇੰਪੋਰਟੈਂਟ ਆ। ਇੱਥੇ ਨਹੀਂ ਹੁੰਦੀ। ਵਰਕ ਦਾ ਤੈਨੂੰ ਪੂਰਾ ਕਰਨਾ ਪੈਣਾ, ਤੈਨੂੰ ਪੂਰਾ ਨੈਟ ਨਹੀਂ ਲਗਾਉਣਾ ਪੈਣਾ, ਤੈਨੂੰ ਪੂਰਾ F ਹੀ ਲਗਾਉਣਾ ਪੈਣਾ। ਨੈਟ ਫੋਰਸ ਦੀ ਗੱਲ ਹੁੰਦੀ ਹੈ ਕਿ ਬਾਡੀ ਦੇ ਵਿੱਚ ਜਿਹੜੀ ਐਕਸਲਰੇਸ਼ਨ ਪ੍ਰੋਡਿਊਸ ਹੁੰਦੀ ਹੈ ਉਹ ਹੁੰਦੀ ਆ ਮਾਸ ਇਨਟੂ ਬਾਡੀ ਦੀ ਐਕਸਲਰੇਸ਼ਨ। ਇੱਥੇ ਲੱਗਦਾ ਹੈ ਨੈਟ ਫੋਰਸ ਜਦੋਂ ਨਿਊਟਨਸ ਸੈਕਿੰਡ ਲਾਅ ਲਗਾਉਂਦੇ ਹਨ। ਹਾਂਜੀ ਸਰ ਐਕਸਲਰੇਸ਼ਨ ਪ੍ਰੋਡਿਊਸ ਹੋਈ ਕਿਉਂਕਿ ਬਾਡੀ 'ਚ ਐਕਸਲਰੇਸ਼ਨ ਬਲੂ ਵਾਲੇ F ਕਰਕੇ ਤਾਂ ਉਹਨੇ ਫੋਰਸ ਕਰਕੇ ਤਾਂ ਹੋਣੀ ਹੀ ਨਹੀਂ ਨਾ। ਹਾਂਜੀ ਸਰ ਕਿਉਂਕਿ ਬਾਡੀ ਉਹਨੇ ਫੋਰਸ ਤੱਕ ਤਾਂ ਹਿੱਲੀ ਵੀ ਨਹੀਂ, ਤਾਂ ਤੂੰ ਐਕਸਲਰੇਸ਼ਨ ਵਿੱਚ ਉਹਨੂੰ ਕਿਵੇਂ ਕੈਲਕੂਲੇਟ ਕਰ ਲੇਗਾ? ਵਿੱਚ FA = ma ਕਿਉਂ ਕਰ ਦੇਗਾ? ਨਹੀਂ ਕਰੇਗਾ, ਹਨਾ? ਤੂੰ ਕਹੇਗਾ ਦੇਖੋ ਜੀ ਫ੍ਰਿਕਸ਼ਨ ਤੇ ਉਹਦੇ ਮੇਰਾ ਜਿਹੜਾ ਬਲੂ ਕਲਰ ਤੱਕ ਦਾ ਜਿਹੜਾ ਫੋਰਸ ਹੈ, ਬਲੂ ਜਿਹੜਾ ਮੈਂ ਫੋਰਸ ਬਣਾਇਆ ਇੱਥੇ ਵੀ ਉੱਥੇ ਤੱਕ ਦਾ ਜੀ ਮੇਰਾ ਫ੍ਰਿਕਸ਼ਨ ਨੂੰ ਹੀ ਓਵਰਕਮ ਕਰਨ 'ਚ ਖਰਚ ਹੋ ਗਿਆ। ਹਾਂਜੀ ਸਰ ਅੱਗੇ ਜਿਹੜਾ ਮੈਂ ਹੋਰ ਫੋਰਸ ਲਾਇਆ, ਐਕਸਟਰਾ ਲਗਾਇਆ, ਉਹ ਹੈਗਾ FA ਮਾਈਨਸ ਸਮਾਲ f। ਵੀ ਉਹ ਮੇਰਾ ਇੱਥੇ ਆਏਗਾ ਕਿ ਇਹ ਜਿਹੜਾ ਅਪਲਾਈਡ ਫੋਰਸ ਮਾਈਨਸ ਸਮਾਲ f ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਪ੍ਰੋਡਿਊਸਡ ਇਨ ਦਾ ਬਾਡੀ। ਹਾਂਜੀ ਸਰ ਕਲੀਅਰ ਹੈ ਗੱਲ? ਹਾਂਜੀ ਸਰ ਜਿਹੜਾ ਵਰਕ ਕੀਤਾ ਤੂੰ, ਮੰਨ ਲੈ ਜਸਟ ਮੈਂ ਐਗਜ਼ਾਮਪਲ ਲੈ ਰਿਹਾ, ਮੰਨ ਲਾ ਆ ਗਿਆ ਤੇਰਾ ਜਿਹੜਾ FA ਹੈਗਾ, ਜਸਟ ਮੈਂ ਐਗਜ਼ਾਮਪਲ ਲੈਣ ਜਾ ਰਿਹਾ ਤੈਨੂੰ ਸਮਝਾਉਣ ਲਈ ਸੀ, ਕਿਉਂਕਿ ਮੈਂ ਐਬਸਟ੍ਰੈਕਟ ਸਮਝਾ ਕੇ ਦੇਖ ਲਿਆ, ਹੁਣ ਮੈਂ ਕੰਕਰੀਟ ਸਮਝਾਉਣ ਜਾ ਰਿਹਾ। ਮੰਨ ਲਾ ਫ੍ਰਿਕਸ਼ਨ ਦੀ ਹਾਈਐਸਟ ਵੈਲਿਊ ਜਿਹੜੀ μ ਇਨਟੂ r ਸਭ ਕੁਝ ਕਰਾ ਕੇ ਮੰਨ ਲਾ ਫ੍ਰਿਕਸ਼ਨ ਦੀ ਵੈਲਿਊ ਆ ਗਈ 12 ਨਿਊਟਨ। ਹਾਂਜੀ ਸਰ ਤੇ ਆ ਬਲੂ ਵਾਲਾ ਫੋਰਸ ਫਿਰ 12 ਨਿਊਟਨ ਆ ਜਿਹੜਾ ਉਹਨੂੰ ਬੈਲੈਂਸ ਕਰਦਾ ਹੈ। ਹਾਂਜੀ ਸਰ ਪਰ ਤੂੰ ਜਿਹੜਾ ਲਗਾਇਆ ਮੰਨ ਲਾ 20 ਨਿਊਟਨ ਲਗਾਇਆ ਤੂੰ। ਹਾਂਜੀ ਹੁਣ ਤੂੰ ਜਿਹੜਾ ਵਰਕ ਡਨ ਕੈਲਕੂਲੇਟ ਕਰਨ ਜਾ ਰਿਹਾ, ਤੇਰਾ ਵਰਕ ਡਨ ਕਿਹਦੇ ਬਰਾਬਰ ਹੋਊਗਾ? ਵਰਕ ਡਨ ਵਿਲ ਬੀ ਇਕੁਅਲ ਟੂ 20 ਨਿਊਟਨ ਇਨਟੂ ਡਿਸਪਲੇਸਮੈਂਟ, ਜਿੰਨੀ ਵੀ ਹੋਈ ਡਿਸਪਲੇਸਮੈਂਟ 10 ਮੀਟਰ, ਤਾਂ ਤੇਰਾ ਕਿੰਨਾ ਵਰਕ ਡਨ ਹੋਇਆ? 200 ਜੂਲ ਹੋ ਗਿਆ। ਹਾਂਜੀ ਸਰ ਹਾਂਜੀ ਮੈਂ ਇਹ ਕਹਿ ਰਿਹਾ ਕਿ ਜਿਹੜਾ ਤੇਰਾ 200 ਜੂਲ ਫੋਰਸ ਹੋਇਆ, ਵਰਕ ਡਨ ਲੱਗਿਆ ਵਾ, ਇਸ ਵਰਕ ਦੇ ਵਿੱਚੋਂ ਤੇਰਾ ਕੁਝ ਵਰਕ ਤਾਂ ਫ੍ਰਿਕਸ਼ਨ ਨੂੰ ਓਵਰਕਮ ਕਰਦੇ ਹੀ ਲੱਗ ਗਿਆ ਵਿੱਚ ਲਗਾਤਾਰ, ਹਾਂਜੀ ਸਰ ਕਿਉਂਕਿ ਫ੍ਰਿਕਸ਼ਨ ਨੂੰ ਵੀ ਓਵਰਕਮ ਤੂੰ ਹੀ ਕਰ ਰਿਹਾ ਸੀ।
ਤੇ ਹਾਂਜੀ ਫ੍ਰਿਕਸ਼ਨ ਦਾ ਹਿੱਸਾ ਇਹ ਚੋਂ ਕੱਢਣਾ ਆਪਾਂ, ਇਹਦੇ ਵਿੱਚੋਂ ਟੋਟਲ ਵਰਕ ਡਨ ਵਿੱਚੋਂ ਆਪਾਂ ਕੱਢਣਾ ਫ੍ਰਿਕਸ਼ਨ ਦਾ ਹਿੱਸਾ। ਫ੍ਰਿਕਸ਼ਨ ਦਾ ਹਿੱਸਾ ਕਿੰਨੇ ਨਿਊਟਨ ਦੇ ਹਿਸਾਬ ਨਾਲ ਕੱਢਣਾ ਚਾਹੀਦਾ ਆਪਾਂ ਨੂੰ, ਦੱਸ ਦੂੰ। 12 ਨਿਊਟਨ ਸਰ। ਹਾਂ, ਤੇ 12 ਨਿਊਟਨ ਗੁਣਾ 10 ਮੀਟਰ ਕਰ ਤਾਂ ਤੈਨੂੰ ਕਿੰਨਾ ਆਊਗਾ 120। ਮਤਲਬ ਤੇਰੀ 120 ਜਾਊਲ ਦੀ ਊਰਜਾ ਜਿਹੜੀ ਖਰਚ ਹੋਈ ਆ ਤੇਰੇ ਸਰੀਰ ਦੇ ਵਿੱਚੋਂ, ਉਹ ਸਿਰਫ ਤਾਂ ਹੋਈ ਆ ਕਿਉਂਕਿ ਫ੍ਰਿਕਸ਼ਨ ਸੀਗਾ। ਹਾਂਜੀ ਕਿਉਂਕਿ ਤੂੰ ਫ੍ਰਿਕਸ਼ਨ ਨੂੰ ਓਵਰਕਮ ਕਰਨ 'ਚ ਇਹ ਖਰਚ ਕੀਤੀ ਆ। ਤੇ ਜਿਹੜੀ ਬਾਕੀ ਦੀ ਤੇਰੀ ਜਿਹੜੀ ਊਰਜਾ ਖਰਚ ਹੋਈ ਆ 80 ਜਾਊਲ, ਉਸ 80 ਜਾਊਲ ਨੇ ਹੀ ਉਸ ਬਾਡੀ ਨੂੰ ਐਕਸਲਰੇਟ ਕਰਨ ਦੇ ਵਿੱਚ ਮਦਦ ਕੀਤੀ ਹੈ ਤੇ ਉਹਦੀ ਵੈਲੋਸਿਟੀ ਵਧਾਈ ਆ। ਤੇ ਵੈਲੋਸਿਟੀ ਵਧਣ ਨਾਲ ਉਸ ਬਾਡੀ ਵਿੱਚ ਕਿਹੜੀ એનર્ਜੀ ਆਊਗੀ, ਵੈਲੋਸਿਟੀ ਨਾਲ ਕਿਹੜੀ એનર્ਜੀ ਆਂਦੀ ਆ, ਕਾਈਨੈਟਿਕ એનર્ਜੀ। ਸੋ ਤੇਰੀ ਆ ਊਰਜਾ ਆ 80 ਜਾਊਲ, ਇਹ ਉਸ ਬਾਡੀ ਦੇ ਵਿੱਚ ਕਾਈਨੈਟਿਕ એનર્ਜੀ ਪੈਦਾ ਕਰ ਦਿੰਦੀ ਆ, ਉਹਨੂੰ ਮੋਸ਼ਨ ਚ ਲਿਆਂਦੀ ਆ, ਉਹਨੂੰ ਵੈਲੋਸਿਟੀ ਦੇ ਦਿੰਦੀ ਆ। ਤੇ ਇਹ ਹਾਂਜੀ ਸਰ। ਕੰਜ਼ਰਵੇਸ਼ਨ ਦਾ ਲਾ ਵੀ ਵਿੱਚ ਹੀ ਖਤਮ ਹੋ ਗਿਆ। ਹਾਂਜੀ એનર્ਜੀ ਥਿਊਰਮ ਹੋ ਗਈ ਵਿੱਚ ਹੀ, ਜਿਹੜੀ ਅਗਲੇ ਚੈਪਟਰ ਚ ਆਣੀ ਸੀ। ਹੁਣ ਦੱਸ। ਹਾਂਜੀ ਹਾਂਜੀ ਸਰ ਠੀਕ ਹੈ ਸਰ। ਅੱਜ ਸਰ ਆ ਗਏ ਸਮਝ। ਸਰ ਇੱਕ ਮੇਰਾ ਸਰ ਡਾਊਟ ਇਦਾਂ ਸੀ ਕਿ ਸਰ ਜੇਕਰ ਫੋਰਸ ਹੈ ਮੈਗਨੀਟਿਊਡ। ਹੁਣ ਮੇਰੀ ਗੱਲ ਸੁਣ, ਪਹਿਲਾਂ ਮੇਰੀ ਗੱਲ ਸੁਣ। ਹੁਣ ਜਿਹੜਾ ਵਰਕ ਡਨ ਅਗੇਂਸਟ ਫ੍ਰਿਕਸ਼ਨ ਸੀਗਾ, ਤਾਂ ਵਰਕ ਡਨ ਅਗੇਂਸਟ ਫ੍ਰਿਕਸ਼ਨ ਦੇ ਵਿੱਚ ਜਿਹੜਾ ਅਪਲਾਈਡ ਫੋਰਸ ਹੈਗਾ ਆ, ਐਫ ਲੈਣਾ ਆਪਾਂ ਹਨਾ, ਬਲੂ ਵਾਲਾ ਡਿਸਪਲੇਸਮੈਂਟ, ਤੇ ਉਹਦੀ ਵੈਲਿਊ ਦੇ ਬਰਾਬਰ ਹੋਣੀ ਚਾਹੀਦੀ ਹੈ ਜਿੰਨਾ ਫ੍ਰਿਕਸ਼ਨ ਹੈ ਉਹਦੇ ਬਰਾਬਰ ਹੋਣੀ ਚਾਹੀਦੀ ਹੈ। ਫ੍ਰਿਕਸ਼ਨ ਕਿਹਦੇ ਬਰਾਬਰ ਹੁੰਦਾ ਹੈ, ਮਿਊ ਇਨਟੂ ਆਰ ਕਿਹਦੇ ਬਰਾਬਰ ਹੈ ਇਸ ਕੇਸ 'ਚ, mg। ਕਲੀਅਰ ਹੈ ਗੱਲ ਹੁਣ? ਹਾਂਜੀ ਸਰ ਮੈਂ ਇਦਾਂ ਹੀ ਪੁੱਛਦਾ ਸੀ ਕਿ ਸਰ ਜਦ ਮਤਲਬ ਲਿਮਿਟਿੰਗ ਫ੍ਰਿਕਸ਼ਨ ਫੋਰ ਅਪਲਾਈਡ ਦੀ ਵੈਲਿਊ ਸੇਮ ਹੋਏਗੀ ਤਾਂ ਬੋਡੀ ਮੂਵ ਕਰੂਗੀ ਜਾਂ ਨਹੀਂ ਕਰੂਗੀ? ਇੱਕ ਮਿੰਟ ਰੁਕ ਜਾ। ਹੁਣ ਤੇਰਾ ਪਹਿਲਾਂ ਇਸ ਜਿਹੜਾ ਹੁਣ ਤੱਕ ਮੈਂ ਗੱਲ ਕੀਤੀ ਇਹਦੇ ਬਾਰੇ ਕਿਸੇ ਦਾ ਕੋਈ ਸਵਾਲ ਹੋਵੇ ਹੱਥ ਖੜੇ ਕਰੋ। ਜੇ ਸਾਰਿਆਂ ਨੂੰ ਸਮਝ ਆ ਗਿਆ ਤਾਂ ਚੰਗੀ ਗੱਲ। ਚਲੋ ਠੀਕ ਹੈ। ਹਾਂ ਪੀਯੂਸ਼ ਹੁਣ ਬੋਲ ਕਹਿ ਰਿਹਾ ਹੁਣ। ਹਾਂਜੀ ਸਰ ਮੈਂ ਇਦਾਂ ਪੁੱਛਣਾ ਚਾਹੁੰਦਾ ਸੀ ਕਿ ਸਰ ਜਦ ਅਪਲਾਈਡ ਫੋਰਸ ਦੀ ਜੋ ਮੈਗਨੀਟਿਊਡ ਹੋਏਗੀ ਉਹ ਜਦ ਬਰਾਬਰ ਹੋਏਗੀ ਫ੍ਰਿਕਸ਼ਨਲ ਫੋਰਸ ਦੇ, ਤਾਂ ਸਰ ਬੋਡੀ ਮੂਵ ਕਰੂਗੀ ਜਾਂ ਨਹੀਂ ਕਰੂਗੀ? ਜਦੋਂ ਫ੍ਰਿਕਸ਼ਨਲ ਫੋਰਸ ਦੀ ਵੈਲਿਊ ਅਪਲਾਈਡ ਫੋਰਸ ਦੀ ਵੈਲਿਊ ਬਰਾਬਰ ਹੋਏਗੀ ਫ੍ਰਿਕਸ਼ਨਲ ਫੋਰਸ ਦੇ, ਮਤਲਬ ਸਰ ਲਿਮਿਟਿੰਗ ਫ੍ਰਿਕਸ਼ਨ ਦੇ। ਹਾਂ, ਤਾਂ ਬਾਡੀ ਬੇਸਿਕਲੀ ਆਪਣੀ ਸਟੇਟ 'ਚ ਹੀ ਰਹੂਗੀ ਜਿਹੜੀ ਸਟੇਟ 'ਚ ਹੈ। ਜੇ ਤਾਂ ਉਹ ਰੈਸਟ ਵਿੱਚ ਆ ਤਾਂ ਉਹ ਰੈਸਟ ਵਿੱਚ ਰਹੂਗੀ, ਜੇ ਉਹ ਮੋਸ਼ਨ 'ਚ ਆ ਚੁੱਕੀ ਹੈ ਤਾਂ ਹੁਣ ਉਹ ਮੋਸ਼ਨ 'ਚ ਹੀ ਰਹਿਣ ਵਾਲੀ ਹੈ, ਕਿਉਂਕਿ ਤੁਹਾਡਾ ਜਿਹੜਾ ਅਪਲਾਈਡ ਫੋਰਸ ਹੈ ਉਹਨੇ ਫ੍ਰਿਕਸ਼ਨ ਨੂੰ ਓਵਰਕਮ ਕਰਤਾ। ਹੁਣ ਬਾਡੀ ਜਿਹੜੀ ਸਟੇਟ 'ਚ ਹੈ ਉਸ ਸਟੇਟ 'ਚ ਰਹੇਗੀ, ਨਿਊਟਨਸ ਫਸਟ ਲਾਅ। ਹਾਂਜੀ ਸਰ। ਹੁਣ ਆ ਗੱਲ ਤੇ ਸਰ ਮੈਂ ਹੋਏਗੀ, ਪਰ ਇਹ ਉਦੋਂ ਲਾਗੂ ਹੋਏਗੀ ਜਿਹੜੀ ਗੱਲ ਮੈਂ ਹੁਣ ਕਹਿ ਰਿਹਾ ਤੈਨੂੰ, ਮੋਸ਼ਨ ਵਾਲੀ ਗੱਲ, ਕਿ ਮੋਸ਼ਨ 'ਚ ਤਾਂ ਕਿ ਜੇ ਬਾਡੀ ਪਿੱਛੋਂ ਹੀ ਮੋਸ਼ਨ 'ਚ ਆ ਰਹੀ ਹੈ, ਜਿਵੇਂ ਕਿ ਹਾਂਜੀ ਸਰ ਇਹਦੇ 'ਚ ਐਡ ਕਰਦਾ, ਦੇਖੋ ਸਾਰੇ ਦੇਖੋ ਧਿਆਨ ਨਾਲ, ਇਹਦੇ 'ਚ ਐਡ ਕਰ ਦਿੰਦਾ ਮੈਂ ਕਿ ਇਹ ਆ ਆਪਣਾ ਪਲੇਟਫਾਰਮ, ਓਹੋ ਆਹ ਆਪਣਾ ਪਲੇਟਫਾਰਮ ਹੈ ਜਿਹਦੇ ਉੱਪਰ ਆਪਾਂ ਮੂਵ ਕਰਨਾ ਸਭ ਕੁਝ, ਠੀਕ ਹੈ। ਤੇ ਇਹਦੇ 'ਚ ਫਿਰ ਉਹੀ ਬਾਡੀ ਇੱਥੇ ਪਈ ਹੈ। ਇਹ ਬਾਡੀ ਜਿਹੜੀ ਪਿੱਛੋਂ ਹੀ ਆ ਰਹੀ ਸੀ, ਇੱਥੋਂ ਆ ਰਹੀ ਸੀ ਮੰਨ ਲਓ ਬਾਡੀ, ਤੇ ਬਾਡੀ ਪਿੱਛੋਂ ਹੀ ਕਿਸੇ ਵੈਲੋਸਿਟੀ v ਨਾਲ ਆ ਰਹੀ ਸੀ, ਮੰਨ ਲਾ ਜਸਟ ਮੈਂ ਐਗਜ਼ਾਮਪਲ ਲੈ ਰਿਹਾ, ਕੋਈ ਵੀ ਵੈਲੋਸਿਟੀ u ਨਾਲ ਆ ਰਹੀ ਸੀ, ਮੰਨ ਲਾ u ਵੈਲੋਸਿਟੀ ਨਾਲ ਆ ਰਹੀ ਸੀ। ਕਲੀਅਰ ਹੈ ਗੱਲ? ਹਾਂਜੀ ਸਰ। ਹੁਣ ਤੂੰ ਉਸ ਬਾਡੀ ਨੂੰ ਆਬਜ਼ਰਵ ਕਰਨਾ ਉਦੋਂ ਸ਼ੁਰੂ ਕੀਤਾ ਜਦੋਂ ਬਾਡੀ ਇੱਥੇ ਆ ਗਈ, ਤੇਰੀ ਆਬਜ਼ਰਵੇਸ਼ਨ ਇੱਥੋਂ ਸਟਾਰਟ ਹੋਈ। ਹਾਂਜੀ ਉਦੋਂ ਵੀ ਬਾਡੀ ਦੀ ਵੈਲੋਸਿਟੀ u ਸੀ। ਹੁਣ ਤੇਰੀ ਆਬਜ਼ਰਵੇਸ਼ਨ ਦੇ ਅੰਡਰ ਉਹ ਆ ਗਈ ਹੈ, ਤੇ ਤੈਨੂੰ ਇਹ ਕਿਹਾ ਗਿਆ ਕਿ ਹੁਣ ਤੂੰ ਆਪਣਾ ਦੇਖਣਾ ਅਪਲਾਈਡ ਫੋਰਸ ਕਿਵੇਂ ਲਗਾਉਣਾ ਇੱਥੇ। ਤਾਂ ਤੈਨੂੰ ਪਤਾ ਕਿ ਇੱਥੋਂ ਜੋ ਵੀ ਜਿਵੇਂ ਵੀ ਆ ਰਹੀ ਸੀ, ਮੰਨ ਲਾ ਇੱਥੋਂ ਮੈਂ ਜਦੋਂ ਦੇਖਣਾ ਸ਼ੁਰੂ ਕੀਤਾ, ਮੈਂ ਦੇਖੂੰਗਾ ਇਹਨੂੰ ਕਿੰਨਾ ਫ੍ਰਿਕਸ਼ਨ ਲੱਗ ਰਿਹਾ ਸੀ। ਫ੍ਰਿਕਸ਼ਨ ਲੱਗ ਰਿਹਾ ਸੀ ਇਹਨੂੰ ਇੰਨਾ, ਮੰਨ ਲਾ, ਤੇ ਇਹਨੂੰ u ਦੀ ਵੈਲੋਸਿਟੀ ਨਾਲ ਹੀ ਮੇਨਟੇਨ ਕਰਨਾ ਚਾਹਨਾ ਮੈਂ ਹੁਣ, ਤਾਂ ਮੈਨੂੰ ਕਿੰਨਾ ਫੋਰਸ ਅੱਗੇ ਨੂੰ ਲਗਾਉਣਾ ਚਾਹੀਦਾ ਆ ਅਪਲਾਈਡ? ਬਿਲਕੁਲ ਇਹਦੇ ਬਰਾਬਰ, ਫ੍ਰਿਕਸ਼ਨ ਦੇ ਬਰਾਬਰ, ਕਿਉਂਕਿ ਫ੍ਰਿਕਸ਼ਨ ਨੇ u ਤੋਂ ਵੈਲੋਸਿਟੀ ਘਟਾ ਦੇਣੀ ਆ ਜੇ ਮੈਂ ਅਪਲਾਈਡ। ਹੁਣ ਮੈਂ ਅਪਲਾਈਡ ਫੋਰਸ ਲਗਾ ਕੇ ਨੈਟ ਫੋਰਸ ਕਿੰਨਾ ਕਰਤਾ? 0। ਤੇ ਨੈਟ ਫੋਰਸ ਕਿਉਂਕਿ 0 ਹੋ ਗਿਆ ਹੁਣ, ਇਸ ਲਈ ਐਕਸਲਰੇਸ਼ਨ ਬਾਡੀ 'ਚ ਕਿੰਨੀ ਹੋਏਗੀ? 0। ਇਸ ਲਈ ਬਾਡੀ u ਵੈਲੋਸਿਟੀ ਨਾਲ ਇੱਥੇ ਤੱਕ ਕਰਦੀ ਰਹੇਗੀ, ਬਿਲਕੁਲ u ਵੈਲੋਸਿਟੀ ਨਾਲ ਇੱਥੇ ਪਹੁੰਚੇਗੀ। ਜੇ ਆ ਫੋਰਸ f ਇਹਦੇ ਫ੍ਰਿਕਸ਼ਨ ਦੇ ਬਿਲਕੁਲ ਬਰਾਬਰ ਵਾਲਾ ਲੱਗਦਾ ਰਿਹਾ ਤਾਂ ਇਸ ਕੇਸ 'ਚ ਜੇ ਮੈਂ ਗੱਲ ਕਰਾਂ ਕਿ ਇੱਥੇ ਮੇਰਾ ਜਿਹੜਾ ਵਰਕ ਡਨ ਅਗੇਂਸਟ ਫ੍ਰਿਕਸ਼ਨ ਤਾਂ ਬਿਲਕੁਲ ਬਰਾਬਰ ਉਹੀ ਹੋਏਗਾ ਜਿਹੜਾ ਇਹਨੂੰ ਮੇਨਟੇਨ ਕਰਨ 'ਚ ਲੱਗਦਾ, ਉਹ ਫ੍ਰਿਕਸ਼ਨ ਨੂੰ ਮੇਨਟੇਨ ਕਰਨ 'ਚ ਲੱਗਦਾ ਹੈ।
यानी इंजन ने 40 किलोमीटर प्रति घंटा की वेलोसिटी ਨੂੰ मेनटेन ਕਰਨ ਦੇ ਲਈ ਅੱਧਾ ਘੰਟਾ ਤੱਕ ਤੂੰ ਗੱਡੀ ਚਲਾਈ ਗਿਆ ਸਿੱਧੀ ਰੋਡ ਤੇ 40 ਤੇ ਹੀ ਰੱਖੀ ਸਪੀਡ। ਇਹਦਾ ਮਤਲਬ ਤੇਰੇ ਇੰਜਨ ਨੇ ਜਿੰਨਾ ਵੀ ਪੈਟਰੋਲ ਫੂਕਿਆ ਵਾ ਉਹ ਸਿਰਫ ਤੇ ਸਿਰਫ ਇੱਕ ਚੀਜ਼ ਕਰਕੇ ਫੂਕਿਆ ਵਾ। ਕਿਹਦੇ ਕਰਕੇ? ਕਿਹਦੇ ਕਰਕੇ? फोर्स ऑफ फ्रिक्शन ओवरकम करने वास्ते। भी बोलिया करो, कोई भी बोल दिया करो। कोई बोलिया नहीं बच्चा कुछ? यस सर। फ्रिक्शन फोर्स ਨੂੰ ओवरकम ਕਰਨ ਲਈ ਸਰ। हाँ जी तनिश ठीक है, वेरी गुड। फ्रिक्शनल फोर्स ਨੂੰ ओवरकम ਕਰਨ ਵਾਸਤੇ ਹੀ ਤੁਹਾਡਾ ਪੈਟਰੋਲ ਫੂਕਿਆ ਗਿਆ। ਪਰ ਜੇ ਮੈਂ ਕਹਾ ਨਹੀਂ ਨਹੀਂ ਵਿੱਚ ਦੇ ਨੇ ਮੈਂ ਗੱਡੀ ਨੂੰ ਨਾ 5 ਮਿੰਟ ਲਈ ਰੇਸ ਦੇਤੀ ਸੀ ਕਾਫੀ ਜ਼ਿਆਦਾ, ਤੇ ਮੈਂ ਉਸ ਗੱਡੀ ਦੀ ਵੈਲੋਸਿਟੀ ਨੂੰ 40 ਤੋਂ 60 ਤੇ ਲਿਆ ਕੇ ਮੈਂ 60 ਤੇ ਚਲਾਈ ਗਿਆ, ਤੇ ਜਦੋਂ ਤੋਂ 60 ਤੇ ਚਲਾਈ ਗਿਆ ਫਿਰ ਵੀ ਇੰਜਨ ਨੂੰ ਕਿੰਨਾ ਕੰਮ ਕਰਨਾ ਪਿਆ? ਫ੍ਰਿਕਸ਼ਨ ਨੂੰ ਓਵਰਕਮ ਕਰਨ ਲਈ ਕਰਨਾ ਪਿਆ। ਪਰ ਜਦੋਂ 40 ਤੋਂ 60 ਜਾ ਰਹੀ ਸੀ ਗੱਡੀ, ਉਦੋਂ ਗੱਡੀ ਕੀ ਹੋ ਰਹੀ ਸੀ? एक्सेलरेट। ਉਦੋਂ ਗੱਡੀ ਦੇ ਇੰਜਨ ਨੇ ਫ੍ਰਿਕਸ਼ਨ ਦੇ ਬਿਲਕੁਲ ਬਰਾਬਰ ਫੋਰਸ ਨਹੀਂ ਲਗਾਇਆ, ਬਲਕਿ ਉਸ ਤੋਂ ਵੱਧ ਲਗਾਇਆ। ਉਸ ਵਧੇ ਹੋਏ ਫੋਰਸ ਦੇ ਕਰਕੇ ਹੀ ਬਾਡੀ ਕਾਰ ਐਕਸਲਰੇਟ ਹੋਈ। ਹੁਣ ਦੱਸ ਰਹੀ? ਹਾਂਜੀ ਸਰ ਠੀਕ ਹੈ। ਠੀਕ ਹੈ ਗੱਲ। ਸੋ ਜਦੋਂ ਟੌਪਿਕ ਪੜ ਰਹੇ ਸੀ ਉਸ ਟੌਪਿਕ ਦਾ ਨਾਮ ਸੀ ਵਰਕ ਡਨ ਅਗੇਂਸਟ ਫ੍ਰਿਕਸ਼ਨ। ਇਸੇ ਲਈ ਅਸੀਂ ਹਰ ਜਗ੍ਹਾ ਤੇ ਅਪਲਾਈਡ ਫੋਰਸ ਸਿਰਫ ਉਹਨਾਂ ਲਗਾਉਂਦੇ ਸੀ ਜਿੰਨਾ ਕਿ ਬਾਡੀ ਨੂੰ ਪਿੱਛੇ ਨੂੰ ਲੱਗ ਰਿਹਾ ਹੁੰਦਾ ਸੀ ਮੋਸ਼ਨ ਦੀ ਦਿਸ਼ਾ ਦੇ ਉਲਟ ਦਿਸ਼ਾ ਚ, ਚਾਹੇ ਉਹ ਫ੍ਰਿਕਸ਼ਨ ਦੇ ਨਾਲ ਕੁਝ ਹੋਰ ਵੀ ਹੋ, ਵੇਟ ਵੀ ਹੋ ਸਕਦਾ ਨਾਲ ਕੁਝ ਹੋਰ, mg sin ਥੀਟਾ ਔਰ ਵਟਐਵਰ। ਤੇ ਆਪਾਂ ਉਸ ਦੇ ਅਕੋਰਡਿੰਗ ਹੀ ਵਰਕ ਡਨ ਪਤਾ ਕਰਦਾ ਸੀ ਜਿਹੜਾ ਐਫ ਆਪਾਂ ਲਗਾਇਆ। ਉਹ ਐਫ ਜਿਹੜਾ ਹੈ ਉਹ ਪਿੱਛੇ ਲੱਗਣ ਵਾਲੇ ਫੋਰਸਿਸ ਦਾ ਬਰਾਬਰ ਹੁੰਦਾ ਸੀ। ਇਹਨਾਂ ਨੂੰ ਕੈਲਕੂਲੇਟ ਕਰਨ ਦੇ ਆਪਾਂ, ਇਹਨੂੰ ਥੋੜੀ ਕੈਲਕੂਲੇਟ ਕਰਦੇ ਆ। ਸਾਨੂੰ ਕੀ ਪਤਾ ਹੁੰਦਾ ਸੀ ਲਗਾਣਾ ਆ, ਕਿੰਨਾ ਲਗਾਣਾ ਹੈ, ਦੇਖਦੇ ਆ। ਤੇ ਵਰਕ ਡਨ ਅਗੇਂਸਟ ਫ੍ਰਿਕਸ਼ਨ ਇਥੋਂ ਆ ਜਾਂਦਾ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਇਹ ਵਰਕ ਡਨ ਨਹੀਂ ਹੈ, ਇਹ ਵਰਕ ਡਨ ਅਗੇਂਸਟ ਫ੍ਰਿਕਸ਼ਨ ਹੈ। ਤੇ ਉਹ ਅਗੇਂਸਟ ਫ੍ਰਿਕਸ਼ਨ ਜਿਹੜਾ ਹੈ ਉੱਥੇ ਕਈ ਵਾਰ ਐ ਹੋ ਜਾਵੇ ਤੇ ਗੱਡੀ ਨੂੰ ਉੱਪਰ ਲੈ ਕੇ ਜਾਣਾ ਆ ਤਾਂ ਫ੍ਰਿਕਸ਼ਨ ਹੀ ਨਹੀਂ ਹੁੰਦਾ ਇਕੱਲਾ, ਬਲਕਿ ਉਹਦੀ ਮਦਦ ਕਰਨ ਲਈ ਇੱਕ mg ਦਾ ਕੰਪੋਨੈਂਟ mg sin ਥੀਟਾ ਵੀ ਪਿੱਛੇ ਨੂੰ ਹੁੰਦਾ। ਤੇ ਅਪਲਾਈਡ ਫੋਰਸ ਫੇਰ ਤੇ ਇਹਨੂੰ ਫ੍ਰਿਕਸ਼ਨ ਦਾ ਹੀ ਨਹੀਂ ਲਗਾਉਣਾ ਪਏਗਾ, ਆ sin ਥੀਟਾ ਵੀ ਚੱਕਣਾ ਪੈਣਾ ਉੱਪਰ ਨੂੰ। ਤਾਂ ਇਹਨਾਂ ਦੋਨਾਂ ਨੂੰ ਜੋੜ ਕੇ ਤੈਨੂੰ ਫੋਰਸ ਲਗਾਉਣਾ ਪੈਣਾ ਉੱਪਰ ਨੂੰ, ਤਾਂ ਬਾਡੀ ਯੂਨੀਫਾਰਮ ਮੋਸ਼ਨ ਦੇ ਨਾਲ ਉੱਪਰ ਨੂੰ ਜਾਊਗੀ ਬਿਨਾ ਐਕਸਲਰੇਟ ਹੋਏ। ਆ ਜਿਹੜੀ ਬਿਨਾ ਐਕਸਲਰੇਟ ਹੋਏ ਵਾਲੀ ਸਿਚੁਏਸ਼ਨ ਹੁੰਦੀ ਹੈ ਨਾ, ਇਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਹੀ ਤੁਹਾਨੂੰ ਮੈਂ ਕਿਸੇ ਦਿਨ ਪੋਟੈਂਸ਼ੀਅਲ એનર્ਜੀ ਸਮਝਾਉਂਗਾ ਚੰਗੀ ਤਰ੍ਹਾਂ। ਹਾਂਜੀ ਉਹ ਲੈਕਚਰ ਆਪਣਾ ਹੋ ਸਕਦਾ ਕਿ ਸਭ ਤੋਂ ਵਧੀਆ ਲੈਕਚਰ ਹੋਊਗਾ ਹੁਣ ਤੱਕ ਦਾ, ਕਿ ਉਹ ਚ ਆਪਾਂ ਜੋ ਗੱਲ ਕਰਾਂਗੇ ਬਹੁਤ ਡਿਟੇਲ ਚ। ਹਾਂਜੀ ਬੋਲੋ ਅੱਗੇ। ਸਰ ਇਫ ਤਾਂ ਮਤਲਬ ਸਰ ਫੋਰਸ ਕਾਂਸਟੈਂਟ ਰਵੇ ਤਾਂ ਸਰ ਜੋ ਵੈਲੋਸਿਟੀ ਹੈ ਉਹ ਵੀ ਕਾਂਸਟੈਂਟ ਰਹਿੰਦੀ ਹੈ, ਬਟ ਸਰ ਅਗਰ ਟਾਈਮ ਦੇ ਨਾਲ ਫੋਰਸ ਵਧੀ ਜਾਵੇ। ਮੇਰੀ ਗੱਲ ਸੁਣ, ਰੁਕ ਜਾ ਇੱਥੇ ਰੁਕ ਜਾ। ਜਦੋਂ ਫੋਰਸ ਕਾਂਸਟੈਂਟ ਰਹੇ ਤਾਂ ਮਾਸ ਇਨਟੂ ਐਕਸਲਰੇਸ਼ਨ ਬਰਾਬਰ ਕਾਂਸਟੈਂਟ ਰਹਿੰਦਾ ਆ। ਉਦੋਂ ਤਾਂ ਕਾਂਸਟੈਂਟ ਹੁੰਦੇ ਤਾਂ ਐਕਸਲਰੇਸ਼ਨ ਕਾਂਸਟੈਂਟ ਰਹਿੰਦੀ ਆ। ਐਕਸਲਰੇਸ਼ਨ ਕਾਂਸਟੈਂਟ ਰਹਿਣ ਦਾ ਮਤਲਬ ਹੁੰਦਾ ਵੈਲੋਸਿਟੀ ਵਧਦੀ ਆ, ਜੇ ਐਕਸਲਰੇਸ਼ਨ ਨਾਨ ਜ਼ੀਰੋ ਕਾਂਸਟੈਂਟ ਹੋਵੇ ਤਾਂ। ਹਾਂਜੀ ਸਰ। ਜ਼ੀਰੋ ਵਾਲਾ ਕੇਸ ਅਲੱਗ ਹੁੰਦਾ ਇੱਕ, ਤੈਨੂੰ ਪਤਾ ਹੈ। ਜੇ ਜ਼ੀਰੋ ਹੈ ਸਭ ਠੀਕ ਹੈ, ਯੂਨੀਫਾਰਮ ਮੋਸ਼ਨ ਹੈ। ਐਕਸਲਰੇਸ਼ਨ 0.0001 ਵੀ ਹੋਗੀ ਨਾ ਤਾਂ ਵੈਲੋਸਿਟੀ ਵਧਣੀ ਸ਼ੁਰੂ ਹੋਏਗੀ। ਓਕੇ ਸਰ, ਹਾਂਜੀ ਠੀਕ ਹੈ ਸਰ, ਹਾਂਜੀ ਸਮਝ ਗਿਆ ਸਰ। ਸਰ ਇੱਕ ਉਹਦੇ ਵਿੱਚ ਸਰ ਡਾਊਟ ਸੀ ਫ੍ਰਿਕਸ਼ਨ ਦੇ ਵਿੱਚ। ਹਾਂ ਬੋਲੋ ਸਰ। ਉਹਦੀ ਸਰ ਕਿ ਅਸਾਈਨਮੈਂਟ ਦੇ ਵਿੱਚ ਐਗਜ਼ਾਮਪਲ 54 ਹੈ, ਉਹਦੇ ਵਿੱਚ ਸਰ ਆਪਾਂ ਨਿਊ ਕੈਲਕੂਲੇਟ ਕਰਨਾ ਸਰ। ਜੋ ਨਿਊ ਹੈ ਸਰ ਉਹਨਾਂ ਨੇ ਇਦਾਂ ਕੀਤਾ ਹੋਇਆ ਸੀ, ਨਿਊ r is equals to f upon r। ਨਿਊ r is equal to ਹਾਂਜੀ ਸਰ। ਨੋ ਸਰ ਮਤਲਬ ਪਤਾ ਨਹੀਂ r ਨਹੀਂ ਸਰ, ਉਰੇ ਨਿਊ ਵਾਲਾ ਜੋ r ਹੈ ਨਿਊ ਇਕੁਅਲ ਟੂ f upon r ਹੋਣਾ, ਤਾਂ ਪੱਕਾ ਹੀ ਹੋਣਾ, ਐਂ ਹੀ ਹੋਣਾ। f upon r ਸਰ। ਉਸ ਤੋਂ ਉਹਨਾਂ ਨੇ ਕੀਤਾ ਸੀ ma upon mg is equal to ma upon mg। ma upon mg ਹਾਂ ਹਾਂਜੀ ਸਰ। ਮੈਨੂੰ ਇਦਾਂ ਸਮਝ ਨਹੀਂ ਲੱਗੀ ਸਰ ਕਿ ਜੋ ma ਕਿਵੇਂ ਆਇਆ ਉਰੇ। ਉਹ ਮੈਂ ਕਹਿੰਦਾ ਉਹ ਬਾਡੀ ਨੂੰ ਐਕਸਲਰੇਟ ਕਰ ਰਹੇ ਸੀ ਉੱਥੇ। ਮੈਂ ਤੁਹਾਨੂੰ ਦਿਖਾਣਾ, ਖੜ ਜਾ, ਮੈਂ ਉਹ ਐਗਜ਼ਾਮਪਲ ਹੀ ਕਰ ਦਿੰਦਾ ਹੁਣੀ। ਸੌਲਡ ਐਗਜ਼ਾਮਪਲ ਹੈ ਕੋਈ? ਹਾਂਜੀ ਸਰ। ਐਗਜ਼ਾਮਪਲ ਨੰਬਰ 54 ਅਸਾਈਨਮੈਂਟ ਫ੍ਰਿਕਸ਼ਨ। ਹੁਣੇ ਆ ਜੂ। ਐਗਜ਼ਾਮਪਲ ਨੰਬਰ 54। नीचे वाली
हाँ जी सर, हाँ वाली। The coefficient of friction between the ground and the wheels of a car moving on a horizontal road is inna. तो mu ਜਿਹੜਾ ਆਪਣੇ coefficient of friction ਉਹ ਤਾਂ given ਹੀ ਹੈ 0.5, ਠੀਕ ਹੈ। if the car starts from, हाँ जी ਹੁਣ ਤੂੰ ਦੇਖ ਲੈ ਇੱਥੇ ਕਾਰ ਤੇਰੀ ਕਿੱਥੋਂ ਸਟਾਰਟ ਹੋਈ ਹੈ, rest। रेस्ट तो u0 है। हाँ, what is the minimum distance in which it can acquire a speed of 72 km/h? ਸੋ ਇੱਥੇ ਜਿਹੜੀ ਇਹਨਾਂ ਨੇ ਆ ਲਈ ਆ, ਪਹਿਲਾਂ ਤਾਂ ਦੇਖੋ ਕਾਰ ਦੀ ਇਨੀਸ਼ੀਅਲ ਵੈਲੋਸਿਟੀ u ਪਤਾ ਹੈ ਆਪਾਂ ਨੂੰ, ਕਾਰ ਦੀ ਫਾਈਨਲ ਵੈਲੋਸਿਟੀ ਪਤਾ ਹੈ, यस सर। ਇਹ ਕਰਨੀ ਹੈ ਹਨਾ। ਆਪਾਂ ਪਤਾ ਕਰਨਾ ਹੈ ਕਿ ਉਹਦੀ ਵਾਟ ਇਜ਼ ਦਾ ਮਿਨੀਮਮ ਡਿਸਟੈਂਸ s ਪਤਾ ਕਰਨਾ ਹੈ। ਤਾਂ ਪਹਿਲਾਂ ਆਪਾਂ ਕੀ ਕੀਤਾ, ਮੰਨ ਲਿਆ ਆਪਾਂ ਕਿ ਮੰਨ ਲਓ ਕਾਰ ਦੇ ਵਿੱਚ ਐਕਸਲਰੇਸ਼ਨ ਹੈ ਕਿੰਨੀ, a ਉਹਨੂੰ ਐਕਸਲਰੇਸ਼ਨ ਲੈਣੀ ਪੈਣੀ ਹੈ। ਇਹ ਇਹਨਾਂ ਨੇ ਕੀਤਾ as mu is equal to f over r, f is equal to ma over mg, a over g। ਇਹ ਮੈਂ ਸ਼ਾਇਦ ਤੁਹਾਨੂੰ ਕਿਸੇ ਹੋਰ ਤਰ੍ਹਾਂ ਕਰਾਈ ਸੀ ਨਾ ਗੱਲ ਜਦੋਂ ਮੈਂ ਕਰਾ ਰਿਹਾ ਸੀ। ਇੱਥੇ ਦੇਖ ਲੈਂਦੇ ਆਪਾਂ ਕੀ ਹੋਇਆ। ਕਾਰ ਹੈਗੀ ਆ, ਕਾਰ ਦਾ ਆ ਫ੍ਰਿਕਸ਼ਨ ਹੈਗਾ, ਫ੍ਰਿਕਸ਼ਨ ਜਿਹੜਾ ਦਾ ਮਿਊ ਇਨਟੂ ਆਰ ਹੁੰਦਾ ਹਮੇਸ਼ਾ, ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਹੈ, ਠੀਕ ਹੈ। ਤੇ ਜਿਹੜੀ ਕਾਰ ਹੈ, ਕਾਰ ਰੈਸਟ ਤੋਂ ਸਟਾਰਟ ਹੋਈ ਹੈ ਤੇ ਕਾਰ ਨੇ ਅੱਗੇ ਨੂੰ ਜਾਣਾ ਆ, ਤੇ ਆਬਵੀਅਸਲੀ ਕਾਰ ਨੂੰ ਅੱਗੇ ਨੂੰ ਫੋਰਸ ਲੱਗਣਾ ਹੈ ਇੱਕ, ਹਨਾ। ਤੇ ਕਾਰ ਨੇ ਐਕਸਲਰੇਟ ਹੋਣਾ ਹੈ, ਜੇ ਐਕਸਲਰੇਟ ਹੋਣਾ ਹੈ ਤਾਂ ਫੋਰਸ ਜ਼ਿਆਦਾ ਲੱਗੇਗਾ ਫ੍ਰਿਕਸ਼ਨ ਤੋਂ, ਆਈ ਹੋਏਗਾ ਨਾ। ਐਕਸਲਰੇਟ ਹੋਣੀ ਹੈ ਕਾਰ, यस सर। ਕਾਰ ਰੈਸਟ ਵਿੱਚ ਹੈਗੀ ਸੀ, ਦੇਖੋ ਕਾਰ ਰੈਸਟ ਵਿੱਚ ਹੈ, ਤੇ ਰੈਸਟ ਵਿੱਚ ਜਿਹੜੀ ਇੱਕ ਚੀਜ਼ ਆ ਉਹਨੇ ਹੁਣ ਮੋਸ਼ਨ ਚ ਆਣਾ ਆ, ਜਿਹੜੀ ਆਬਵੀਅਸਲੀ ਉਹਨੂੰ ਐਕਸਲਰੇਟ ਹੋਣਾ ਪਏਗਾ। ਪਹਿਲੀ ਗੱਲ ਤਾਂ ਐਕਸਲਰੇਟ ਹੋਣਾ ਪਏਗਾ, ਜੇ ਉਹਦੀ ਫ੍ਰਿਕਸ਼ਨ ਦੇ ਬਰਾਬਰ ਹੀ ਫੋਰਸ ਲੱਗੀ ਗਿਆ ਫਿਰ ਕੀ ਹੋਏਗਾ, ਫਿਰ ਐਕਸਲਰੇਟ ਹੋਏਗੀ ਉਹ ਨਹੀਂ, नो सर। ਉਹਨੂੰ ਫ੍ਰਿਕਸ਼ਨ ਤੋਂ ਆਬਵੀਅਸਲੀ ਜ਼ਿਆਦਾ ਫੋਰਸ ਲੱਗੇਗਾ f, ਤੇ ਜਿਹੜਾ ਉਹਦਾ ਸਰ ਕਿਵੇਂ ਆਏਗਾ, ਹਾਂ ਹਾਂ सर जे बराबर ही लगे तो सर वो मूव नहीं करनी चाहिए। ਬਰਾਬਰ ਲੱਗਿਆ ਤਾਂ ਆਬਵੀਅਸਲੀ ਰੈਸਟ ਵਿੱਚ ਹੀ ਰਹੂਗੀ ਨਾ, ਇਹਨੂੰ ਐਕਸਲਰੇਟ ਕਰਨਾ ਆਪਾਂ, ਯਾਨੀ ਰੈਸਟ ਤੋਂ ਹੁਣ ਮੋਸ਼ਨ ਚ ਲੈ ਕੇ ਆਣਾ। हाँ जी हाँ सर, बस ਤੋਂ ਜ਼ਿਆਦਾ ਲਗਾਉਣਾ ਪੈਣਾ ਆਪਾਂ ਨੂੰ, f ਤੋਂ ਜ਼ਿਆਦਾ ਲਾਣਾ। ਸੋ ਬੇਸਿਕਲੀ ਜਿਹੜੀ हाँ जी ਲਗਾਣੀ ਹੈ ਤੁਸੀਂ ਇੱਥੇ f ਲਗਾਣੀ ਹੈ, ਉਹ ਕਿਤੇ ਬਰਾਬਰ ਹੋਏਗੀ, ਜਿਹੜੀ ਵੀ f ਲਗਾਣੀ ਹੈ ਤੁਸੀਂ ਮਾਈਨਸ ਫ੍ਰਿਕਸ਼ਨ, ਹਨਾ, ਬਰਾਬਰ ਹੈ ਕਾਰ हाँ जी सर। ਤੇ ਉਹ ਚ ਪੈਦਾ ਹੋਈ ਐਕਸਲਰੇਸ਼ਨ। ਆ ਹੋਣਾ ਚਾਹੀਦਾ ਅਸਲ ਵਿੱਚ, ਹਨਾ। ਹੁਣੀ ਮੈਂ ਕਰਾਇਆ सर उरे आपा सर। ਕਾਰ ਚ ਐਕਸਲਰੇਸ਼ਨ ਲੈ ਕੇ ਆਣੀ ਨਾ ਆਪਾਂ, हाँ जी सर। ਤਾਂ ਫਿਰ ਆ ਜਿਹੜਾ ਆਪਣਾ ਅਪਲਾਈਡ ਫੋਰਸ ਹੈ ਮਾਈਨਸ ਫ੍ਰਿਕਸ਼ਨ ਫੋਰਸ ਹੈ ਇਜ਼ ਇਕੁਅਲ ਟੂ a m into a ਹੋਣਾ ਚਾਹੀਦਾ, ਠੀਕ ਹੈ ਗੱਲ। ਕਾਰ ਦਾ सर आपा सर सर ਇਹ ਕੁਐਸਚਨ ਮੈਂ ਵੀ ਦੇਖ ਰਿਹਾ ਕੀ ਇਹ ਅਜੀਬ ਜੀ ਲੱਗ ਰਹੀ ਗੱਲ ਆ ਵਾਲੀ, f ਦੇ ਇਹਨੂੰ ਐ ਲੈ ਲਿਆ ਇਹਨਾਂ ਨੇ, f ਨੂੰ ma ਦੇ ਬਰਾਬਰ ਲੈ ਲਿਆ ਇਹਨਾਂ ਨੇ, यस सर। ਇਹ ਬਰਾਬਰ ਫੋਰਸ ਲੱਗੂ ਫਿਰ ਤਾਂ ਮੂਵ ਹੀ ਨਹੀਂ ਕਰ ਸਕਦੀ। ਇਹ ਕੁਐਸਚਨ 'ਚ ਗੜਬੜ ਲੱਗ ਰਹੀ ਹੈ ਇਹ ਕੁਐਸਚਨ 'ਚ, ਕਿਉਂਕਿ ਜੇ ਐਕਸਲਰੇਟ ਹੋਗਾ ਤਾਂ ਫਿਰ ਆ ਇਕੁਏਸ਼ਨ ਲੱਗੂਗੀ ਆਪਣੀ f minus f is equal to ma। ਇਹਨੂੰ ਕਰਕੇ ਦੇਖਦੇ ਨਾ ਆਪਾਂ, ਪਹਿਲਾਂ ਦੇਖੀਏ ਆਪਾਂ ਆਪਣੇ ਹਿਸਾਬ ਨਾਲ ਕਰਕੇ ਦੇਖੀਏ ਪਹਿਲਾਂ। ਤੇ ਆ ਜਿਹੜਾ f ਹੈਗਾ ਇਹ ਅਪਲਾਈਡ ਫੋਰਸ ਹੈ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਹੈ, ਐਕਚੁਅਲੀ ਨਾ ਇਹਨਾਂ ਨੇ ਲਿਖਿਆ ਵੀ ਨਹੀਂ ਵਿਦਆਊਟ, ਤੇ ਵਿਦਆਊਟ ਐਕਸਲਰੇਸ਼ਨ ਇਹ ਪੋਸੀਬਲ ਨਹੀਂ ਹੈ। ਇੱਥੇ ਇਹਨਾਂ ਨੇ ਧੱਕਾ ਕਰ ਲਿਆ, ਇਹਨਾਂ ਨੇ f ਨੂੰ ਨਾ ਆਹੀ f ਨੂੰ ਇਹਦੇ ਬਰਾਬਰ ਲੈ ਲਿਆ ਪਹਿਲੀ ਗੱਲ ਤਾਂ, ਠੀਕ ਆ, ਉਹਨੂੰ ਇਹਨਾਂ ਨੇ fa ਮੰਨ ਲਿਆ, ਤੇ ਆ ਜਿਹੜਾ f ਹੈਗਾ ਆ ਉਹਦੇ ਫ੍ਰਿਕਸ਼ਨ ਦੇ ਬਰਾਬਰ ਲੈ ਲਿਆ ਇਹਨਾਂ ਨੇ, ਤੇ ਫ੍ਰਿਕਸ਼ਨ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਮਿਊ r, ਤੇ ਇਹਨਾਂ ਨੇ ਮਿਊ r, ਹਾਂ, ਤੇ ਮਿਊ ਜਿਹੜਾ ਹੈਗਾ f over r, ਤੇ f ਨੂੰ ਇਹਨਾਂ ਨੇ ਆ ਵਾਲਾ ma ਉੱਪਰੋਂ ਚੱਕ ਲਿਆ ਤੇ r ਨੂੰ mg ਲੈ ਲਿਆ, ਤੇ ਇਹ ਇਥੋਂ ਕੈਲਕੂਲੇਟ ਕਰ ਲਈ ਮਿਊ into g ਕਰਕੇ, ਪਰ ਗਲਤ ਹੈ, ਇੱਥੇ ਕੋਈ ਗਲਤੀ ਹੈ, ਇਹਦੇ ਨਾਲ ਇਹ ਕਨਵਿੰਸ ਨਹੀਂ ਹੋਇਆ ਸਕਦਾ, ਇਹ ਤਾਂ ਗੱਲ ਗਲਤ ਹੈ, ਕਿਉਂਕਿ ਕਾਰ ਐਕਸਲਰੇਟ ਕਰਨੀ ਹੈ ਤੇ ਅਪਲਾਈਡ ਫੋਰਸ ਜ਼ਿਆਦਾ ਲਾਣਾ। ਆ ਜਿਹੜਾ ਇਹਨਾਂ ਨੇ ਯੂਜ਼ ਕਰ ਲਿਆ ਨਾ, ਇਹਨਾਂ ਨੇ ਫ੍ਰਿਕਸ਼ਨ ਨੂੰ ਬਿਲਕੁਲ ਉਹਦੇ ਬਰਾਬਰ ਯੂਜ਼ ਕਰ ਲਿਆ, ਜਦ ਕਿ ਇਹ ਪੋਸੀਬਲ ਨਹੀਂ ਹੈ। ਇਹਨਾਂ ਨੇ ਅਪਲਾਈਡ ਫੋਰਸ ਨੂੰ, ਜਿਵੇਂ ਮੈਂ ਹੁਣੀ ਤੁਹਾਨੂੰ ਬਾਰ-ਬਾਰ ਦੱਸ ਰਿਹਾ, ਜਾਂ ਤਾਂ ਕਾਰ ਪਹਿਲਾਂ ਉਹਦੇ ਮੋਸ਼ਨ 'ਚ ਹੁੰਦੀ ਫਿਰ ਇਹ ਗੱਲ ਸ਼ੋਰ ਠੀਕ ਸੀ। ਹੁਣ ਇਹ ਕਿਉਂ ਠੀਕ ਸੀ ਪਤਾ ਨਾ, ਕਿਉਂਕਿ ਜੇ ਕਾਰ ਪਹਿਲਾਂ ਉਹਦੇ ਮੋਸ਼ਨ 'ਚ ਆ ਰਹੀ ਹੋਇਆ, ਆਪਾਂ ਕਹਿੰਦੇ ਵੀ ਜਿਹੜਾ ਅਪਲਾਈਡ ਫੋਰਸ ਹੈ ਉਦੋਂ ਆਪਣਾ ਉਹ ਬਿਲਕੁਲ ਫ੍ਰਿਕਸ਼ਨ ਦੇ ਬਰਾਬਰ ਲਗਾਉਣ ਦੀ ਲੋੜ ਆ, ਪਰ ਫਿਰ ਤਾਂ ਆਪਾਂ ਨੂੰ, ਪਰ ਹੁਣ ਇਹ ਹੈ ਕਿ ਉਦੋਂ ਇਹਨੂੰ ਬਰਾਬਰ ਲੈ ਲਿਆ ਤਾਂ ਫਿਰ ਕਾਰ ਐਕਸਲਰੇਟ ਹੀ ਨਹੀਂ ਹੋ ਸਕਦੀ, ਐਕਸਲਰੇਟ ਕੇ 72 ਕਿਲੋਮੀਟਰ ਪ੍ਰਤੀ ਘੰਟਾ ਲੈ ਹੀ ਨਹੀਂ ਸਕਦੀ, ਉਹ ਪੋਸੀਬਲ ਨਹੀਂ ਹੈ।
ਹੋਰ ਕਿਸੇ ਦਾ ਕੋਈ opinion ਹੈਗਾ ਇਸ ਬਾਰੇ? ਦੇਖੋ ਕੋਈ ਤੁਸੀਂ ਵੀ ਆਰਗੂਮੈਂਟ ਕਰ ਸਕਦੇ ਹੋ ਇਸ ਤੇ ਕੋਈ। if you are agree with this solution, even then you can say that I am agreed. Aditi? ਸਰ ਮੈਨੂੰ ਵੀ ਨਹੀਂ ਕੁਝ ਪਤਾ ਲੱਗਿਆ। Anurag? ਸਰ ਸੇਮ ਸਰ ਪਤਾ ਨਹੀਂ ਲੱਗ ਰਿਹਾ। ਹਾਂ ਇਹਦੇ ਵਿੱਚ ਕੁਐਸਚਨ ਚ ਹੈਗੀ ਹੈ ਦਿੱਕਤ, ਇਹਨੂੰ ਛੱਡ ਦਿਓ ਫਿਲਹਾਲ ਤੁਸੀਂ ਆਹ ਕੁਐਸਚਨ ਨੂੰ। ਇਹ ਮੈਨੂੰ ਲੱਗਦਾ ਇਹ ਚ ਹੈ ਹੀ ਪ੍ਰੋਬਲਮ, ਕਿਉਂਕਿ ਇਹ ਕੁਐਸਚਨ ਮਤਲਬ ਹਾਊ ਕੈਨ ਯੂ ਇਮੇਜਿਨ, ਹੁਣ ਤੱਕ ਜਿਵੇਂ ਜਿਹੜੀ ਗੱਲ ਇਸ ਤੋਂ ਪਹਿਲਾਂ ਮੈਂ ਕਰ ਰਿਹਾ ਸੀ ਇਹ ਤਾਂ ਪਤਾ ਲੱਗ ਰਹੀ ਸੀ ਗੱਲ ਇਸ ਤੋਂ ਪਹਿਲਾਂ ਅਦਿਤੀ, ਜਿਹੜੀ ਮੈਂ ਪਿਊਸ਼ ਨੂੰ ਸਮਝਾ ਰਿਹਾ ਸ਼ੁਰੂ ਤੋਂ, ਉਹਦਾ ਗੱਲ ਪਤਾ ਲੱਗ ਰਹੀ ਸੀ ਕਿ ਨਹੀਂ? ਯੈਸ ਸਰ, ਉਹ ਤਾਂ ਸਾਰੀ ਸਮਝ ਆ ਗਈ। ਹਾਂ ਤੇ ਉਹ ਪਤਾ ਲੱਗ ਰਹੀ, ਇੱਥੇ ਬਸ ਇਹ ਦਿੱਕਤ ਆ ਥੋੜੀ ਜਿਹੀ ਨਾ, ਇਹਨਾਂ ਨੇ ਕਈ ਜਗ੍ਹਾ ਆ ਚੀਜ਼ ਨੂੰ ਯੂਜ਼ ਕਰ ਲਿਆ ਹੈ ਕਿ ਮੈਨੂੰ ਦੇਖਣਾ ਪੈਣਾ ਇਹਨੂੰ। ਆ ਥਰਡ ਵਾਲੀ ਦੇਖੀਏ 53rd ਨਹੀਂ ਤੈਨੂੰ ਪ੍ਰੋਬਲਮ ਲੱਗੀ ਪਿਊਸ਼? A body rolled on ice with a velocity of inna comes to rest after traveling inna. तो ਉਹ ਤਾਂ ਸਿੱਧੇ ਦੱਸ ਹੀ ਦਿੱਤਾ ਨੇ ਬੋਡੀ ਰੋਲ ਕਰਦੀ ਹੈ ਤਾਂ ਨਹੀਂ, ਇਹ ਤਾਂ ਠੀਕ ਹੈ, ਇਹ ਠੀਕ ਹੈ। ਦੇਖੋ ਆ ਕਿਉਂ ਠੀਕ ਹੈ ਦੱਸ ਦੇਣਾ ਤੈਨੂੰ, ਇਹ ਤਾਂ ਬਿਲਕੁਲ ਠੀਕ ਹੈ ਕਿਉਂਕਿ ਬੋਡੀ ਰੋਲਡ ਔਨ ਆਈਸ ਵਿਦ ਅ ਵੈਲੋਸਿਟੀ, ਇੱਕ ਬੋਡੀ ਆ ਇਹ ਆਈਸ ਪਈ ਹੋਈ ਆ, ਆਈਸ ਤੇ ਬੋਡੀ ਰੋਲ ਕਰਤੀ 8 ਮੀਟਰ ਪ੍ਰਤੀ ਸੈਕਿੰਡ ਤੇ ਉਹ ਬੋਡੀ ਆ ਜਾਂਦੀ ਹੈ ਰੈਸਟ ਤੇ ਬੋਡੀ ਨੂੰ ਇੱਥੋਂ ਰੈਸਟ ਤੇ ਆਉਣ ਦੇ ਲਈ ਸਿਰਫ ਇੱਕ ਫੋਰਸ ਰਿਸਪੌਂਸਿਬਲ ਲੱਗਦਾ ਰਿਹਾ, ਉਹ ਕੌਣ ਸੀ? ਫ੍ਰਿਕਸ਼ਨ, ਹਨਾ? ਤੇ ਆਪਾਂ ਕੀ ਤਾਂ ਬੋਡੀ ਲੱਗ ਗਿਆ ਕਮਸ ਟੂ ਰੈਸਟ। ਹਾਂਜੀ ਸਰ 4 ਮੀਟਰ ਦਾ ਡਿਸਟੈਂਸ ਵੀ ਹੈਗਾ ਵਾ, ਹੁਣ 4 ਮੀਟਰ ਦਾ ਡਿਸਟੈਂਸ ਲਿਆ, u ਲਈ ਆਪਾਂ 8, v ਲਈ 0, s ਲਿਆ 4 ਮੀਟਰ, ਐਕਸੈਲਰੇਸ਼ਨ ਕੱਢ ਲਈ, ਜਿਹੜੀ ਐਕਸੈਲਰੇਸ਼ਨ ਆਊਗੀ ਇੱਥੇ ਉਹ ਇਹਦੇ ਕਰਕੇ ਤਾਂ ਆਊਗੀ। ਸੋ ਇੱਥੇ ਆਪਾਂ ਫਿਰ ਜਿਹੜਾ ਫ੍ਰਿਕਸ਼ਨ ਹੈ ਯੈਸ ਸਰ ਜਿਹੜਾ ਉਹਨੂੰ ਇਕੁਅਲ ਟੂ ਮਾਸ ਇਨਟੂ ਐਕਸੈਲਰੇਸ਼ਨ ਕਰਤਾ, ਜਿਹੜੀ ਹਾਂਜੀ ਸਰ ਆ ਤਾਂ ਆ ਗਿਆ ਸਰ, ਜਿਹੜਾ μ ਇਨਟੂ r ਹੁੰਦਾ ਆ ਤੇ r ਜਿਹੜਾ ਇਸ ਕੇ μ ਇਨਟੂ mg ਹੁੰਦਾ ਆ, ਇੱਥੇ ਤਾਂ ਆ ਗਿਆ a ਇਕੁਅਲ ਟੂ μ ਜੀ, ਜਿਹੜੀ a ਓਵਰ g ਜੋ ਵੀ ਹੈ ਇੱਥੇ μ ਦੀ ਵੈਲਿਊ ਆ ਗਈ, ਸੌਰੀ a ਆਪਾਂ ਕੈਲਕੂਲੇਟ ਕਰ ਲਿਆ ਸੀ, g ਆਪਾਂ 9.8 ਹੁੰਦੀ ਹੈ, ਸੋ ਇੱਥੋਂ ਆ ਗਿਆ μ ਆ ਗਿਆ। ਪਰ ਆ ਗੱਲ ਗਲਤ ਆ, ਇੱਕ ਵਾਰ ਮੈਂ ਦੁਬਾਰਾ ਰੀਡ ਕਰਦਾ ਜਦੋਂ ਤੁਹਾਡੇ ਲਈ ਇੱਕ ਵਾਰ ਦੇਖਦਾ, ਤੁਸੀਂ ਸਾਰੇ ਰੀਡ ਕਰਕੇ ਦੇਖੋ ਕੁਐਸਚਨ ਕਿ ਦਾ ਕੋਐਫੀਸ਼ੀਐਂਟ ਆਫ, ਇੱਥੇ ਰੀਡ ਕਰੋ ਦੁਬਾਰਾ ਕਿਉਂਕਿ ਐਵੇਂ ਨਾ ਨਹੀਂ, ਦਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਬਿਟਵੀਨ ਦਾ ਗਰਾਊਂਡ ਐਂਡ ਦਾ wheels of a car moving on a horizontal road is 0.5. If the car starts from rest, what is the minimum distance in which it can acquire a speed of this much? ਇੱਥੇ ਜਿਹੜੀ ਚੀਜ਼ ਹੈ ਉਹ ਇੱਥੇ ਹੈ, ਆਈ ਥਿੰਕ ਮਿਨੀਮਮ ਡਿਸਟੈਂਸ ਉਹਨਾਂ ਨੇ ਲਿਮਿਟਿੰਗ ਪੋਜੀਸ਼ਨ ਲਈ। ਇਹ ਫਿਰ ਪ੍ਰੋਬਲਮ ਪਤਾ ਕਿਵੇਂ ਲਈ ਹੈ? ਹਾਂ ਇਹ ਪ੍ਰੋਬਲਮ ਉਦਾਂ ਹੀ ਹੈ, ਤੁਹਾਨੂੰ ਯਾਦ ਆ ਇੱਕ ਵਾਰ ਆਪਣੀ ਕਾਮਨ ਕਲਾਸ ਲੱਗ ਰਹੀ ਸੀ ਤੇ ਹਿਮਾਨੀ ਨੇ ਕੁਐਸਚਨ ਪੁੱਛਿਆ ਜਦੋਂ ਮੈਂ ਕਿਹਾ ਸੀ ਆ ਕਾਰ ਹੈ ਇਧਰੋਂ ਆ ਰਹੀ ਹੈ ਤੇ ਅੱਗੇ ਇੱਕ ਜਾ ਰਹੀ ਹੈ, ਇੱਕ ਕਾਰ ਇਧਰੋਂ ਇੱਧਰ ਆ ਰਹੀ ਹੈ, ਇਸ ਕਾਰ ਦੇ ਇਸ ਕਾਰ ਨੂੰ ਕਰਨ ਤੋਂ ਪਹਿਲਾਂ ਇਹਨੂੰ ਓਵਰਟੇਕ ਕਰਨਾ ਹੈ। ਯਾਰ ਯੈਸ ਸਰ, ਜਦੋਂ ਨੇ ਕਿਹਾ ਸੀ ਐਕਸੀਡੈਂਟ ਹੋ ਜੇ ਉਹ ਹੀ ਜਾਏਗਾ, ਹਾਂ ਮੈਂ ਉੱਥੇ ਮਿਨੀਮਮ ਐਕਸੈਲਰੇਸ਼ਨ ਕੱਢੀ, ਯੈਸ ਸਰ ਐਕਸੀਡੈਂਟ ਹੋ ਜਾਊਗਾ ਤਾਂ ਉਹ ਮਿਨੀਮਮ ਵਾਲੀ ਜਿਹੜੀ ਗੱਲ ਹੈ ਇੱਥੇ ਇਹਨਾਂ ਨੇ ਉਹ ਲਈ ਹੈ, ਕਿਉਂਕਿ ਵੈਸੇ ਵੀ ਇਹਨਾਂ ਨੇ ਨਾ ਅਪਲਾਈਡ ਫੋਰਸ ਦਿੱਤਾ ਨਾ ਕੁਝ ਦਿੱਤਾ, ਤਾਂ ਇੱਥੇ ਅੰਡਰਸਟੂਡ ਜਿਹੜੀ ਆਪਾਂ ਇਸ ਤਰ੍ਹਾਂ ਦੀ ਪ੍ਰੋਬਲਮ ਲਈ ਥੋੜਾ ਮੈਂਟਲੀ ਪ੍ਰਿਪੇਅਰ ਹੋਈਏ, ਬਜਾਏ ਇਹਨੂੰ ਗਲਤ ਕਹਿਣ ਦੇ ਆਪਾਂ ਇਹ ਸਮਝੀਏ ਕਿ ਜਦੋਂ ਆਪਾਂ ਨੂੰ ਮਿਨੀਮਮ ਡਿਸਟੈਂਸ ਕਿਹਾ ਨਾ ਉਹਨਾਂ ਨੇ ਕਿ ਕਿੰਨਾ ਉਹਨੂੰ ਟਰੈਵਲ ਕਰਨਾ ਪਏਗਾ, ਤਾਂ ਆਪਾਂ ਉਹਨੂੰ ਉਸ ਪੋਜੀਸ਼ਨ ਨੂੰ ਲਵਾਂਗੇ ਜਿਹੜੀ ਲਿਮਿਟਿੰਗ, ਬਹੁਤ ਲਿਮਿਟਿੰਗ ਪੋਜੀਸ਼ਨ ਹੈ ਕਿ ਉਹ ਹੁਣ ਫॉर ਐਗਜ਼ਾਮਪਲ ਤੁਹਾਨੂੰ ਪਤਾ ਕਿ ਇੱਥੋਂ ਬਾਡੀ ਨੂੰ ਜੋ ਚੱਕਣਾ ਹੁੰਦਾ ਆਪਾਂ ਮੰਨ ਲਓ ਆ ਬਾਡੀ m ਹੈ ਤੇ ਇਹ ਬਾਡੀ ਦਾ weight ਕਿੰਨਾ ਐਕਟ ਕਰਦਾ ਨੀਚੇ ਨੂੰ mg ਐਕਟ ਕਰਦਾ, ਇਹਨੂੰ ਜੇ ਹਾਈਟ h ਤੱਕ ਲੈ ਕੇ ਜਾਣਾ ਤੁਸੀਂ ਉੱਪਰ ਨੂੰ h ਤੇ ਵਰਕ ਡਨ ਕਿੰਨਾ ਕਰਨਾ ਪਏਗਾ? ਵਰਕ ਡਨ ਲਈ ਤੁਹਾਨੂੰ weight ਦੇ ਬਰਾਬਰ ਪਹਿਲਾਂ ਤਾਂ ਉਹਨੂੰ ਉੱਪਰ ਨੂੰ ਫੋਰਸ ਲਾਣਾ ਪੈਣਾ, ਫੋਰਸ ਲੱਗੇਗਾ ਨਾ ਉੱਪਰ ਲੈ ਜਾਣ ਲਈ, ਫੋਰਸ ਟੂ ਡਿਸਪਲੇਸਮੈਂਟ ਹੋਏਗਾ ਤਾਂ ਫੋਰਸ ਇਨਟੂ ਡਿਸਪਲੇਸਮੈਂਟ, ਫੋਰਸ ਕਿੰਨਾ ਲੱਗੇਗਾ? weight ਦੇ ਬਰਾਬਰ mgh, ਤਾਂ ਹੀ ਤਾਂ ਪੋਟੈਂਸ਼ੀਅਲ એનર્ਜੀ ਹੁੰਦੀ ਆ ਉਹ ਜਿਹੜਾ ਵਰਕ ਡਨ ਕਰਦੇ ਆ ਉੱਪਰ ਲੈ ਆਉਂਦੇ। ਪਰ ਹੁਣ ਤੁਹਾਨੂੰ ਵੀ ਪਤਾ ਕਿ ਜੇ ਫੋਰਸ ਲਗਾਓਗੇ ਤਾਂ ਉਹ weight ਚੱਕਿਆ ਨਹੀਂ ਜਾਣਾ, ਉਹ ਤਾਂ ਉੱਥੇ ਹੀ ਰਹਿਣਾ ਵਾ। ਜਿਹੜਾ ਇਹ ਤੋਂ ਉੱਪਰਲਾ f ਹੈ ਇਹ ਉਸ mg ਨਾਲੋਂ ਥੋੜਾ ਹੀ ਜ਼ਿਆਦਾ ਹੋਵੇ ਚਾਹੇ, ਬਟ ਇਟ ਹੈਜ਼ ਟੂ ਬੀ, ਹੈ ਕਿ ਨਹੀਂ? ਠੀਕ ਹੈ ਨਾ? ਯੈਸ ਸਰ। ਤਾਂ ਆਪਾਂ ਇੱਥੇ ਉਹ ਲਿਮਿਟਿੰਗ ਸਾਨੂੰ ਪਤਾ ਜ਼ਿਆਦਾ ਹੋਣਾ ਚਾਹੀਦਾ, ਕਿੰਨਾ ਜ਼ਿਆਦਾ? ਅੱਜ ਕੱਲ੍ਹ ਬਹੁਤ ਥੋੜਾ ਜਿਹਾ ਜ਼ਿਆਦਾ ਚੱਲਦਾ ਵੀ ਚੱਲ ਜਾਏਗਾ ਨਾ,
ਤੇ ਚਲੋ ਮੈਂ ਇਸ ਗੱਲ ਨੂੰ ਬਹੁਤ ਡਿਟੇਲ ਚ ਬਹੁਤ ਤਰੀਕੇ ਦੂਜੇ ਨਾਲ ਕਰੂੰਗਾ, ਤੁਹਾਨੂੰ ਸਮਝਾਊਂਗਾ ਕਿ ਬਿਲਕੁਲ ਬਰਾਬਰ ਹੀ ਕਿਉਂ ਲੈਣਾ ਚਾਹੀਦਾ ਹੈ f ਨੂੰ। ਬਟ ਸਟਿਲ ਮਤਲਬ ਮੈਂ ਇਹ ਕਹਿ ਰਿਹਾ ਕਿ ਜੋ ਉੱਪਰ ਲੈ ਕੇ ਜਾਣਾ, ਆਪਾਂ ਇੱਕ ਥਾਟ ਐਕਸਪੈਰੀਮੈਂਟ ਵੀ ਕਰ ਰਹੇ ਹਾਂ, ਤਾਂ ਆਪਾਂ ਕਹਿੰਦੇ f ਆਬਵੀਅਸਲੀ mg ਤੋਂ ਥੋੜਾ ਜਿਹਾ ਜ਼ਿਆਦਾ ਹੋਣਾ ਚਾਹੀਦਾ। ਆਪਾਂ ਕੀ ਕਰਦੇ ਹਾਂ, f ਨੂੰ mg ਦੇ ਬਰਾਬਰ ਲੈ ਕੇ ਆਪਣੀ ਕੈਲਕੂਲੇਸ਼ਨ ਕਰ ਲੈਂਦੇ ਹਾਂ ਉਹਦੇ। ਤਾਂ ਇੱਥੇ ਉਹਨਾਂ ਨੇ ਉਹੀ ਕੀਤਾ, ਜਿਹੜਾ ਫ੍ਰਿਕਸ਼ਨ ਹੈ ਫ੍ਰਿਕਸ਼ਨ ਦੇ ਬਰਾਬਰ ਹੀ ਉਹਨਾਂ ਨੇ ਅਪਲਾਈ ਫੋਰਸ ਇੱਥੇ ਲਗਾਇਆ ਵਾ, ਤੇ ਫਿਰ ਉਹਦੇ ਲਈ ਫਿਰ ਵੈਲਿਡ ਹੈ ਗੱਲ, ਫਿਰ ਤਾਂ ਉਹ ਵੈਲਿਡ ਹੋ ਗਈ ਗੱਲ ਸਾਰੀ। ਠੀਕ ਹੈ ਗੱਲ? ਸਰ ਕਿੱਦਾਂ ਸਰ ਸਮਝ ਨਹੀਂ ਲੱਗਿਆ ਸਰ। ਆ ਦੇ ਰਾ ਗੱਡੀ ਐ ਚੱਲ ਰਹੀ ਹੈ, ਆ ਫ੍ਰਿਕਸ਼ਨ ਹੈ, ਫ੍ਰਿਕਸ਼ਨ ਦੇ ਬਰਾਬਰ ਹੀ ਇਹਨਾਂ ਨੇ ਆ ਲੈ ਲਿਆ, ਅਜ਼ੂਮ ਕਰ ਲਿਆ ਆਪਣਾ ਫੋਰਸ ਜਿਹੜਾ ਲੱਗ ਰਿਹਾ, ਤੇ ਬੋਡੀ 'ਚ ਐਕਸਲਰੇਸ਼ਨ ਗਿਵਨ ਹੈ ਜੀ? ਨਹੀਂ, ਐਕਸਲਰੇਸ਼ਨ ਗਿਵਨ ਨਹੀਂ ਹੈ ਆਪਾਂ ਨੂੰ। मैंने कहा हमारे तो मिनिमम डिस्टेंस पता करना है ਆਪਾਂ। ਸੋ ਆਪਾਂ डिस्टेंस पता करना है। ਕਾਰ ਦੀ ਇਨੀਸ਼ੀਅਲ ਵੈਲੋਸਿਟੀ 0 ਹੈ, ਫਾਈਨਲ ਵੈਲੋਸਿਟੀ ਗਿਵਨ ਹੈ, ਤੇ ਆ डिस्टेंस ਆਪਾਂ ਦੇਖਣਾ ਕਿੰਨਾ ਹੈ, ਪਰ ਆਪਾਂ ਨੂੰ ਆ ਵੀ ਨਹੀਂ ਪਤਾ ਕਿ ਉਹਦੀ ਐਕਸਲਰੇਸ਼ਨ ਕਿੰਨੀ ਹੈ। ਆਪਾਂ ਕਹੇ ਵੀ ਆ ਐਕਸਲਰੇਸ਼ਨ ਚ ਇੰਨੀ ਪ੍ਰੋਡਿਊਸ ਹੋਏਗੀ ਜਿੰਨੀ ਆ f = ma, ਜਿਆਦਾ ਕਿ ਆਬਵੀਅਸਲੀ ਇੱਥੇ ਗੱਲ ਹੈ ਕਿ ਇਹ ਜ਼ਿਆਦਾ ਹੋਣਾ ਚਾਹੀਦਾ ਉਸ ਤੋਂ। f ma ਪ੍ਰੋਡਿਊਸ ਨਹੀਂ ਕਰ ਪਾਏਗਾ ਕਿਉਂਕਿ ਉਹ f ਤੇ f ਅਗਰ ਬਰਾਬਰ ਰਹਿਣਗੇ, ਪਰ ਇੱਥੇ ਆਪਾਂ ਉਹੀ ਕਹਿ ਰਹੇ f ਇਹ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਉਹਨਾਂ ਨੇ ਇਕੁਅਲ ਲੈ ਕੇ ਲਿਮਿਟਿੰਗ ਵੈਲਿਊ ਜੀ ਕੈਲਕੂਲੇਟ ਕੀਤੀ ਹੈ ਮਿਨੀਮਮ ਵਾਲੀ, ਵੀ ਇਸ ਤੋਂ ਤਾਂ ਘੱਟੋ ਘੱਟ ਜ਼ਿਆਦਾ ਹੀ ਡਿਸਟੈਂਸ ਹੋਏਗਾ। ਇਹ ਡਿਸਟੈਂਸ ਹੋ ਜਾਏਗਾ 40 ਮੀਟਰ ਹੈ ਨਾ, 40 ਮੀਟਰ ਤੋਂ ਤਾਂ ਜ਼ਿਆਦਾ ਹੀ ਉਹਨੂੰ ਕਵਰ ਕਰਨਾ ਪੈ ਜਾਏਗਾ, ਇਹ ਗੱਲ ਸ਼ੋਰ। ਤੇ f = ma ਜਦੋਂ ਕਰਤਾ ਤਾਂ ਤੂੰ ਇਹਨੂੰ ਦੇਖ ਹੁਣ, ਤੇ f = ma ਦੇ ਇਹੀ ਫ੍ਰਿਕਸ਼ਨ ਜਿਹੜਾ ਹੁੰਦਾ μ * ਕੀ ਹੁੰਦਾ r, ਯਾਨੀ μ * mg। ਇਹਦਾ ਮਤਲਬ ਦੋਨੋਂ ਬਰਾਬਰ ਹੋ ਗਏ ਆਪਣੇ ਕੋਲ, ਯਾਨੀ μ * mg ਜਿਹੜਾ ਬਰਾਬਰ ਆਏਗਾ m * a। m ਨਾਲ m ਕੱਟਿਆ ਜਾਏਗਾ ਤਾਂ ਮਾਸ ਦੀ ਕੋਈ ਲੋੜ ਨਹੀਂ ਪੈਣੀ, μ = a/g। ਆ ਉਹਨਾਂ ਨੇ ਯੂਜ਼ ਕੀਤਾ, g ਮਲਟੀਪਲਾਈ ਕਰਤਾ, μ ਗਿਵਨ ਸੀਗਾ। ਐਕਸਲਰੇਸ਼ਨ ਆ ਗਈ, ਐਕਸਲਰੇਸ਼ਨ ਇੱਥੇ ਵਰਤ ਲਈ ਤੇ s ਪਤਾ ਕਰ ਲਿਆ। ਹਾਂਜੀ ਪਿਊਸ਼? ਹਾਂਜੀ ਸਰ ਠੀਕ ਹੈ ਸਰ। ਠੀਕ ਹੈ, ਯਾਨੀ ਕਿ ਇਹ ਹੈ ਤਾਂ ਇਹ ਆਬਵੀਅਸਲੀ ਮੈਂ ਉਹੀ ਕਹਿ ਰਿਹਾ, f ਜਿਹੜਾ ਓਵਰਲੈਪ ਉਹ f ਦੇ ਬਰਾਬਰ ਲੈਣਾ ਠੀਕ ਤਾਂ ਨਹੀਂ ਹੈ, ਪਰ ਉਹ ਮਿਨੀਮਮ ਡਿਸਟੈਂਸ ਕੈਲਕੂਲੇਟ ਕੀਤਾ ਵੀ ਮਿਨੀਮਮ ਇਹ ਆ, ਮੈਂ ਇਸ ਤੋਂ ਤਾਂ ਜ਼ਿਆਦਾ ਹੀ ਲੈਣਾ ਪੈਣਾ, ਇਸ ਤੋਂ ਜ਼ਿਆਦਾ ਹੀ ਮਿਨੀਮਮ 40 ਮੀਟਰ ਦਾ ਮਿਨੀਮਮ ਆ, ਇੰਨਾ ਤਾਂ ਉਹ ਕਵਰ ਕਰ ਹੀ ਜਾਏਗੀ ਇੰਨੀ ਵੈਲੋਸਿਟੀ ਅਟੇਨ ਕਰਦੇ ਕਰਦੇ, ਪਰ ਸ਼ਾਇਦ ਉਸ ਤੋਂ ਜ਼ਿਆਦਾ ਹੀ ਕਰੇਗੀ। ਠੀਕ ਹੈ, ਸੋ ਇੱਥੇ ਆਪਾਂ ਜਦੋਂ ਬਾਕੀ ਸਾਰੀ ਬਲੈਂਕ ਸੀ ਇਨਫੋਰਮੇਸ਼ਨ ਤਾਂ ਆਪਾਂ ਫਿਰ ਉਹਨੂੰ ਇਸ ਤਰ੍ਹਾਂ ਯੂਜ਼ ਕਰਾਂਗੇ। ਤੇ ਤਾਂ ਕਈ ਜਗ੍ਹਾ ਯੂਜ਼ ਕਰਦੇ ਫਿਜ਼ਿਕਸ, ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ mgh ਵਾਲੇ ਫਾਰਮੂਲੇ ਨੂੰ ਕੱਢਣ ਲਈ। ਹਾਂਜੀ ਸਰ। ਹਾਂਜੀ ਸਰ ਡਾਊਟ ਸਰ ਇਹਦੇ ਕੁਐਸਚਨ ਦੇ ਜੀ ਸਰ, ਅਗਰ ਉਹਨਾਂ ਨੇ ਸਰ ਫ੍ਰਿਕਸ਼ਨਲ ਫੋਰਸ ਬਰਾਬਰ ਲੈ ਲਈ f net ਦੇ, ਦੈਨ ਸਰ ਐਕਸਲਰੇਸ਼ਨ ਤਾਂ ਹੋਣੀ ਨਹੀਂ ਚਾਹੀਦੀ। ਹਾਂ ਤਾਂ ਉਹੀ ਤਾਂ ਗੱਲ ਕਰ ਰਿਹਾ, ਮੈਂ ਉਹੀ ਤਾਂ ਗੱਲ ਕਹਿ ਰਿਹਾ, ਉਹਨਾਂ ਨੇ ਬਰਾਬਰ ਲੈ ਲਈ, ਉਦੋਂ ਤਾਂ ਉਹ ਹੋਣੀ ਹੀ ਨਹੀਂ ਚਾਹੀਦੀ, ਜਿਹੜੀ ਮਤਲਬ ਆਪਣੀ ਉਹ ਹੈਗੀ ਆ, ਕਹਿੰਦੇ ਆ ਬੋਡੀ ਮੂਵ ਹੀ ਨਹੀਂ ਕਰਨੀ ਚਾਹੀਦੀ, ਤੇ ਨਾ ਹੀ ਐਕਸਲਰੇਟ ਹੋ ਪਾਏਗੀ ਉਹ। ਸੋ ਆਬਵੀਅਸਲੀ ਉਹ ਤੋਂ ਥੋੜੀ ਜਿਹੀ ਜ਼ਿਆਦਾ ਲੈਣੀ ਪਏਗੀ ਹੈ ਨਾ। ਉਹਨਾਂ ਨੇ ਮਿਨੀਮਮ 19 ਕੁ ਲੈ, ਜਿਹਦੇ ਨਾਲ ਕਿ ਜਸਟ ਮੇਨਟੇਨ ਕਰਦਾ ਫ੍ਰਿਕਸ਼ਨ ਨੂੰ। ਉਸ ਤੋਂ ਬਾਅਦ ਉਹਨੂੰ ਲੈ ਕੇ ਡਿਸਟੈਂਸ ਕੱਢ ਲਿਆ ਉਹਨਾਂ ਨੇ, ਐਕਸਲਰੇਸ਼ਨ ਕੱਢ ਕੇ ਡਿਸਟੈਂਸ ਕੱਢ ਲਿਆ, ਬਾਕੀ ਸਾਰਾ ਕੁਝ ਕਰਕੇ, ਤੇ ਉਹ ਕਹਿੰਦੇ ਵੀ ਇੰਨਾ 40 ਮੀਟਰ ਮਿਨੀਮਮ ਡਿਸਟੈਂਸ ਆ। ਮੈਂ ਤੁਹਾਨੂੰ ਕਿਹਾ ਨਾ ਸਟੇਟਮੈਂਟ ਤਾਂ ਹੀ ਦੁਬਾਰਾ ਪੜ੍ਹੀ ਆ, what is the distance ਦੀ ਬਜਾਏ ਉਹਨਾਂ ਨੇ what is the minimum distance ਕਿਹਾ ਸੀ, ਮਿਨੀਮਮ ਡਿਸਟੈਂਸ। ਤੇ ਉੱਥੇ ਵੀ ਕੀ ਸੀਗਾ, ਮਿਨੀਮਮ ਐਕਸਲਰੇਸ਼ਨ ਕਹੀ ਸੀ ਉਹਨਾਂ ਨੇ, ਆਕਾਰ a ਨੂੰ ਆ ਰਹੀ, a ਨੂੰ ਓਵਰਟੇਕ ਕਰੇ, ਇਸ ਤੋਂ ਪਹਿਲਾਂ ਇਹਨੂੰ ਓਵਰਟੇਕ ਕਰਨੀ ਹੈ। ਆਪਾਂ ਇਹਨੂੰ ਇਹਦੇ ਬਰਾਬਰ ਲਿਆਉਣ ਦੀ ਹੀ ਗੱਲ ਕੀਤੀ ਸੀ ਨਾ ਡਿਸਟੈਂਸ, ਜਦ ਕਿ ਇਸ ਤੋਂ ਥੋੜਾ ਜ਼ਿਆਦਾ ਅੱਗੇ ਜਾਣਾ ਚਾਹੀਦਾ ਇਹਨੂੰ, ਹਨਾ, ਪਰ ਆਪਾਂ ਇਹਦੇ ਬਰਾਬਰ ਲੈ ਕੇ ਕੈਲਕੂਲੇਸ਼ਨ ਕੀਤੀ ਸੀ ਸਾਰੀ, ਸਭ ਹੋ ਗਿਆ ਸੀ ਨਾ। ਜੇ ਆਪਾਂ ਮਿਨੀਮਮ ਐਕਸਲਰੇਸ਼ਨ ਪਤਾ ਕੀਤੀ ਵੀ ਇੰਨੀ ਮਿਨੀਮਮ ਹੋਏਗੀ ਤਾਂ ਇੱਥੇ ਪਹੁੰਚੇਗੀ, ਮਤਲਬ ਅਸਲ ਵਿੱਚ ਉਸ ਤੋਂ ਥੋੜੀ ਜੀ ਜ਼ਿਆਦਾ ਹੋਏਗੀ। ਹਾਂਜੀ ਠੀਕ ਹੈ, ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਆ, ਇਹਦੇ ਨਾਲ ਆਪਾਂ ਸਿੱਖਣਾ ਹੈ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਪੁੱਛੀਆਂ ਤਾਂ ਆਪਾਂ ਨੂੰ ਕਿਵੇਂ ਟੈਕਲ ਕਰਨੀ ਹੈ। ਹੁਣ ਪਤਾ ਲੱਗਿਆ? ਹਾਂਜੀ ਸਰ ਲੱਗ ਗਿਆ। ਅਦਿਤੀ ਸਰ ਹਾਂਜੀ ਬੋਲੋ। ਸਰ ਮੈਂ ਇਹ ਕਹਿ ਰਹੀ ਵੀ ਇਹਨਾਂ ਨੇ ਮਿਨੀਮਮ ਡਿਸਟੈਂਸ ਕਿਹਾ ਹੈ, ਤਾਂ ਫਿਰ ਆਪਾਂ ਨੂੰ ਫੋਰਸ ਜ਼ਿਆਦਾ ਤੋਂ ਜ਼ਿਆਦਾ ਨਹੀਂ ਲਗਾਉਣੀ ਪਊਗੀ ਵੀ ਥੋੜੀ ਜਿਹੀ ਡਿਸਟੈਂਸ 'ਚ ਹੀ ਇੰਨੀ ਸਪੀਡ ਹੋ ਜੇ 72? ਨਹੀਂ, ਫ੍ਰਿਕਸ਼ਨ ਜਿਹੜਾ ਹੈਗਾ ਨਾ, ਉਹਨਾਂ ਨੇ ਫ੍ਰਿਕਸ਼ਨ ਨੂੰ ਓਵਰਕਮ ਕਰਦੇ ਹੋਏਗਾ, ਕਿਉਂਕਿ ਉਸ ਤੋਂ ਪਹਿਲਾਂ ਤਾਂ ਐਕਸਲਰੇਟ ਹੀ ਨਹੀਂ ਕਰਾ ਪਾਏਂਗੇ ਆਪਾਂ। ਹਾਂ ਸਰ, ਫਿਰ ਘੱਟ ਤੋਂ ਘੱਟ ਡਿਸਟੈਂਸ ਤਾਂ ਫਿਰ ਹੀ ਜਦੋਂ ਆਪਾਂ ਜ਼ਿਆਦਾ ਤੋਂ ਜ਼ਿਆਦਾ ਫੋਰਸ ਲਗਾਵਾਂਗੇ। ਨਹੀਂ, ਆਪਾਂ ਇੱਥੇ ਗੱਲ ਕਰ ਰਹੇ ਹਾਂ ਇਸ ਡਿਸਟੈਂਸ ਦੀ ਕਿ 40 ਮੀਟਰ ਉਹਨੂੰ ਮਿਨੀਮਮ ਕਰਨਾ ਪਏਗਾ। ਹੁਣ ਜ਼ਿਆਦਾ ਤੋਂ ਜ਼ਿਆਦਾ ਫੋਰਸ ਦਾ ਮਤਲਬ ਐ ਆ, ਫੋਰਸ ਨੂੰ ਤੁਸੀਂ ਕਿੰਨਾ ਕੁ ਲਗਾਓਗੇ, ਮਤਲਬ ਇਨਫਾਈਨਾਈਟ ਕਰ ਲਓਗੇ ਉਹਨੂੰ, ਜਾਂ ਉਸ ਵਿੱਚ ਲੈ ਜਾਓਗੇ, ਐ ਸੋਚ ਰਹੇ ਹੋ? ਜਾਂ ਤਾਂ ਕਿ ਕਾਰ ਹੈਗੀ ਉਹ ਰੈਸਟ ਤੇ ਪਈ ਹੈ, ਠੀਕ ਹੈ ਨਾ, ਸਿੱਧਾ ਸਵਾਲ ਇਹ ਹੈ ਕਿ ਕਾਰ ਰੈਸਟ ਤੇ ਪਈ ਹੈ ਤੇ ਇਹਨੂੰ ਆਪਾਂ ਫੋਰਸ ਦੇਣਾ ਵਾ, ਤੇ ਇਹਨੂੰ ਇੱਥੇ ਐਕਸਲਰੇਸ਼ਨ ਤੱਕ ਲੈ ਕੇ ਆਣਾ ਵਾ। ਠੀਕ ਆ, ਆ ਜਿਹੜਾ ਅਪਲਾਈਡ ਫੋਰਸ ਲੈ ਰਹੇ ਨੇ ਇੱਥੇ ਇਹ ਫ੍ਰਿਕਸ਼ਨ ਦੇ ਬਰਾਬਰ ਲੈ ਰਹੇ ਨੇ, ਯਾਨੀ ਕਿ ਬੋਡੀ ਬੇਸਿਕਲੀ ਐਕਸਲਰੇਟ ਨਾ ਕਰ ਰਹੀ ਉਹ ਸਿਚੁਏਸ਼ਨ 'ਚ ਆਪਾਂ ਲੈ ਰਹੇ ਹਾਂ, ਹਨਾ। ਆਪਾਂ ਇਸ ਫੋਰਸ ਨੂੰ ਥੋੜਾ ਜਿਹਾ ਵੀ ਵਧਾਵਾਂਗੇ ਤਾਂ ਬੋਡੀ ਐਕਸਲਰੇਟ ਕਰੇਗੀ। ਐਕਚੁਅਲੀ ਨਾ ਇੱਥੇ ਜਿਹੜਾ ਫ੍ਰਿਕਸ਼ਨ ਨੂੰ ਇਹ ਐ ਲੈ ਕੇ ਜਾ ਰਹੇ, ਇਹਨਾਂ ਨੂੰ ਇੱਥੇ ਮੈਂਸ਼ਨ ਕਰਨਾ ਚਾਹੀਦਾ, ਇਹ ਗੱਲ ਤੇ ਠੀਕ ਵੀ ਹੈ ਵੈਸੇ, ਕਿ ਫ੍ਰਿਕਸ਼ਨ ਦੇ ਅਗੇਂਸਟ ਕਰਦੇ ਹੋਏ, ਮਤਲਬ ਉਹਨੂੰ ਟੈਕਲ ਕਰਦੇ ਹੋਏ
ਮਿਨੀਮਮ ਕਿੰਨੀ ਅਸੀਂ ਉਹ ਕਰਾਂਗੇ ਐਕਸੈਲਰੇਸ਼ਨ ਪ੍ਰੋਡਿਊਸ ਕਰ ਪਾਵਾਂਗੇ ਉਹ 'ਚ ਮਿਨੀਮਮ ਐਕਸੈਲਰੇਸ਼ਨ ਬੇਸਿਕਲੀ ਜਿਹਦੇ ਕਰਕੇ ਕਿ ਆ ਸਭ ਕੰਮ ਕਰੀਏ ਆਪਾਂ ਇਹ ਤਾਂ ਮਿਨੀਮਮ ਐਕਸੈਲਰੇਸ਼ਨ ਹੋਣਾ ਚਾਹੀਦਾ ਮਿਨੀਮਮ ਡਿਸਟੈਂਸ ਕਰਕੇ ਉਸ ਐਕਸੈਲਰੇਸ਼ਨ ਦੇ ਕੋਰਸਪੋਂਡਿੰਗਲੀ ਡਿਸਟੈਂਸ ਕੈਲਕੂਲੇਟ ਕੀਤਾ ਜਿਵੇਂ ਬੇਸਿਕਲੀ ਆ ਪਤਾ ਕੀ ਹੈ ਮਿਨੀਮਮ ਇੱਕ ਤਰ੍ਹਾਂ ਦੀ ਮਿਨੀਮਮ ਐਕਸੈਲਰੇਸ਼ਨ ਆ ਬੇਸਿਕਲੀ ਹੈ ਜਿਹੜੀ ਉਸ ਕਾਰ ਨੂੰ ਉਸ ਫ੍ਰਿਕਸ਼ਨ ਦੇ ਤੋਂ ਓਵਰਕਮ ਕਰਨ ਦੀ ਲੋੜ ਪਏਗੀ ਪਰ ਉਸ ਤੋਂ ਉਹਦੇ ਕੋਰਸਪੋਂਡਿੰਗਲੀ ਬਾਅਦ ਡਿਸਟੈਂਸ ਇਹਨਾਂ ਨੇ ਕੈਲਕੂਲੇਟ ਕੀਤਾ ਠੀਕ ਹੈ ਸੋ ਥੋੜੀ ਜਿਹੀ ਆ ਇਦਾਂ ਦੀ ਚੀਜ਼ਾਂ ਜਿੱਥੇ ਥੋੜਾ ਜਿਹਾ ਜਿਵੇਂ ਚੀਜ਼ਾਂ ਡਾਊਟਫੁਲ ਹੋ ਜਾਂਦੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਆਪਣੀ ਸਾਰੀ ਥਿਉਰੀ ਬਿਲਕੁਲ ਉਲਟਾ ਯਾਨੀ ਉਲਟ ਨਹੀਂ ਹੈ ਪਰ ਸਾਰੀ ਥਿਉਰੀ ਬਿਲਕੁਲ ਕਲੀਅਰ ਆ ਉੱਥੇ ਜਾਂ ਤਾਂ ਐਕਸਲਰੇਟ ਆਪਾਂ ਕਰਾ ਰਹੇ ਹਾਂ ਜਾਂ ਨਹੀਂ ਕਰਾ ਰਹੇ ਹਾਂ ਤੇ ਜਦੋਂ ਆਪਾਂ ਨੂੰ ਕਹਿ ਹੀ ਦਿੱਤਾ ਵਰਕ ਡਨ ਅਗੇਂਸਟ ਫ੍ਰਿਕਸ਼ਨ ਤਾਂ ਫ੍ਰਿਕਸ਼ਨ ਦੇ ਬਰਾਬਰ ਫੋਰਸ ਲੈ ਰਹੇ ਆ ਅਪਲਾਈਡ ਵਾਲਾ ਜਿਵੇਂ ਮੈਂ ਹੁਣ 120 ਜੂਲ ਤੇ 80 ਜੂਲ ਵਾਲੀ ਐਗਜ਼ਾਮਪਲ ਲੈ ਰਿਹਾ ਸੀ ਪਿਊਸ਼ ਦੇ ਲਈ ਪਰ ਇੱਥੇ ਇਸ ਸਿਚੁਏਸ਼ਨ ਬਿਲਕੁਲ ਥੋੜੀ ਹੈ ਇਹਨੂੰ ਕੀ ਵੈਲ ਡਿਫਾਈਨਡਨੈਸ ਦੀ ਦਿੱਕਤ ਹੈ ਕਿ ਕੋਈ ਇਹਨੂੰ ਕਿਵੇਂ ਸਮਝ ਸਕਦਾ ਹੈ ਕੋਈ ਇਹਨੂੰ ਕਿਸੇ ਹੋਰ ਤਰ੍ਹਾਂ ਵੀ ਲੈ ਸਕਦਾ ਹੈ ਇਹ ਤਾਂ ਜੇ ਸੋਲੂਸ਼ਨ ਇੱਥੇ ਨਾ ਗਿਵਨ ਹੁੰਦਾ ਤਾਂ ਸ਼ਾਇਦ ਪਿਊਸ਼ ਕਿਸੇ ਹੋਰ ਤਰ੍ਹਾਂ ਹੀ ਕੁਝ ਸੋਚ ਰਿਹਾ ਹੁੰਦਾ ਇਹਦੇ ਬਾਰੇ ਜਾਂ ਫਿਰ ਇਹੀ ਸੋਚ ਫਿਰ ਇਹ ਇਹੀ ਸੋਚ ਰਿਹਾ ਹੁੰਦਾ ਹਾਂ ਪਿਊਸ਼ ਹਾਂਜੀ ਸਰ ਫਿਰ ਤੂੰ ਕਹਿਣਾ ਮਾਸ ਹੈ ਨਹੀਂਗਾ ਇੱਥੇ ਵੀ ਮਾਸ ਚਾਹੀਦਾ ਵਾ μ * mg ਆ ਜੋ ਵੀ ਕਰਾਂਗੇ ਤਾਂ ਫਿਰ ਮਾਸ ਨਾ ਹੋਣ ਦੇ ਕਰਕੇ ਤੂੰ ਫੋਰਸ ਨੂੰ ਹੀ ਮਾਸ ਦੀ ਟਰਮ 'ਚ ਲੈ ਲੈਂਦਾ ਤੇ ਫਿਰ ਐਕਸੈਲਰੇਸ਼ਨ ਜਾਂ ਕੱਢਣਾ ਤਾਂ ਫਿਰ ਆਪਣੇ ਲਈ ਔਖਾ ਹੋ ਜਾਣਾ ਸੀ ਕਿਉਂਕਿ ਆਪਾਂ ਨੂੰ ਹੋਰ ਕੁਝ ਹੈ ਹੀ ਨਹੀਂ ਗਿਵਨ ਇਨਫੋਰਮੇਸ਼ਨ ਸੋ ਉਹਨਾਂ ਨੇ ਇਸ ਚੀਜ਼ ਨੂੰ ਇਸ ਤਰ੍ਹਾਂ ਟੈਕਲ ਕੀਤਾ ਆ ਕਿ ਮਿਨੀਮਮ ਐਕਸੈਲਰੇਸ਼ਨ ਕਿੰਨੀ ਪ੍ਰੋਡਿਊਸ ਹੋਈ ਉਹਨੂੰ ਲਿਆ ਵਾ ਇੱਥੇ ਹੋ ਸਕਦਾ ਕੁਐਸਚਨ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ ਬੁੱਕ ਹੈਗੀ ਹੈ ਕੋਈ ਏਡੀ ਵੱਡੀ ਗੱਲ ਨਹੀਂ ਹੈ 54 ਦਾ ਮੈਂ ਨੋਟ ਕਰ ਲੈਣਾ ਇਹਨੂੰ ਤੇ ਮੈਂ ਵੀ ਦੇਖਾਂਗਾ ਕਿ ਇਹਨੂੰ ਇਹਨਾਂ ਨੇ ਹੋਰ ਕਿਸੇ ਤਰ੍ਹਾਂ ਕਿਤੇ ਟੈਕਲ ਕੀਤਾ ਹੋਵੇ ਤੇ ਕਈ ਸਿਮਿਲਰ ਟਾਈਪ ਆਫ ਕੁਐਸਚਨਸ ਨੂੰ ਆਪਾਂ ਡਿਸਕਸ ਕਰਾਂਗੇ ਦੁਬਾਰਾ ਠੀਕ ਹੈ ਜੀ ਗੱਲ ਹਾਂਜੀ ਸਰ ਬਾਕੀ ਡਾਊਟਸ ਤਾਂ ਨਹੀਂ ਹੁਣ ਹੈਗੇ ਕੋਈ ਉੱਪਰ ਲਿਆਂਦੇ ਹੋਏ ਬਾਡੀ ਨੂੰ ਨੀਚੇ ਲਿਆਂਦੇ ਹੋਏ ਬਾਡੀ 'ਚ ਕਿ ਐਕਸੈਲਰੇਸ਼ਨ ਕਿੰਨੀ ਪ੍ਰੋਡਿਊਸ ਹੋਈ ਉਹ ਸਾਰਾ ਕੁਝ ਐਂਗਲ ਆਫ ਰਿਪੋਜ਼ ਐਂਗਲ ਆਫ ਫ੍ਰਿਕਸ਼ਨ ਐਂਡ ਆਲ ਦੈਟ ਠੀਕ ਹੈ ਗੱਲ ਪਿਊਸ਼ ਕਿਉਂ ਵੀ ਹੈਗਾ ਹਾਂਜੀ ਹਾਂਜੀ ਰਾਜਵੀਰ ਸਿੰਘ ਸਰ ਜਿਹੜੇ ਕੱਲ ਤੁਸੀਂ ਨੋਟਸ ਭੇਜੇ ਸੀ ਨਾ ਸਰ ਉਹਨਾਂ ਦੇ ਜਿਹੜੇ ਵਿਦਆਊਟ ਐਕਸਲਰੇਸ਼ਨ ਵਾਲੇ ਕੇਸ ਹੈ ਹਾਂ ਉਹਨਾਂ 'ਚ ਸਾਰਿਆਂ 'ਚ ਸਰ ਇਦਾਂ ਲਿਖਿਆ ਹੋਇਆ ਕਿ ਨਾ ਕਿ ਬਸ ਜਸਟ ਸਲਾਈਡ ਡਾਊਨ ਦ ਬੋਡੀ ਹਾਂ ਸਰ ਉਹਦੇ ਬਾਰੇ ਦੱਸਿਓ ਸਰ ਨਹੀਂ ਉਹੀ ਹੈ ਨਾ ਜਿਵੇਂ ਕਹਿੰਦਾ ਮੈਂ ਜਸਟ ਸਲਾਈਡ ਡਾਊਨ ਜਿਹੜੇ ਵਿਦਆਊਟ ਐਕਸਲਰੇਸ਼ਨ ਵਾਲੇ ਕੇਸ ਹੈ ਹਾਂਜੀ ਸਰ ਆਪ ਚ ਪੜ ਰਹੇ हैं कि ਉਹ ਚ ਪੜ ਰਹੇ हैं मेरे मैं जो आप लिखे ਸੀ थे ਨਹੀਂ ਸਰ ਜਿਹੜੇ ਤੁਸੀਂ ਭੇਜੇ ਸੀਗੇ ਉਹ ਬੁੱਕ 'ਚ ਪੇਜ देखो जस्ट स्लाइड डाउन ਹੁਣ ਜਿਵੇਂ ਅਲੱਗ-ਅਲੱਗ ਸਿਚੁਏਸ਼ਨ ਚ ਯੂਜ਼ ਕੀਤਾ ਜਾ ਸਕਦਾ ਨਾ ਹੁਣ ਜਿਹੜੀ ਅੱਛਾ ਆਈ ਕਿਤਾਬ ਦੀ ਤਸਵੀਰਾਂ ਕਹਿ ਰਿਹਾ ਤੂੰ ਚੱਲ ਤੈਨੂੰ ਕਿਤਾਬ ਖੋਲ ਕੇ ਦਿਖਾਣਾ ਫਿਰ ਦੱਸ ਮੈਨੂੰ ਕਿੱਥੇ ਆ ਕਿਉਂਕਿ ਹੁਣ ਜਸਟ ਸਲਾਈਡ ਡਾਊਨ ਨੂੰ ਕਿੱਥੇ ਵਰਤਿਆ ਗਿਆ ਹੋਵੇ ਕਿਵੇਂ ਵਰਤਿਆ ਗਿਆ ਹੋਵੇ ਕੋਈ ਉਹ ਨਹੀਂਗਾ friction ਦੱਸ ਵੀ ਕਿੱਥੇ ਹਾਂਜੀ ਕੀ ਗੱਲ ਕਰ ਰਹੇ ਨੇ ਇਹ ਚ ਕਹਿ ਰਹੇ ਕਿ ਇਸ ਤੋਂ ਅਗਲੇ ਚ ਕਹਿ ਰਹੇ ਆ ਰਾਜਵੀਰ ਸੌਰੀ कनेक्शन टूट गया तेरा राजवीर हाँ जी सर हाँ जी दसो ये कितने प्रॉब्लम आ सर थल्ले लिखा हुआ है ना सर वर्क डन इन मूविंग अ बॉडी डाउन एन इंक्लाइंड प्लेन इन लास्ट लाइन डाउन last line is placed on the inclined plane suppose the angle of inclination is less than the angle of repose so theta less than angle of repose ਹੈਗਾ ਮਤਲਬ ਕਹਿੰਦਾ ਆਪਾਂ ਪਹਿਲਾਂ ਇਹਨਾਂ ਨੂੰ ਦੱਸਤਾ ਵੀ ਜੇ ਥੀਟਾ ਜ਼ਿਆਦਾ ਹੈਗਾ ਤਾਂ ਆਪ ਹੀ ਗਿਰ ਜਾਣੀ ਨੀਚੇ ਫਿਰ ਥੋੜੀ ਲੈਣੀ ਪੈਣੀ ਨੀਚੇ ਹੈ ਨਾ हाँ जी सर ਤੇ ਆ ਬਾਡੀ ਆ ਫੋਰਸ p is applied to just slide down the body so p ਆਪਾਂ ਉਹਨਾਂ ਅਪਲਾਈ ਕਰਨਾ ਵੀ ਜਸਟ ਸਲਾਈਡ ਕਰੇ ਤਾਂ ਸਲਾਈਡ ਜਸਟ ਸਲਾਈਡ ਕਰਨ ਦਾ ਮਤਲਬ ਹੈ ਕਿ ਇਹ ਪਿੱਛੇ ਲੱਗਣ ਵਾਲੇ ਆ ਫ੍ਰਿਕਸ਼ਨ ਨੂੰ ਜਿਹੜੀ ਆ ਉਹ ਓਵਰਕਮ ਕਰੇ ਆ ਜਿਹੜਾ ਫੋਰਸ ਹੈ ਫ੍ਰਿਕਸ਼ਨ ਨੂੰ ਨਹੀਂ ਬਲਕਿ ਫ੍ਰਿਕਸ਼ਨ ਤੇ ਇਹਦੇ ਉਹਨੂੰ ਕਹਿੰਦੇ ਆ ਰਿਜ਼ਲਟੈਂਟ ਜੀ ਮੈਂ ਤੁਹਾਨੂੰ ਦੱਸਦਾ ਹੁਣ ਕਿਵੇਂ ਜਸਟ ਸਲਾਈਡ ਡਾਊਨ ਦਾ ਮਤਲਬ ਉਹ ਹੀ ਹੈ ਇਹਨੂੰ ਨੀਚੇ ਲੈ ਕੇ ਆਣਾ ਜਸਟ ਸਲਾਈਡ ਕਰਨਾ ਹੈ ਉਹਨੂੰ
कहना मतलब विदाउट एक्सेलरेशन ही स्लाइड करना है हुण मैं तुहानूं दिखाना इत्थे आ है बॉडी मान लो उत्ते रखनी जिते आ गया थीटा थीटा एंगल ऑफ रिपोज तो घट है कहना बॉडी इथों अपने आप नहीं गिरेगी आ बॉडी ਨੂੰ ਆਪਾਂ ਸਲਾਈਡ ਡਾਊਨ ਕਰਨਾ ਹੈ ਮੰਨ ਲਾ ਹੁਣ ਪਿਊਸ਼ ਤੂੰ ਧਿਆਨ ਨਾਲ ਦੇਖੀ ਫ੍ਰਿਕਸ਼ਨ ਦੀਆਂ ਉਹਨੂੰ ਚੀਜ਼ਾਂ ਨੂੰ ਇੱਥੋਂ mg ਮੰਨ ਲਓ ਇਹਦਾ ਇੱਕ ਤਾਂ weight ਐਕਟ ਕਰੇਗਾ ਨੀਚੇ ਨੂੰ ਇੱਥੋਂ ਸਿੱਧਾ यस सर mg ਦਾ ਤੁਹਾਨੂੰ ਪਤਾ ਆ ਵਰਟੀਕਲ ਦੇ ਨਾਲ ਜਿਹੜਾ ਐਂਗਲ ਬਣਦਾ ਆ ਨੀਚੇ ਨੂੰ ਉਹ ਆ 90 ਡਿਗਰੀ ਹੁੰਦਾ ਆ ਉਹ ਸੌਰੀ ਥੀਟਾ ਹੁੰਦਾ ਆ ਉਹਦੇ ਕਰਕੇ weight ਦੇ ਦੋ ਕੰਪੋਨੈਂਟ ਆਉਂਦੇ ਨੇ ਇੱਕ ਕੰਪੋਨੈਂਟ weight ਦਾ ਇਧਰ ਨੂੰ ਐਕਟ ਕਰਦਾ ਆ ਇੱਕ weight ਦਾ ਕੰਪੋਨੈਂਟ ਇਧਰ ਨੂੰ ਐਕਟ ਕਰਦਾ ਆ ठीक है अपनी एक्ट कर दिया नॉर्मल रिएक्शन ते फ्रिक्शन जेड़ा है क्योंकि बॉडी हुण इहनूं कुछ नहीं किया जा रहा हले नीचे नूं बॉडी स्लाइड डाउन करनी सी पर इसदा फ्रिक्शन किधर नूं एक्ट करेगा फ्रिक्शन इहदा इत्थों पीछे नूं एक्ट करेगा ना बॉडी नीचे गिर रही है कि नहीं गिर रही है बॉडी नीचे नहीं गिर रही है ठीक है गल क्योंकि थीटा जेड़ा है एंगल ऑफ रिपोज तो छोटा है से बॉडी ने नहीं गिर रही है बॉडी जो नहीं गिर रही है एदा मतलब की है एदा मतलब जो फ्रिक्शन है वो बिल्कुल मेनटेन कर रहा वा mg sin थीटा ये फ्रिक्शन की मैक्सिमम वैल्यू नहीं है पर इट इज नॉट मैक्सिमम वैल्यू ऑफ फ्रिक्शन ये मैक्सिमम नहीं है मैक्सिमम क्यों नहीं है क्योंकि इथे एंगल ऑफ रिपोज थोड़ी है ना कि मैक्सिमम फ्रिक्शन ਨੂੰ ਵੀ ਹੁਣ ਓਵਰਕਮ ਕਰ ਗਿਆ mg sin थीटा ਵੱਡਾ ਹੁੰਦਾ ਗਿਆ ਤੇ ਇਧਰ ਨੀਚੇ ਆ ਗਿਆ ਇਹ ਮੈਕਸਿਮਮ ਵੈਲਿਊ ਨਹੀਂ ਹੈ mg sin थीटा ਦੇ ਬਰਾਬਰ ਹੈ ਬਸ ਇਹ ਤੇ r ਜਿਹੜਾ mg cos थीटा ਦੇ ਬਰਾਬਰ ਹੈ ਹੁਣ r ਤੇ mg cos थीटा ਇੱਕ ਦੂਜੇ ਦੇ ਅਗੇਂਸਟ ਰਹਿਣਗੇ ਹਮੇਸ਼ਾ ਜਿੰਨਾ ਮਰਜ਼ੀ ਉਹ ਕਰ ਦੋ ਤਾਂ ਇਹਨਾਂ ਨੇ ਕਦੀ ਮੂਵ ਕਰਨਾ ਨਹੀਂ ਬਾਡੀ ਨੂੰ ਨੈਟ ਫੋਰਸ 0 ਹੈ ਤੇ ਨੈਟ ਫੋਰਸ ਇੱਥੇ ਜਿਹੜਾ ਆਪਾਂ ਨੂੰ ਲਗਾਉਣਾ ਪੈਣਾ ਜਦੋਂ ਤੁਸੀਂ ਬਾਡੀ ਨੂੰ ਸਲਾਈਡ ਡਾਊਨ ਕਰਨਾ ਨੀਚੇ ਨੂੰ ਤਾਂ ਇੱਥੇ ਐਕਸਟਰਾ ਫੋਰਸ ਲਗਾਉਣਾ ਪੈਣਾ ਤੁਹਾਨੂੰ ਤੇ ਉਹ ਕਿੰਨਾ ਲਗਾਉਣਾ ਪੈਣਾ ਵੀ ਜਿੰਨਾ फ्रिक्शन ਦੀ ਮੈਕਸਿਮਮ ਵੈਲਿਊ mg sin थीटा ਤੋਂ ਜ਼ਿਆਦਾ ਹੈ क्योंकि जो मोशन तो लिया नहीं लग जाओगे बॉडी खिंचन लग जाए तो फिर फ्रिक्शन बढ़ूगा फ्रिक्शन बढ़ के अपनी केड़ी वैल्यू ले लूगा मैक्सिमम वैल्यू लिमिटिंग फ्रिक्शन सो आप फ्रिक्शन मैक्सिमम वाली लैके चलते हैं तो फिर मतलब बॉडी में नैट अपवर्ड फोर्स कितना लग रहा वा ऊपर लगना फोर्स जो फ्रिक्शन की मैक्सिमम वैल्यू माइनस mg sin थीटा इनू कौन टैकल करेगा इनू टैकल करेगा तो अप्लाइड फोर्स तो अप्लाइड फोर्स कितना होना चाहिए फ्रिक्शन माइनस mg sin theta फ्रिक्शन की म्यू r है एंड r की है mg cos थीटा है सो म्यू m कॉमन आ जाएगा g भी कॉमन आ जाएगा म्यू cos थीटा माइनस sin थीटा हाँ जी पीयूष सर हो गया क्लियर सर बस वही पूछना है सर ठीक है mg cos थीटा वाला राजवीर ਉਹ ਵਾਲਾ ਸਰ ਇਹ ਉਹ ਵਾਲਾ ਕੇਸ ਹੈ ਜਿਸ ਚ ਮਤਲਬ ਨੀਚੇ ਵਾਲਾ ਐਂਗਲ ਛੋਟਾ ਹੈ ਉੱਪਰ ਨਾਲੋਂ छोटा है जे ਵੱਡਾ ਹੋਇਆ ਫਿਰ ਤਾਂ ਕੋਈ ਗੱਲ ਹੀ ਨਹੀਂ ਫਿਰ ਇਹਦੀ ਕੀ ਲੋੜ ਆ ਅਪਲਾਈਡ ਦੀ ਕੋਈ ਲੋੜ ਹੈ ਹੀ ਫਿਰ ਤਾਂ ਪੱਕੀ ਵਾਲਾ ਬੋਡੀ ਆਪਣੇ ਆਪ ਥੱਲੇ ਆਊਗੀ ਆਪਣੇ ਆਪ ਕਿਹਦੇ ਕਰਕੇ ਥੱਲੇ ਆਊਗੀ mg sin थीटा ਕਰਕੇ ਨਾ ਹਾਂਜੀ ਸਰ ਤੇ ਫਿਰ ਆਪਣੇ ਆਪ ਉਹਨੇ mg sin थीटा ਕਰਕੇ ਕਹਿਣਾ ਨੀਚੇ ਕਿੰਨਾ ਮੈਕਸਿਮਮ ਫੋਰਸ ਲੱਗਣਾ ਉਹਨੂੰ mg sin थीटा f ਆ ਉਹਨੂੰ ਲੱਗਣਾ ਜਿਹੜਾ नीचे ਨੂੰ ਆਉਣ ਲਈ ਫੋਰਸ ਆਪਣੇ ਆਪ ਜੋ ਥੱਲੇ ਆਊਗੀ ਫਿਰ ਆ ਹੀ ਗੱਲ ਫਿਰ ਐ ਹੋਊਗੀ mg sin थीटा mu mg cos थीटा ਤੇ ਇਤੋਂ ਜੇ ਕੱਲੀ ਐਕਸਲਰੇਸ਼ਨ ਪਤਾ ਕਰਨੀ ਤਾਂ ਆਪਾਂ ਇਹਨੂੰ m ਨੂੰ ਕੱਟ ਦਿੰਨੇ ਆ ਨੈਟ ਫੋਰਸ ਨਾਲ ਐਕਸਲਰੇਸ਼ਨ ਹੈ ਇਹਦੀ ਕੱਲ ਵੀ ਕੀਤੀ ਸੀ ਆਪਾਂ थीटा 90 ਡਿਗਰੀ ਕੀਤਾ ਜਦੋਂ ਠੀਕ ਹੈ ਗੱਲ ਹਾਂਜੀ ਸਰ ਜਦੋਂ ਦੋਨੋਂ ਐਂਗਲ ਸੇਮ ਹੁੰਦੇ ਆ ਸਰ ਉਦੋਂ ਕੀ ਹੁੰਦਾ ਹੈ ਕਿਹੜੇ ਐਂਗਲ ਦੋਨੋਂ थीटा ਤੇ अल्फा ਹਾਂਜੀ ਸਰ ਬਰਾਬਰ ਹੁੰਦੇ ਨੇ ਜਦੋਂ ਹਾਂਜੀ ਸਰ ਅਸਲ ਵਿੱਚ ਬਰਾਬਰ ਵਾਲੀ ਕੇਸ ਆ ਕਿ ਫ੍ਰਿਕਸ਼ਨ ਇਹਦੇ ਬਰਾਬਰ ਹੋਏਗਾ ਉਹਦੇ ਫਿਰ ਦੋਨੋਂ ਸੇਮ ਹੁੰਦੇ ਨੇ ਤਾਂ ਮਤਲਬ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਪਹੁੰਚ ਜਾਂਦੀ ਹੈ mg sin थीटा ਵੀ ਇੰਨਾ ਕੁ ਆ ਜਾਂਦਾ ਕਿ ਜਸਟ ਮੂਵ ਕਰਨ ਲੱਗਾ ਹੁੰਦਾ ਸਟਾਰਟ ਸਲਾਈਡ ਡਾਊਨ ਉਦੋਂ mg sin थीटा ਪੂਰੀ ਤਰ੍ਹਾਂ ਫ੍ਰਿਕਸ਼ਨ ਦੇ ਬਰਾਬਰ ਹੋ ਜਾਂਦਾ
ਆ ਕੇਸ ਹੁੰਦਾ ਨਾ ਫਿਰ ਆ ਦੇ ਆ ਉਹੀ ਕੇਸ ਹੈ। ठीक है सर। ठीक है मैं आ देख हूँ एक बार देख ला बस तेनों सारे केस मैं ये बना दूंगा बाकी गल्लां दा तैनूं पता ही नहीं छड्ड पूरा बना देना ये हुण मैं बस ये बना के भी हुण अगे न्यूमेरिकल कराऊंगा हुण बाकी बाद च डिस्कस करांगे पहला कुछ न्यूमेरिकल भी कर लिया अज कुछ चीज़ां न्यूमेरिकल तो ही सॉल्व हो जाएंगियां तुहानूं समझ आ जाएंगियां आ देख ला हुण आएगा अपना थीटा वा ये हुण कुछ भी हो सकता अल्फा तो घट अल्फा तो वध वो बाद दी गल्लां ने मैं सिर्फ ते सिर्फ इहदे तैनूं केस समझाउण जा रहा इहदे उपर आ बॉडी पई है ते बॉडी दा मास इनटू ग्रेविटी जिहड़ा वेट आ वो नीचे रिएक्ट कर रहा है m इंटू जी तो ये जे मैं वर्टिकल एक लाइन ड्रॉ कर ला तो ए एम जी कॉस थीटा इधर ਨੂੰ होएगा एम जी साइन थीटा नीचे ਨੂੰ होएगा सो पहला तो आ गल तो हमेशा रहेगी वैलिड आएगा अपना एम जी कॉस थीटा क्योंकि आ थीटा है आ जाएगा अपना एम जी साइन थीटा तो इस तो अलावा एक फ्रिक्शन सॉरी नॉर्मल रिएक्शन होगी ऊपर नूं ते नॉर्मल रिएक्शन तो अलावा जिहड़ा होएगा फ्रिक्शन होएगा ऊपर नूं ते फ्रिक्शन जनरली ऊपर नूं ही होएगा जनरली जदों बॉडी पई है फ्रिक्शन ऊपर नूं ही होएगा इस गल बारे कोई डाउट नहीं होना चाहिए तुहानूं क्योंकि बॉडी की जी बॉडी टेंड कर रही है नीचे आने की कोशिश कर रही है बॉडी आप हारे तो अपने आप ही थले आना चाहती है ना पर उन्होंने रोक के कौन रखता है फ्रिक्शन फ्रिक्शन सो इस जगह ते मैं तीनों केसेस की गल करन जा रहा हूं हुण ध्यान नाल समझ लियो पहला केस हैगा पहला कि जदों जो थीटा आ वो एंगल ऑफ रिपोज तो काफी घट है ठीक है जी जो थीटा घट है बॉडी आप दे आप नीचे नहीं आ रही मतलब जो एम जी साइन थीटा आ वो जो कंपोनेंट आ वो नीचे नहीं लिया पा रहा क्योंकि उन्होंने फ्रिक्शन बराबर कर रहा है पर आ फ्रिक्शन की मैक्सिमम वैल्यू नहीं है इत्थे फ्रिक्शन की मैक्सिमम वैल्यू नहीं है क्यों नहीं है मतलब जिन्ना एम जी साइन थीटा उन्ना एफ अप्लाई किया हुण जो तुहानूं की पता जे तुहाडी बॉडी 4 न्यूटन फोर्स लाए थे नहीं हिली ਇਹਦਾ मतलब 4 न्यूटन और उस टाइम वो लग रहा पर ਇਹ ਤਾਂ ਨਹੀਂ ਹੈਗਾ कि 4 न्यूटन ही मैक्सिमम फ्रिक्शन ਦਾ ਕੀ ਪਤਾ ਤੁਸੀਂ 5 ਲਾਓ ਤਾਂ 5 ਤੇ ਵੀ ਨਾ ਹਿੱਲੇ है ना तो फ्रिक्शन ਦੀ मैक्सिमम वैल्यू थोड़ी है एफ ਤਾਂ ਇੱਥੇ फ्रिक्शन ਦੀ मैक्सिमम वैल्यू हो सकदा अटेन हो सकती है पर वो फ्रिक्शन ਉਦੋਂ ਆਏਗਾ ਜਦੋਂ ਤੁਸੀਂ ਬੋਡੀ ਨੂੰ ਹੋਰ ਨੀਚੇ ਕਰਨ ਦੀ ਕੋਸ਼ਿਸ਼ ਕਰੋਗੇ ਉਹਦੇ ਲਈ ਜਾਂ ਤਾਂ ਥੀਟਾ ਵਧਾ ਦਿਓ ਜਾਂ ਇਹਨੂੰ ਐਕਸਟਰਾ ਫੋਰਸ ਲਾਓ ਸੋ ਥੀਟਾ ਲੈਸ ਦੈਨ ਅਲਫਾ ਤੇ ਸਾਨੂੰ ਬਾਹਰੋਂ ਕੀ ਲਗਾਉਣਾ ਪੈਂਦਾ ਸਾਨੂੰ ਅਪਲਾਈਡ ਫੋਰਸ ਲਾਣਾ ਪੈਂਦਾ सानू इत्थे अप्लाइड फोर्स लाना पैंदा बॉडी नूं थल्ले जस्ट ले आने दे लई वो अप्लाइड फोर्स जिहड़ा हुंदा किहदे बराबर हुंदा एक तो फ्रिक्शन ओवरकम करना है ठीक है ना सो अप्लाइड फोर्स कितना लगूगा कहने दा मैं मेन तां ये है मैं क्या अप्लाइड फोर्स मान लो एफ लगूगा जस्ट मान लो एफ लगूगा तो जे अप्लाइड फोर्स एफ लगूगा जिहदे नाल बॉडी जस्ट स्टार्ट करके मूव करना तो एफ एक पासे है ते एम जी साइन थीटा एक पासे है तो यानी आ जिहड़ा एफ प्लस एम जी साइन थीटा आ ये दोनों मिलके उस फ्रिक्शन ओवरकम करनगे जस्ट तो फिर एफ जो आऊगा वो फ्रिक्शन विचों माइनस करके आऊगा एम जी साइन थीटा नूं ते फ्रिक्शन तुहानूं पता की है म्यू एम जी कॉस थीटा आऊगा फोर्स इहदे नाल डिस्प्लेसमेंट मल्टीप्लाई कर दो फिर हुण हैगा जे जिहड़ा केस 2 आ ਇਹ मान लेना कि थीटा जो अल्फा दे बिल्कुल बराबर है मतलब बॉडी जस्ट स्लाइड करने वाली है जस्ट आप ही अपने आप ही तो इत्थे तुहानू
ਕਿਸੇ ਵੀ ਅਪਲਾਈਡ ਫੋਰਸ ਦੀ ਲੋੜ ਨਹੀਂ ਹੈ ਇਸ ਜਗ੍ਹਾ ਤੇ ਬੋਡੀ ਪਹਿਲੀ ਗੱਲ ਤਾਂ ਦੱਸੋ ਮੋਸ਼ਨ ਚ ਹੈਗੀ ਹੈ ਕਿ ਜਸਟ ਆਉਣ ਲੱਗੀ ਹੈ ਜਸਟ ਆਨ ਲੱਗੀ ਹੈ ਜਸਟ ਆਉਣ ਲੱਗੀ ਹੈ ਯਾਨੀ ਇਸ ਜਗ੍ਹਾ ਤੇ ਜਸਟ ਸਾਰਾ ਕੁਝ ਬਰਾਬਰ ਹੋਇਆ ਪਿਆ ਬੈਲੈਂਸ ਯਾਨੀ ਇਸ ਕੇਸ ਦੇ ਵਿੱਚ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਹੀ ਆ ਜਿਹੜੀ ਆ ਤੇ ਉਹ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਹੀ mg sin ਥੀਟਾ ਨੂੰ ਜਸਟ ਬੈਲੈਂਸ ਕਰ ਰਹੀ ਹੈ ਤੇ ਇਸੇ ਕੇਸ ਦੇ ਵਿੱਚ ਫਿਰ ਨਾਰਮਲ ਰਿਐਕਸ਼ਨ ਜਿਹੜੀ ਤੁਹਾਡੀ ਉਹ mg cos ਥੀਟਾ ਹੈ ਤੇ ਜਦੋਂ ਤੁਸੀਂ ਇਹਨਾਂ ਨੂੰ ਡਿਵਾਈਡ ਕਰਦੇ ਹੋ f by r is equal to tan theta ਆ ਜਾਂਦੀ ਹੈ ਤੇ f by r ਜਿਹੜਾ mu ਆ ਜਾਂਦਾ ਵਾ ਇਹਦਾ ਮਤਲਬ mu equal tan theta where theta is what theta is near equal to angle of repose ਹਾਂ ਤੇ ਉਹੀ ਤਾਂ ਡੈਰੀਵੇਸ਼ਨ ਹੋ ਗਈ ਫਿਰ ਆਪਾਂ mu equal to tan alpha ਲਿਖਿਆ ਸੀ ਤੇ ਇਹ ਤੇ ਬਰਾਬਰ ਹੈ ਸਾਰਾ ਕੁਝ ਇੱਥੇ ਅਪਲਾਈਡ ਫੋਰਸ ਦੀ ਕੋਈ ਗੱਲ ਹੀ ਨਹੀਂ ਕਿ ਬੋਡੀ ਥੱਲੇ ਮੂਵ ਤਾਂ ਨਹੀਂ ਕੀਤੀ ਇੱਥੇ ਆਪਾਂ ਮੂਵ ਕਰਨ ਲਈ ਅਪਲਾਈਡ ਫੋਰਸ ਲਗਾਉਣਾ ਪਿਆ ਇੰਨਾ ਲਗਾਉਣਾ ਪਿਆ ਹੁਣ ਕੇਸ 3 ਕਰ ਲਓ ਕੇਸ 3 ਚ ਥੀਟਾ ਜਿਹੜਾ ਅਲਫਾ ਤੋਂ ਵੱਡਾ ਆ ਇੱਥੇ ਅਪਲਾਈਡ ਫੋਰਸ ਬਾਰੇ ਸੋਚਣ ਦੀ ਵੀ ਲੋੜ ਨਹੀਂ ਹੈ ਸਿੰਪਲ ਜੀ ਗੱਲ ਆ ਕਿ ਜੇ ਥੀਟਾ ਅਲਫਾ ਤੋਂ ਵੱਡਾ ਹੋ ਗਿਆ ਤਾਂ ਉਸ ਕੇਸ ਚ mg sin ਥੀਟਾ ਕਾਫੀ ਵੱਡਾ ਹੋ ਜਾਊਗਾ ਤੇ ਇਹੀ ਨੀਚੇ ਲਿਆਊਗਾ ਬੋਡੀ ਨੂੰ ਕਿਉਂਕਿ ਜਦੋਂ ਥੀਟਾ ਅਲਫਾ ਤੋਂ ਵੱਡਾ ਹੋ ਗਿਆ ਤਾਂ ਬੋਡੀ ਪੱਕਾ ਮੋਸ਼ਨ ਚ ਹੈ ਤੇ ਉਹਨੂੰ ਮੋਸ਼ਨ ਚ ਲਿਆਣਾ ਨਹੀਂ ਪੈ ਰਿਹਾ ਉਹ ਆਪਣੇ ਆਪ ਆ ਰਹੀ ਹੈ ਕਿਹਦੇ ਕਰਕੇ ਆ ਰਹੀ ਹੈ mg sin ਥੀਟਾ ਕਰਕੇ ਆ ਰਹੀ ਹੈ ਤਾਂ ਇੱਥੇ ਨੈਟ ਫੋਰਸ ਜਿਹੜਾ mg sin ਥੀਟਾ ਆ ਰਿਹਾ ਵਾ ਮਾਈਨਸ ਆ ਆਪਣੀ ਜਿਹੜੀ ਨੈਟ ਫੋਰਸ ਉਹਦੇ ਬੋਡੀ ਤੇ ਲੱਗ ਰਹੀ ਹੈ ਨੀਚੇ ਨੂੰ ਸੋ ਨੀਚੇ ਨੂੰ ਆਉਣ ਦੀ ਉਹਦੀ ਐਕਸਲਰੇਸ਼ਨ ਮੰਨ ਲਓ ਇਹ ਹੈ ਤਾਂ ਆ ਐਕਸਲਰੇਸ਼ਨ ਬੋਡੀ ਦੀ ਹੈਗੀ ਥੱਲੇ ਆਉਣ ਦੀ ਕਿਸੇ ਵੀ ਸਲਾਂਟ ਉੱਤੇ ਅਗਰ ਫ੍ਰਿਕਸ਼ਨ ਸਰਫੇਸ ਹੋਵੇ ਤਾਂ ਹੁਣ ਇੱਥੇ ਉਹੀ ਗੱਲ ਆ ਕਿ ਜੇ ਫ੍ਰਿਕਸ਼ਨ ਲੈਸ ਸਰਫੇਸ ਹੋਇਆ ਸਮੂਥ ਸਰਫੇਸ ਹੋਇਆ ਤਾਂ mu 0 ਐਕਸਲਰੇਸ਼ਨ ਕਿੰਨੀ ਹੋਏਗੀ ਤੇ ਜੇ ਥੀਟਾ 90 ਡਿਗਰੀ ਆਈ ਨਹੀਂ ਉਹ ਸਲਾਂਟ ਐ ਖੜਾ ਹੀ ਹੋ ਗਿਆ ਖੜਾ ਇੱਕਦਮ ਸਟ੍ਰੇਟ ਇੱਥੇ ਬੋਡੀ ਰੱਖੀ ਹੋਈ ਆ ਥੱਲੇ ਹੀ ਆਣੀ ਉਸ ਤੇ ਤਾਂ ਥੀਟਾ 90 ਪੁੱਟ ਕਰ ਦੋ ਤਾਂ g ਆ ਗਿਆ ਫਿਰ ਫ੍ਰੀ ਫਾਲ ਵਰਗਾ ਕੰਮ ਹੋ ਗਿਆ ਦੱਸੋ ਬਈ ਪਤਾ ਲੱਗੀ ਗੱਲ ਹੁਣ ਹਾਂਜੀ ਸਰ ਸੋ ਥੋੜਾ ਕਰਦਾ ਹੈ ਫ੍ਰਿਕਸ਼ਨ ਟੈਕਲ ਕਰਨ ਦੀ ਆਦਤ ਨਹੀਂ ਨਾ ਹੈ ਆਪਾਂ ਫ੍ਰਿਕਸ਼ਨ ਨੂੰ ਐਵੇਂ ਲੈ ਲੈਂਦੇ ਆ ਮਜ਼ਾਕ ਚ ਵੀ ਕੋਈ ਵੱਡੀ ਗੱਲ ਨਹੀਂ ਹੈ ਫ੍ਰਿਕਸ਼ਨ ਹੈ ਬਸ ਪਰ ਫ੍ਰਿਕਸ਼ਨ ਕਿਸ ਤਰ੍ਹਾਂ ਕੰਮ ਕਰਦਾ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜਾਣਨਾ ਫ੍ਰਿਕਸ਼ਨ ਕਿੰਨਾ ਜ਼ਰੂਰੀ ਹੈ ਫ੍ਰਿਕਸ਼ਨ ਹੀ ਹੈ ਕਿ ਮੈਂ ਲਿਖ ਪਾ ਰਿਹਾ ਤੇ ਆ ਪੈਨ ਨਾਲ ਹੁਣ ਆਪਾਂ ਕੁਝ ਕਰੀਏ ਕੰਮ ਵੀ ਅੱਗੇ ਥੋੜਾ ਜਿਹਾ शायद मैं कितने सी कुछ ਯੈਸ ਸਰ ਸਰ ਤੁਸੀਂ ਕਰਵਾਇਆ ਸੀ ਸਰ ਸੈਕੰਡ ਕੁਐਸਚਨ ਇੱਕ ਵਾਰ ਦੁਬਾਰਾ ਤੋਂ ਕਰਵਾ ਦਿਓ A body weighing V kilogram just slides down. Rough inclined plane, rough surface है. That rises like this. What is the coefficient of friction? So देखो ना body है वो 5 by 13 5 मीटर in 13 मीटर मतलब कि जो body से 13 मीटर की चढ़ाई करोगे तब 5 मीटर राइज कर दियो चढ़ाई का ये तरीका दसन का भी कितनी चढ़ाई आ ਇਹ ਲੋਕ ਡਿਗਰੀਆਂ ਦੱਸਦੇ ਆ ਬਈ 60 ਡਿਗਰੀ ਦੀ ਸੀਗੀ ਮਤਲਬ ਪਹਾੜ ਮੈਂ ਚੜ ਕੇ ਆਇਆ ਵਾਂ ਬੜਾ ਮਤਲਬ ਟਰੈਕਿੰਗ ਕਰਕੇ ਆਇਆ ਵਾਂ ਕੋਈ ਕਹਿੰਦਾ 45 ਡਿਗਰੀ ਸੀ ਕੋਈ ਕਹਿੰਦਾ 50 ਡਿਗਰੀ ਸੀ ਕਿ ਪਹਾੜ ਕਿੰਨਾ ਵਾ ਕਹਿੰਦਾ ਬਾਬੇ ਪਹਾੜ 'ਚ ਜਦੋਂ ਤੁਸੀਂ ਤੁਰਦੇ ਹੋ
ਤੁਸੀਂ ਤਾਂ ਤੁਰਦੇ ਤਾਂ ਇਹਦੇ ਤੇ ਹੋ ਨਾ ਪਹਾੜ ਚੜਨ ਲਈ, ਇਹਦੇ ਤੇ ਤੁਰਦੇ ਹੋ ਤੁਸੀਂ ਅੱਗੇ ਨੂੰ ਸਲਾਂਟ ਤੇ ਇਨਕਲਾਈਨ ਤੇ, ਪਰ ਜਦੋਂ ਇਹ ਤੇ ਚੜਦੇ ਹੋ ਤਾਂ ਨਾਲ ਨਾਲ ਹਾਈਟ ਵੀ ਤਾਂ ਗੇਨ ਕਰਦੇ ਜਾਂਦੇ ਹੋ। yes sir, ਤਾਂ ਉਹ 13 ਮੀਟਰ ਤੁਰ ਕੇ 5 ਮੀਟਰ ਦੀ ਹਾਈਟ ਗੇਨ ਕਰਦਾ ਹੈ। ਆਪ ਦੇਖੋ, ਰਫ ਇਨਕਲਾਈਨ ਪਲੇਨ that rises 5 ਮੀਟਰ in every 13 ਮੀਟਰ। तो कहने का भाव है कि इनक्लाइंड प्लेन के बारे आ जानकारी दे दी है, rises 5 मीटर in 13 मीटर। सो आ अपना इनक्लाइंड प्लेन का एंगल थीटा हो गया। ਹੁਣ ਇੱਥੇ ਕੁਝ ਹੋਰ ਤਾਂ ਪਤਾ ਨਹੀਂ ਲੱਗਣਾ ਪਾਵੇ, ਤੁਸੀਂ ਆ ਦੇਖ ਲਓ 12 ਆ ਜਾਊਗਾ, ਇਹਦੇ ਨਾਲ ਤੁਹਾਨੂੰ sin ਥੀਟਾ ਵੀ ਪਤਾ ਲੱਗ ਜਾਊਗਾ ਤੇ cos ਥੀਟਾ ਵੀ ਪਤਾ ਲੱਗ ਜਾਊਗਾ, ਸਭ ਕੁਝ ਪਤਾ ਲੱਗ ਜਾਊਗਾ। ਪਰ ਉਹਨਾਂ ਨੇ ਪੁੱਛਿਆ ਕੀ ਹੈ ਵੀ ਬੋਡੀ ਜਸਟ ਸਲਾਈਡਸ ਡਾਊਨ, ਤਾਂ ਮਤਲਬ ਆ ਜਿਹੜਾ ਥੀਟਾ ਹੋਏਗਾ ਫਿਰ ਆ ਕਿਹੜਾ ਐਂਗਲ ਹੋਏਗਾ? angle of repose, ਰਿਪੋਜ਼। ਤਾਂ ਫਿਰ ਤੁਹਾਡਾ ਜਿਹੜਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਕੀ ਆਏਗਾ? ਮਿਊ ਸਿੱਧਾ ਹੀ tan ਆਫ ਥੀਟਾ ਦਾ ਹੈ, tan ਆਫ ਅਲਫਾ ਰਿਪੋਜ਼ yes sir, ਕਰ ਦੋ ਫਿਰ tan ਥੀਟਾ। tan ਥੀਟਾ ਕੀ ਹੈ? ਪਰਪੈਂਡੀਕੂਲਰ ਅਪਨ ਬੇਸ। 5/12, 5/12, ਹਾਂ ਤਾਂ ਇਹਨੂੰ 5/12 ਕਰਕੇ ਦੇਖ ਲਓ ਆ ਰਿਹਾ ਕਿ ਨਹੀਂ ਆ ਰਿਹਾ। 5/12 12 ਚੌਕ 48 ਆ ਹੀ ਜਾਊਗਾ, yes sir, ਠੀਕ ਹੈ। ਹਾਂਜੀ वैभव सर क्वेश्चन में लिखा है सर कि जो इंक्लाइन प्लेन है वो 5 मीटर राइजेज इन एवरी 13 मीटर। सर इसका मतलब ये नहीं हो कि मतलब पहले 13 मीटर चला, फिर 5 मीटर वो मतलब एक स्टेप की तरह ऊपर बढ़ गया, फिर 13 मीटर और चला, फिर 5 मीटर बढ़ा ऊपर। नहीं ऐसे नहीं है इसका मतलब। इसका राइज असल में किसी भी इनक्लाइन को हम ऐसे बताते हैं हमेशा ही, ये आप सब लोग सीख लो ये बात, नहीं कि जब भी इनक्लाइन प्लेन के बारे में हम कोई जानकारी देते हैं तो हम यही जानकारी देते हैं कि हम अगर इतना जाएंगे तो कितना हाइट गेन होती है। जैसे ये ना जो लोग ट्रैकिंग करने जाते हैं ना, यस, ये उन लोगों की लैंग्वेज है। जैसे कि जिवें ट्रैकिंग जो पहाड़ों ते करन जाने हो तो मेन गल हुंदी है समटाइम्स हाइट इज इंपॉर्टेंट। हुण जिवें फॉर एग्जांपल ट्रिउंड मेरे ख्याल नाल होना, मैनूं लगदा हाइट ओहदी ज़्यादा नहीं है कि 4 किलोमीटर ही है यार, ते पर जाओ तो काफ़ी जाना पैंदा। ट्रैकिंग 5 घंटे लग जाते उपर पहाड़ के टॉप ते पहुंचदे, क्योंकि उन्होंने डिपेंड करता कि मान लो 4 किलोमीटर उच्चा पहाड़ है, एक मान लो 4 भी ज़्यादा कहता 2 किलोमीटर उच्चा पहाड़ मान लो, और 2 किलोमीटर पहाड़ मान लो, इतों ट्रैकिंग स्टार्ट होती है तो तुहाडी इस तरह गेन होती है 2 किलोमीटर, देन आ काइंड ऑफ ट्रैकिंग होगी ना, दिस इज काइंड ऑफ ट्रैक, यस, टू ट्रैक लाइक दिस एंड अगेन इट कैन बी लाइक दिस कि 2 किलोमीटर की ट्रैकिंग जी है वो इस तरह हो रही होगी, है ना? यस सर, सेम 2 किलोमीटर। So this is tough, है ना? ये टफ है थोड़ी, पर ये लॉन्ग है, ये रास्ता लंबा है। सो हो सकता है कि 2 किलोमीटर ट्रैकिंग लिए तुहानूं 6 किलोमीटर तुरना पै सकदा, हो सकता है 2 किलोमीटर लिए तुहानूं मान लो 4 किलोमीटर तुरना पै रहा होवे, है ना? यस, So just they talk about this that in every 13 meter means that means this 13 meter and you got a rise, how much rise you get it, because यहाँ से भी जाओगे 13 मीटर, यहाँ पे कोई राइज मिलेगा आपको, यहाँ पे भी जाओगे तो और यहाँ से भी राइज मिलेगा। सो सारे पहाड़ चलो यहाँ तो होंगे नहीं, होंगे ना, पर मतलब you can talk like this. So here this inclined plane you can say that this is 13 meter, then this is 5, and for another 13 there will be another 5. okay sir, You have to get a rise. So basically दो sides पता लग जाती है ना, फिर थीटा फिर एंगल कितना है, it doesn't matter, just you can get the third side by Pythagoras and you can get the sin theta, cos theta, tan theta, anything. अच्छा ये क्वेश्चन तो होए सी मैंने लगा है ना, मैं दोबारा ही कराना। 13th क्वेश्चन होया सी किन्ने 13th ही होया सी, ऊपर लेनी होई सी। ਇਹ क्वेश्चन किसी बच्चे ने पाए सी, अदिति ने सॉल्व किते ਉਹ ਚ ਭੇਜੇ ਨੇ, ਸਮਝ ਆ ਗਏ ਸਾਰੇ? ਰਾਜਵੀਰ ਕਿਨੇ ਪਾਏ ਸੀ? ਸਰ ਮੈਂ ਹੀ ਪਾਏ ਸੀ। ਸਮਝ ਆਏ ਸੀ? ਕਰਵਾ ਦਿਓ, ਕਰਵਾ ਦਵਾਂ। ਪਾਵਰ ਵਾਲਾ ਕਰਾ ਦਿਓ ਸਰ, ਚ ਪਾਵਰ ਫਾਈਂਡ ਕਰਨੀ ਹੈ। ਪਾਵਰ ਬਾਰੇ ਇੱਕ ਗੱਲ ਸਮਝ ਲੈ ਚੰਗੀ ਤਰ੍ਹਾਂ, ਸਾਰਿਆਂ ਨੇ ਸਿੱਖ ਲਓ। ਪਾਵਰ ਜਿਹੜੀ ਹੁੰਦੀ ਹੈ, ਪਾਵਰ ਇਜ਼ ਡਿਫਾਈਨਡ ਐਜ਼ ਵਰਕ ਡਨ ਓਵਰ ਟਾਈਮ ਟੇਕਨ, ਹੈ ਨਾ? ਇਹ ਚੀਜ਼ ਮੈਂ ਤੁਹਾਨੂੰ ਕਰਵਾਈ ਹੋਈ ਹੈ ਉੱਥੇ ਡਾਇਮੈਂਸ਼ਨਲ ਐਨਾਲਿਸਿਸ ਵੇਲੇ ਦੱਸਿਆ ਤੁਹਾਨੂੰ, पर ਤੁਹਾਨੂੰ अगले चैप्टर ਵਿੱਚ भी आना है, वर्क पर एनर्जी अपना चैप्टर ही है ना?
ਤੇ ਵਰਕ ਜਿਹੜਾ ਹੁੰਦਾ ਹੈ ਉਹ ਹੁੰਦਾ ਫੋਰਸ ਤੇ ਡਿਸਪਲੇਸਮੈਂਟ ਦਾ ਡਾਟ ਪ੍ਰੋਡਕਟ। ਸੋ ਆਹ ਜਿਹੜੀ ਡਿਸਪਲੇਸਮੈਂਟ ਹੈ ਇਹਦੇ ਨਾਲ ਜੇ ਮੈਂ ਇਸ ਟਾਈਮ ਨੂੰ ਡਿਵਾਈਡ ਕਰ ਦਵਾਂ ਡਾਟ ਉੱਥੇ ਹੀ ਰਹੇਗਾ ਵੈਕਟਰ ਦਾ ਵੈਕਟਰ, ਤਾਂ F ਡਾਟ V ਆ ਜਾਂਦਾ ਹੈ। ਸੋ ਪਾਵਰ ਦਾ ਇੱਕ ਨਵਾਂ ਫਾਰਮੂਲਾ ਹੈ ਡਾਟ ਪ੍ਰੋਡਕਟ ਦੀ ਫਾਰਮ 'ਚ F ਡਾਟ V। ਸੋ ਜੇ ਫੋਰਸ ਪਤਾ ਲੱਗ ਜਾਏ ਤੁਹਾਨੂੰ ਕਿਸੇ ਜਗ੍ਹਾ ਤੇ ਕਿੰਨਾ ਲੱਗਿਆ ਜਾਂ ਲਗਾਉਣਾ ਪਿਆ, ਡਾਟ ਪ੍ਰੋਡਕਟ ਕਰ ਦਿਓ। ਜਿਵੇਂ ਕਈ ਵਾਰ ਪੇਪਰ 'ਚ ਆਇਆ ਨਾ ਕੁਐਸਚਨ, if a force of 2i cap plus 3j cap minus k cap, force of this much, and velocity of the object is given by 3i cap plus j cap plus 2k cap, then find power। power से की करोगे फिर सीधा ही force ते डॉट प्रोडक्ट कर दे बस। डॉट प्रोडक्ट 3 ਤੇ 1 3 -2 9 - 2 7 आ गया बस। सारा ऐसा ही चाहिए तो 7 62 आ गया। ठीक है, पावर आप करते हैं थे पर उन्होंने जो पूछा। Find a power of an engine which can maintain a speed of n for a train of mass n। ट्रेन का मास दसता उन्होंने पहले, मास दस ही देना चाहिए उन्होंने, नहीं तो सानू किवें पता लगू वेट कितना है फ्रिक्शन कितना है, कोएफिशिएंट ऑफ फ्रिक्शन ही दस्या है। सो पावर ऑफ इंजन विच कैन मेनटेन, आ गल देख लो ध्यान नाल सारे जने, यूज देख ला की कह रहे हो। हाँ जी सर। की मतलब है विच कैन मेनटेन, कि सर मिनिमम एनर्जी कितनी मतलब लानी पऊगी ओनू, मतलब कि उन्हें मेनटेन करनी है वेलोसिटी, वेलोसिटी ਵਧਾਣੀ नहीं है। हाँ जी सर। ਉਹ ਜਿਹੜਾ ਅਪਲਾਈਡ ਫੋਰਸ ਹੋਏਗਾ ਕਿਹਦੇ ਬਰਾਬਰ ਹੋਏਗਾ? ਅਪਲਾਈਡ ਫੋਰਸ 0 फ्रिक्शन मतलब- बराबर होएगा। हाँ जी सर, नेट फोर्स 0 होएगा। नेट फोर्स 0 होगा तो फ्रिक्शन कितना होगा? म्यू एम जी ट्रेन का। यस सर। म्यू कितना आया, मास कितना आया जिन्ना भी आया ऊपर मिलने तक कटिया गया। चलो ते ग्रेविटी कितनी है? वो 10 ले लो, 10 ले लो, इनू कर ला, फोर्स आ गया। ठीक है, न्यूटन च आ गया। होर की चाहिए? अच्छा पावर कटनी है ना, फोर्स तो आ गया अप्लाइड फोर्स अपने को जड़ा भी है, तो वेलोसिटी ਉਹਦੀ मेंटेन कितनी करनी? 50 50 ਨੂੰ ਗੁਣਾ ਕਰਦੀ बस। फिर पावर इज इक्वल टू फोर्स इनटू वेलोसिटी, सेम डायरेक्शन तो होएगा सब कुछ। F डॉट V फिर FV बन जाएगा ना, सेम डायरेक्शन च। बस आ ਜਿਹੜਾ फोर्स आऊगा ਇੱਥੇ ਲਿਖੀ 50 ਨਾਲ ਗੁਣਾ ਕਰਦੀ वेलोसिटी ਨਾਲ, हो गया काम, ज्यादा आगे जाने की लोड़ ही नहीं। राजवीर राजवीर पीयूष पता लग रहा है? हाँ जी सर लग गया। ठीक है, सो इस हाँ, शुरू तरह ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰੋ, ਤੁਹਾਨੂੰ ਨਾ ਆਪ ਉਹ ਚੀਜ਼ ਨੂੰ ਲੱਭਿਆ ਕਰੋ ਵਿੱਚ ਕੀ ਕਹਿ ਰਹੇ ਨੇ। ਉਹਨਾਂ ਨੇ ਕਿਹਾ ਨਾ जस्ट स्लाइड्स डाउन। सर एक बार 9th बता दीजिए। 9th बता देते हैं। An automobile of mass m, m क्या था? m ही ले लो नाल। Starts from rest and accelerates at a maximum rate possible without slipping on the road with mu s is equal to this, and if only the rear wheels are driven and half the weight of the automobile जो भी है अगला ही चक्का ड्राइव हो रहा है जी, नहीं रेयर केड़ा होंदा? पिछला होंदा अगला होंदा? रेयर। चलो जो एक पास अगला हो रहा है सब कुछ। हाफ वेट ऑफ द ऑटोमोबाइल इज सपोर्टेड बाय दीस व्हील्स, जेडे भी व्हील्स आ, ते हाउ मच टाइम इज रिक्वायर्ड टू रीच अ स्पीड ऑफ n। तो पहली गल तो रेस्ट तो स्टार्ट करदा है, तो कुछ सवालों ਨੂੰ साइड ਤੇ रख लिया करो।
ਉਹਨੇ ਵੈਲੋਸਿਟੀ ਅਟੇਨ ਕਰਨੀ ਹੈ 100 ਕਿਲੋਮੀਟਰ ਪ੍ਰਤੀ ਘੰਟਾ। ਜੋ ਵੀ ਹੈ ਤੇ ਟਾਈਮ ਆਪਾਂ ਪਤਾ ਕਰਨਾ ਹੈ ਇਹਨੂੰ ਕਿੰਨਾ ਲੱਗੂਗਾ। ਉਹਦੀ ਐਕਸਲਰੇਸ਼ਨ ਸਾਨੂੰ ਪਤਾ ਨਹੀਂ ਹੈ ਇੱਥੇ, ਜੇ ਪਤਾ ਲੱਗ ਜਾਂਦਾ ਹੋ ਜੂ ਕੰਮ। ਤੇ ਉਹਨਾਂ ਨੇ ਪੁੱਛਿਆ ਵੀ ਕੀ ਆ accelerated maximum rate possible which mu as ਇੰਨਾ ਹੈ and half। अच्छा ठीक है, ਇੱਥੇ ਫਿਰ फ्रिक्शन ਕਿੰਨੀ ਲੱਗੇਗੀ ਦੇਖੋ ਫਿਰ mu into mg/2 ਕਿਉਂਕਿ ਉਹਦੇ ਵੀਲ ਤੇ ਉਹਨਾਂ ਨੇ ਕਿਹਾ ਹਾਫ ਦਾ weight of the automobile is supported, ਐਮ ਹੀ ਰਹਿਣ ਦੋ ਇਹਨੂੰ ਨਾ ਲਾਓ ਟੈਨਸ਼ਨ। ਤਾਂ mu into g/2 ਆ ਜੂਗੀ ਮੇਰੇ ਖਿਆਲ ਨਾਲ ਫੋਰਸ ਬਟਾ m ਕਰਾਂਗੇ ਜਿਹਨੂੰ ਐਕਸਲਰੇਸ਼ਨ ਕਹਿੰਦੇ ਆਪਾਂ। सर तो फ्रिक्शनल फोर्स तो सर हम कैसे ले सकते हैं? हाँ मैं वही कह रहा हूँ ना, अभी यही बात करें, फ्रिक्शनल जो फोर्स है, फ्रिक्शनल फोर्स है यही अप्लाइड फोर्स है अपना यहाँ पर, क्योंकि उससे कितना ज्यादा लगाना है उस बारे में कोई इंफॉर्मेशन गिवन नहीं है हमें। तो अप्लाइड फोर्स को हम यहाँ पूरे सेक्शन में ही लेके चल रहे हैं फ्रिक्शन के बराबर। अब आपको भी बताया मैंने, अभी यही डिस्कशन आज भी कर रहा था कि फ्रिक्शन के बराबर तो जाएगी नहीं बॉडी आगे को, है ना। यस सर। वो यहाँ पर सिर्फ फ्रिक्शन को ओवरकम करते हुए वो बात कर रहे हैं सारी, और अगर वो कोई एक्सेलरेशन प्रोड्यूस कर रहे हैं वो भी उसी में से ही कर रहे हैं। तो ये मिनिमम पॉसिबल वो है सारा कुछ। अब यहाँ पर देखो, यहाँ पे एक्सेलरेशन उन्होंने मैक्सिमम कह दिया, इसके पीछे वाला जो केस था वहां पर अपना मिनिमम वर्ड यूज किया था इन्होंने। इधर यहाँ पे कोई गड़बड़ है इनसे जो होती है, पर हमें दोनों ही केस में क्या करना होता है, फ्रिक्शन को अप्लाइड फोर्स के बराबर ले लेना है। अगर अलग से कोई हमें एक्सेलरेशन उन्होंने प्रोड्यूस करने की बात नहीं की है तो अप्लाइड फोर्स जो है वो बिल्कुल ही फ्रिक्शन के बराबर ले लो बस। तो यहाँ से एक्सेलरेशन आ जाएगी। अदिति ने शायद कितना यही कितना है तो यस सर। तो एक्सेलरेशन जी आएगी तो वो जो m खत्म भी हो जाएगा, μg/2 ਨੂੰ ਫਿਰ ਇੱਥੇ ਲੈ ਆਓ ਬਸ ਤੇ ਟਾਈਮ ਪਤਾ ਕਰੋ ਲਾ ਦਿਓ, ਠੀਕ ਹੈ ਨਾ। ਇਹ ਕਰ ਲਿਓ ਕੁਝ ਇਹਨਾਂ ਨੂੰ ਕਲੈਰਿਟੀ ਨਾਲ। ਇਹ ਮੈਂ ਐਗਰੀ ਕਰਦਾ, ਮੈਂ ਨਾ ਆਪਾਂ ਕੋਈ ਹੋਰ ਬੁੱਕ ਵਿੱਚੋਂ ਇਹਦਾ ਉਹ ਕਰਦੇ ਆ, ਇਹਦੇ ਵਿੱਚ ਹੋਰ ਕੁਐਸਚਨਸ ਕਰਾਂਗੇ। ਪਹਿਲਾਂ ਐਨਸੀਈਆਰਟੀ ਕਰ ਲਈ ਆਪਾਂ, ਕਿਉਂਕਿ ਇਹਦੇ ਵਿੱਚ ਕੋਈ ਹੋਰ ਆਥਰ ਨੇ ਹੋਰ ਬੈਟਰ ਲੈਂਗੁਏਜ ਦੇ ਵਿੱਚ ਉਸ ਦਾ ਇਹ ਗੱਲ ਕੀਤੀ ਹੋਵੇ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਬਿਲਕੁਲ ਕਲੀਅਰ ਹੈ, ਨੀਟ ਐਂਡ ਕਲੀਨ ਗੱਲ ਹੈ ਜਿਹੜੀ ਮੈਂ ਕੱਲ ਕੀਤੀ ਸਾਰਾ ਦਿਨ, ਅੱਜ ਕੀਤੀ ਜਿਹੜੀ ਪਿਊਸ਼ ਨੂੰ ਸਮਝਾ ਰਿਹਾ ਸੀ। ਜਦੋਂ ਇਹਨਾਂ ਦੀ ਆ ਕੁਐਸਚਨ ਦੀ ਲੈਂਗੁਏਜ ਆਉਂਦੀ ਨਾ, ਉੱਥੇ ਹੈਗਾ ਕਿ ਇੱਥੇ ਇਹਨਾਂ ਨੇ फ्रिक्शन ਨੂੰ ਚੱਕ ਕੇ ਡਾਇਰੈਕਟਲੀ ਉਹਦੇ ਬਰਾਬਰ ਲੈ ਲਿਆ ਤਾਂ ਆਰਗੂਮੈਂਟ ਕੀਤਾ ਜਾ ਸਕਦਾ। ਤੁਸੀਂ ਵੀ ਆਰਗੂਮੈਂਟ ਕਰ ਰਹੇ ਹੋ, ਤੁਹਾਡੇ ਦਿਮਾਗ 'ਚ ਕਿਉਂਕਿ ਹੁਣ ਗੱਲ ਸਮਝ ਆ ਚੁੱਕੀ ਹੈ, ਹੁਣ ਤੁਸੀਂ ਸੋਚ ਰਹੇ ਹੋ ਕਿ ਵੀ ਤੁਸੀਂ ਐ ਐਕਸੈਪਟ ਨਹੀਂ ਕਰਦਾ ਤੁਹਾਡਾ ਦਿਮਾਗ, ਤੁਸੀਂ ਕਹਿੰਦੇ ਹੱਦ ਹੋਗੀ, फ्रिक्शन ਦੇ ਬਰਾਬਰ ਫੋਰਸ ਲਾ ਰਹੇ ਹੋ ਫਿਰ ਬੋਡੀ ਐਕਸਲਰੇਟ ਕਿਉਂ ਹੋ ਰਹੀ ਹੈ। ਐਂਡ ਬਿਲਕੁਲ ਰਾਈਟ ਕੁਐਸਚਨ ਹੈ ਤੁਹਾਡਾ, ਬਿਲਕੁਲ ਸਹੀ ਕੁਐਸਚਨ ਹੈ ਕਿ ਬੋਡੀ ਨੂੰ ਐਕਸਲਰੇਟ ਹੋਣਾ ਤਾਂ ਉਹਦੇ ਬਰਾਬਰ ਨਹੀਂ ਲਗਾ ਸਕਦੇ। ਸੋ ਉਹਨੂੰ ਮਿਨੀਮਮ ਪੋਸੀਬਲ ਲਗਾ ਲੈਂਦੇ ਨੇ ਕਿ ਵੀ ਮੰਨ ਲਓ ਇੰਨਾ ਕੁ ਤਾਂ ਫੋਰਸ ਲਗਾਉਣਾ ਹੀ ਪੈਣਾ फ्रिक्शन ਦੇ ਬਰਾबर, ਕਿਉਂਕਿ ਉਸ ਤੋਂ ਉੱਪਰ ਫਿਰ ਉਹਨੂੰ ਅੱਗੇ ਉੱਪਰ ਦੀ ਲਿਮਿਟ ਹੀ ਕੋਈ ਨਹੀਂ ਹੈ ਉੱਪਰਲੀ। Only you have the lower limit. If you want to move a body or accelerate a body, then you have a lower limit that you have to apply at least applied force equal to frictional force. But at most कितना? Can you tell me? आदित्य जी में कह रही थी पहले ना कि भी बहुत जल्दी जितना मर्जी तो at most की कोई लिमिट ही नहीं की। सर तो कितनी मर्जी ला लो, तो कितनी मर्जी ला लो, इसलिए आप ਉਹਦੀ ਉਹ ਲੋਅਰ ਲਿਮਿਟ ਲੈ ਕੇ ਹੀ ਸਭ ਕਰਦੇ ਆ। ਇਹ ਕੋਈ ਮੈਕਸਿਮਮ ਮਿਨੀਮਮ ਵਾਲਾ ਜਿਹੜਾ ਇਹਨਾਂ ਦਾ ਹੁੰਦਾ ਵੰਡਾ ਉੱਥੇ ਹੋ ਸਕਦਾ ਕਿ ਕੋਈ ਵੈਲ ਡਿਫਾਈਨਡ ਦੀ ਪ੍ਰੋਬਲਮ ਹੋਵੇ, ਉੱਥੇ ਆਰਗੂਮੈਂਟ ਹੋ ਸਕਦਾ ਹੈ। ਸੋ ਆਪਾਂ ਇਹਨਾਂ ਨੂੰ ਕੋਈ ਐ ਨਹੀਂ ਲੈ ਕੇ ਚੱਲਦੇ ਕਿ ਇਹਨੂੰ ਕੋਈ ਮੱਥੇ ਟੇਕਣਾ ਕਿਤਾਬਾਂ ਨੂੰ। ਆਪਾਂ ਹਲੇ ਬਹੁਤ ਸੋ ਕੁਐਸਚਨ ਕਰਨੇ, ਬਹੁਤ ਤਰ੍ਹਾਂ ਦੇ ਕਰਨੇ ਆ, ਉੱਥੇ ਆਪਾਂ ਬਹੁਤ ਸਾਰੇ ਕੁਐਸਚਨਸ ਕਰਨੇ ਆ, ਆਪਾਂ ਨੂੰ ਬਹੁਤ ਕੁਝ ਹੋਰ ਪਤਾ ਲੱਗ ਜਾਊਗਾ ਕਿ ਕਿਵੇਂ ਹੋਰ ਕਲੈਰਿਟੀ ਨਾਲ ਆਪਾਂ ਇਹਨੂੰ ਪਿਕ ਕਰਨਾ ਹੈ। ਠੀਕ ਹੈ ਜੀ ਗੱਲ ਵੈਭਵ? यस सर यस सर। ਤੇਰਵਾਂ ਮੈਂ ਕਰਾਏ ਸੀ ਉਹ ਪਿਛਲੇ ਲੈਕਚਰ ਤੁਸੀਂ ਦੇਖ ਲਿਓ, ਤੇ ਹੁਣ ਤੁਸੀਂ ਆ ਟਰਾਈ ਕਰਿਓ, ਆਹ ਵਾਲੇ ਕੁਐਸਚਨ ਜਿਹੜੇ ਆ ਹੁਣ ਟਰਾਈ ਕਰਿਓ ਸਾਰੇ ਜਣੇ ਕੁਐਸਚਨਸ, ਠੀਕ ਹੈ। ਤੇ ਇਸ ਤੋਂ ਬਾਅਦ ਜਿਹੜੇ ਅਗਲੇ ਹੈਗੇ ਨੇ ਮਤਲਬ ਜਿਹੜੇ ਮੈਂ ਕਰਾਏ ਨੇ ਇਨਕਲਾਈਨ ਡੈਕਲਾਈਨ ਪਲੇਨ ਵਾਲੇ, ਇਹ 'ਚ ਹੈ ਨਹੀਂ ਸ਼ਾਇਦ, ਇਹ 'ਚ ਨਹੀਂ ਹੈਗੀ, ਇਹ ਤਾਂ ਪਹਿਲੇ ਵਾਲੇ ਹੀ ਨੇ। यस सर वो तो अगली पीडीएफ। ठीक है, ठीक है, अगली पीडीएफ सी का ना, मैं पुरानी पीडीएफ ही खोली आ रहा हूँ। ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਫਾਰਮੂਲੇ ਯਾਦ ਨਹੀਂ ਰੱਖਣੇ, ਆਪਾਂ ਉਸੇ ਟਾਈਮ ਕੱਢ ਲੈਣੇ ਆ।
ये आऊगा। कोई क्वेश्चन देखिए उधर ਦਾ ਐ ਕਰ ਲੈਣੇ ਇਹਨੂੰ ਕਰ ਲੈਣੇ ਇਹ ਚ ਤਾਂ 3 ਪਾर्ट ਹੈਗੇ ਨੇ 7ਵਾਂ ਪਹਿਲਾਂ ਦੇਖਦੇ ਹਾਂ ਬਾਕੀ ਬਾਅਦ ਦੇਖਦੇ ਹਾਂ ਸਾਰਾ ਕੁਝ ਹੀ ਆ ਜਾਊਗਾ ਵਿੱਚ। देखो की है this is a metal block of inner mass is placed on a plane inclined to horizontal in an angle if the coefficient of refraction inner what force must be applied। देखो कई पार्ट बनाए ने इन्होंने चंगा किया कोई पार्ट बनाते ने थ्योरी पूरी डिस्कस होनी है पहला आ पार्ट करते हैं ते what most possible to just prevent the block from sliding down the inclined plane। just देखो करना की है पर्पस दस रहे हो ध्यान नाल समझो इस गल नू। आ inclined plane है कमल ਇਹਦੇ ਉੱਪਰ ऑब्जेक्ट पे आया ऑब्जेक्ट का मास ਤੁਹਾਨੂੰ पता है वेट भी पता है आ 30 है चलो अभी 30 है फिलहाल मैं mg cos थीटा mg sin थीटा लिख देना 30 है वैसे कोएफिशिएंट ऑफ फ्रिक्शन म्यू अपन पता है हाँ जी अब अगर वो जस्ट प्रिवेंट करना है ब्लॉक नीचे जाने तो ਹੁਣ ਤੁਸੀਂ ਦੇਖੋ ਬਲੌਕ ਇਹ ਬਣਾ ਨੀਚੇ ਜਾ ਰਿਹਾ ਤਾਂ ਉਹਨੂੰ ਪ੍ਰੀਵੈਂਟ ਕਰਨ ਲਈ ਫੋਰਸ ਕਿੱਧਰ ਨੂੰ ਲਗਾਓਗੇ ਪਿੱਛੇ ਨੂੰ ਉੱਪਰ ਨੂੰ ਹੈਨਾ ਯੈਸ ਸਰ ਉੱਪਰ ਨੂੰ ਸਲਾਈਡਿੰਗ ਡਾਊਨ ਤੋਂ ਬਚਾਣਾ ਹੈ ਤੇ ਜੇ ਸਲਾਈਡਿੰਗ ਡਾਊਨ ਤੋਂ ਬਚਾਣਾ ਹੈ ਉਹਨੇ ਤੇ ਆਪਾਂ ਫੋਰਸ ਉੱਪਰ ਨੂੰ ਲਗਾਵਾਂਗੇ ਪਰ ਜਦੋਂ ਫੋਰਸ ਉੱਪਰ ਨੂੰ ਲਗਾਵਾਂਗੇ ਤਾਂ ਉਹਦਾ ਜਿਹੜਾ ਫ੍ਰਿਕਸ਼ਨ ਹੈ ਕਿੱਧਰ ਨੂੰ ਐਕਟ ਕਰਨ ਲੱਗ ਜਾਏਗਾ ਨਾਲ ਹੀ नीचे नु नीचे ठीक है सो ਤੁਹਾਨੂੰ फोर्स कितना लाना पड़ेगा फ्रिक्शन प्लस mg sin थीटा फ्रिक्शन कितना है 0.2 mg जी 9.8 ले लेने ते cos थीटा cos 30 डिग्री कितना होता है हाफ नहीं square root 3/2 सर cos 30 हाफ ਹੁੰਦਾ ਹੈ हाँ √3/2 ਹੁੰਦਾ है यस सर ਹੁੰਦਾ ਉਲਟਾ ਹੁੰਦਾ ਨਾ यस सर m कितना 0.5 9.8 sin 30 1/2 ਹੁੰਦਾ ਤੇ ਇਹਨੂੰ ਦੇਖੋ ਸੋਲਵ ਕਰ यस सर कैलकुलेटर ले लो ये आ जाएगा 5 दूनी 10 ये 0.10 है ना तो कैलकुलेटर नाल ही कर लो हैगा किसी को देखो होनी कर लो मैं को नहीं हैगा इस टाइम करके देखो आंसर कितना आ रहा है 1.6 आ रहा है कि नहीं आ रहा कर रहा कोई पीयूष हाँ जी सर करिए ना सर कर लो पॉइंट √3 नु 1.732 लिख दो हाँ जी सर वही किया सर पर नहीं इथे मूव इनो ना जस्ट मूव सर आ नहीं रहा मेरा ਆਊਗਾ ਹੀ ਨਹੀਂ सर आया नहीं ਆ ਪਾਰਟ ਜੇ ਪਤਾ ਲੱਗ ਜਾਂਦਾ ਆਪਾਂ ਨੂੰ ਉਹ ਜਸਟ ਮੂਵ ਦਾ ਬਲੌਕ ਫੇਰ ਕਰਨਾ ਆਪਾਂ ਆ ਫੋਰਸ ਤਾਂ ਉਦੋਂ ਆਊਗਾ ਦੂਜਾ ਆਨਸਰ ਆਊਗਾ ਇਹ ਆਊਗਾ ਦੇਖੋ 3.299 ਆ ਰਿਹਾ ਨਾ ਇਹ क्योंकि जस्ट मूव ਦਾ ਹੀ ਹੈ ਨਾ ਉੱਪਰ ਨੂੰ ਜਸਟ ਮੂਵ ਕਰਨ ਲੱਗਿਆ ਆਪਾਂ ਤਾਂ ਇਹ ਆਉਂਦਾ ਫ੍ਰਿਕਸ਼ਨ ਨੀਚੇ ਨੂੰ
ਤੇ ਪ੍ਰੀਵੈਂਟ ਕਰਨ ਲਈ ਆਪਾਂ ਨੂੰ ਕਿੰਨਾ ਹੋਏਗਾ ਵੀ ਜਿੰਨਾ mg sin ਥੀਟਾ ਆਏਗਾ ਮਾਈਨਸ ਫ੍ਰਿਕਸ਼ਨ ਹੋਏਗਾ। ਕਿਉਂ mg sin ਥੀਟਾ ਜੇ ਮੰਨ ਲਓ ਜ਼ਿਆਦਾ ਹੋ ਗਿਆ, ਜਸਟ ਨੀਚੇ ਜਾਣ ਲੱਗਿਆ ਤਾਂ ਉਹ ਆਬਵੀਅਸਲੀ ਮਾਈਨਸ ਫ੍ਰਿਕਸ਼ਨ ਦੇ ਕਰਕੇ ਇੰਨਾ ਫੋਰਸ ਨੀਚੇ ਨੂੰ ਐਕਸਟਰਾ ਲੱਗ ਰਿਹਾ। ਆ ਆਊਗਾ, ਇਹ ਪਹਿਲੇ ਦਾ ਆਨਸਰ ਆਊਗਾ। ਦੂਜੇ ਦਾ ਆਊਗਾ ਆਹ f plus mg sin ਥੀਟਾ। ਤੀਜੀ ਦਾ ਹੋਊਗਾ ਟੂ ਮੂਵ ਅਪ ਵਿਦ ਐਨ ਐਕਸਲਰੇਸ਼ਨ। ਹਾਂ ਹੁਣ ਕਰਦੇ ਆ, ਪਹਿਲਾ 2 ਪਾਰਟ ਕਰ ਲਓ ਫਿਰ ਤੀਜਾ ਕਰਦੇ ਆ। ਸਰ ਹਾਂਜੀ ਸਰ ਦੂਜਾ ਸਰ ਸਹੀ ਆਨਸਰ ਆ ਗਿਆ ਸਰ ਬਟ ਮੈਨੂੰ ਇਦਾਂ ਨਹੀਂ ਸਮਝ ਲੱਗਾ ਸਰ ਫਸਟ ਦਾ ਆ ਕਿਵੇਂ ਆ ਗਿਆ mg sin ਥੀਟਾ ਮਾਈਨਸ f। ਉਹ ਮੈਂ ਸਮਝਾ ਦੇਣਾ, ਆਨਸਰ ਤਾਂ ਆ ਗਿਆ ਨਾ, ਪਹਿਲਾਂ ਮੈਂ ਸਮਝਾ ਦੇਣਾ। ਪਹਿਲੇ ਦਾ ਵੀ ਦੇਖ ਲੈਣਾ ਕਰਕੇ ਕੀ ਆ ਰਿਹਾ। ਹਾਂਜੀ ਸਰ ਕਰ ਇਹਦੀ ਆ ਦੂਜੀ ਟਰਮ ਆਈ ਹੈ, ਇਹ ਚੋਂ ਆ ਵਾਲੀ ਟਰਮ ਪਹਿਲੀ ਵਾਲੀ ਮਾਈਨਸ ਕਰਦੀ, ਬਸ ਹੋ ਗਈ ਹੈ f। ਜੋ ਇਹਦਾ ਆਨਸਰ ਆਇਆ ਹੋਇਆ ਤੇਰਾ ਉਹਨੂੰ ਇਹ ਚੋਂ ਮਾਈਨਸ ਕਰ ਦੇ। ਕੁਝ ਸਿਚੁਏਸ਼ਨ ਵਿੱਚ ਐਂ ਹੀ ਸੋਚਣੀ ਪੈਂਦੀ ਨਾ ਆਪਾਂ ਨੂੰ ਕਿ ਜਿਵੇਂ ਉਹਨਾਂ ਨੇ ਕੁਐਸਚਨ ਪੁੱਛਿਆ ਤਾਂ ਸਾਨੂੰ ਐਂਗਲ ਆਫ ਰਿਪੋਜ਼ ਤੋਂ 30 ਡਿਗਰੀ ਘੱਟ ਆ ਕਿ ਵੱਧ ਆ, ਸਾਨੂੰ ਕਿਹੜਾ ਪਤਾ ਹੈ। ਸੋ ਅਸੀਂ ਫਿਰ ਉਹਨੂੰ ਉਸ ਅਕੋਰਡਿੰਗ ਸੋਚਣਾ ਹੁੰਦਾ। ਹੁਣ ਮੈਂ ਤੁਹਾਨੂੰ ਦੱਸਦਾ ਕਿ ਆਨਸਰ ਕਿਵੇਂ ਕਿਵੇਂ ਆ ਰਹੇ ਨੇ, ਕਿਉਂ ਆ ਰਹੇ ਨੇ, ਇੱਕ ਵਾਰ ਦੁਬਾਰਾ। ਹਾਂਜੀ ਸਰ ਆ ਗਿਆ ਸਰ ਸਹੀ ਫਸਟ ਦਾ 1.6। ਹਾਂਜੀ ਹੁਣ ਐ ਕਰ ਉਹਨੂੰ ਛੱਡ, ਹੁਣ ਮੈਂ ਤੁਹਾਨੂੰ ਦੱਸਦਾ ਕਿਵੇਂ ਕਿਵੇਂ ਆਨਸਰ ਕਿਵੇਂ। ਸਾਰੇ ਨੇ ਸੁਣ ਲਓ ਪਹਿਲਾਂ ਚੰਗੀ ਤਰ੍ਹਾਂ। ਦੇਖੋ ਪਹਿਲਾਂ ਉਹ ਕਹਿ ਰਹੇ ਨੇ ਕਿ ਹਾਊ ਮਚ ਫੋਰਸ ਇਜ਼ ਰਿਕੁਆਇਰਡ to just prevent the block from sliding down। ਮਤਲਬ ਉਹਨੂੰ ਥੱਲੇ ਜਾਣ ਤੋਂ ਰੋਕਣਾ। ਜੇ ਤਾਂ ਉਹ ਆਪ ਹੀ ਰੁਕਿਆ ਫਿਰ ਤਾਂ ਤੁਹਾਨੂੰ ਕੋਈ ਫੋਰਸ ਲਗਾਉਣ ਦੀ ਲੋੜ ਹੀ ਨਹੀਂ ਹੈ। ਮਤਲਬ ਆਪ ਨਹੀਂ ਰੁਕ ਰਿਹਾ ਹਨਾ ਪਹਿਲੇ ਸਵਾਲ 'ਚ, ਕਿਉਂਕਿ ਜਦ ਪ੍ਰੀਵੈਂਟ ਕਰਨਾ ਉਹਨੂੰ ਨੀਚੇ ਜਾਣ ਤੋਂ ਰੋਕਣਾ ਤਾਂ ਉਹ ਨੀਚੇ ਕਿੰਨੇ ਫੋਰਸ ਕਰਕੇ ਜਾ ਰਿਹਾ। ਫ੍ਰਿਕਸ਼ਨ ਤਾਂ ਇਧਰ ਨੂੰ ਐਕਟ ਕਰ ਰਿਹਾ ਹੁੰਦਾ ਹੈ, mg ਇਧਰ ਨੂੰ ਹਨਾ। ਤਾਂ ਆ ਨੀਚੇ ਵਾਲਾ ਜਿਹੜਾ ਫੋਰਸ ਹੈ ਜ਼ਿਆਦਾ ਆ ਮਤਲਬ ਹਨਾ। ਯੈਸ ਸਰ। ਨੀਚੇ ਨੂੰ ਨੈਟ ਡਾਊਨਵਰਡ ਫੋਰਸ ਕਿੰਨਾ ਹੈ ਬਸ ਆ ਪਤਾ ਕਰ ਲਾ ਤੂੰ, ਉਹ ਕਿੰਨਾ ਹੋਊਗਾ। ਆਈ ਹੋਊਗਾ ਨਾ। ਯੈਸ ਸਰ। ਫਿਰ ਆਹੀ ਆਪਾਂ ਨੂੰ ਫਿਰ ਉਹਨੂੰ ਦੇਣਾ ਪੈਣਾ ਤਾਂ ਕਿ ਉਹ ਪ੍ਰੀਵੈਂਟ ਕਰ ਲਈ, ਨੀਚੇ ਨਾ ਜਾਣ ਦਈਏ। ਹਾਂਜੀ ਠੀਕ ਆ ਗੱਲ ਪਹਿਲਾ। ਦੂਜੇ ਚ ਕੀ ਹੈ, ਜਸਟ ਮੂਵ ਕਰਨਾ ਬਲੌਕ ਨੂੰ ਉੱਪਰ। ਹੁਣ ਉਲਟਾ ਹੁੰਦਾ, ਜਸਟ ਮੂਵ ਕਰਨਾ ਬਲੌਕ ਨੂੰ। ਜਦੋਂ ਬਲੌਕ ਨੂੰ ਉੱਪਰ ਮੂਵ ਕਰਨ ਤੇ ਆ ਗਿਆ ਤੂੰ ਤਾਂ ਨਾਲ ਹੀ ਫ੍ਰਿਕਸ਼ਨ ਨੇ ਆਪਣੀ ਪਿੱਛੇ ਨੂੰ ਲੱਗਣ ਲੱਗ ਜਾਣੀ। ਜਸਟ ਮੂਵ ਕਰਨਾ ਜਦੋਂ, ਤਾਂ ਫਿਰ ਤੈਨੂੰ ਕਿੰਨਾ ਫੋਰਸ ਲਗਾਉਣਾ ਪਏਗਾ। ਇੱਕ ਤਾਂ mg sin ਥੀਟਾ ਜਿਹੜਾ ਹੋਗਾ ਉਹ ਤਾਂ ਚੱਕਣਾ ਹੀ ਪੈਣਾ, ਨਾਲ ਦੇ ਨਾਲ ਫ੍ਰਿਕਸ਼ਨ ਵੀ ਪਿੱਛੇ ਨੂੰ ਆ ਗਿਆ। ਆ ਦੂਜਾ ਹੋ ਗਿਆ, ਆਨਸਰ ਆ ਚੁੱਕਿਆ। ਕਲੀਅਰ ਹੈ ਗੱਲ ਹੁਣ, ਬਸ ਬੋਲ। ਯੈਸ ਸਰ। ਆਦਿਤੀ ਠੀਕ ਹੈ। Yes, sir. अनुराग ਯੈਸ ਸਰ। ਬਾਕੀ ਸਾਰੇ ਵੀ ਬੋਲਿਆ ਕਰੋ ਵਿੱਚ ਵਿੱਚ, ਕੋਈ ਏਡੀ ਗੱਲ ਨਹੀਂ। ਰਾਜਵੀਰ ਵੀ ਵਧੀਆ ਹੁਣ ਇੰਟਰੈਕਟ ਕਰਦਾ ਵਾ। ਰਾਜਵੀਰ ਪਹਿਲਾਂ ਨਹੀਂ ਬੋਲਦਾ ਹੁੰਦਾ ਸੀ, ਹੁਣ ਉਹ ਕੋਈ ਪੜ੍ਹਦਾ ਆ ਇਸ ਲਈ ਪੁੱਛਦਾ ਆ ਕੁਝ ਨਾ ਕੁਝ। ਪੜੋਗੇ ਤਾਂ ਕੋਈ ਡਾਊਟ ਆਣਗੇ ਹੀ। ਉਹ WhatsApp ਵਿੱਚ ਵੀ ਭੇਜਦਾ ਕੁਝ ਨਾ ਕੁਝ ਜੋ ਕਰਦਾ ਹੈ ਸੋਲਵ। ਇੱਥੇ ਵੀ ਉਹ ਵਧੀਆ ਕੁਐਸਚਨਿੰਗ ਕਰਦਾ ਆ। ਇਸ ਤਰ੍ਹਾਂ ਦੀ ਮੈਂ ਚਾਹੁੰਦਾ ਤੁਹਾਡੇ ਵਿੱਚ ਵੀ ਜਿਹੜੇ ਨਹੀਂ ਬੋਲਦੇ ਵੀ ਤੁਸੀਂ ਥੋੜਾ ਕੰਮ ਕਰੋ, ਨਾਲ ਇੰਪਰੂਵ ਕਰੋ। ਮੈਂ ਤੁਹਾਡੀ ਹੈਲਪ ਕਰੂੰਗਾ ਨਾਲ ਨਾਲ। ਥਰਡ ਕੀ ਹੈ, ਟੂ ਮੂਵ ਅਪ ਦਾ ਇਨਕਲਾਈਨਡ ਪਲੇਨ। ਹੁਣ ਮੂਵ ਅਪ ਕਰਨਾ ਹੀ ਆ। ਹੁਣ ਦੇਖੋ ਵੀ ਹੁਣ ਅਪ ਕਰਨਾ ਤੇ ਐਕਸਲਰੇਸ਼ਨ ਵੀ ਪਤਾ ਵੀ ਇੰਨੀ ਐਕਸਲਰੇਸ਼ਨ ਨਾਲ ਉੱਪਰ ਕਰਨਾ। ਤਾਂ ਹੁਣ ਉੱਪਰ ਨੂੰ ਨੈਟ ਫੋਰਸ ਕਿੰਨਾ ਲੱਗਣਾ ਚਾਹੀਦਾ ਹੈ। ਜਿਹੜਾ ਨੈਟ ਫੋਰਸ ਹੈ ਉਹ ਕਿੰਨਾ ਲੱਗਣਾ ਚਾਹੀਦਾ ਹੈ, ਬਲੌਕ ਦਾ ਮਾਸ ਇਨਟੂ ਐਕਸਲਰੇਸ਼ਨ। ਇਹਨੂੰ ਬਾਅਦ ਚ ਕਰ ਲਾਂਗੇ ਮੀਟਰ ਪਰ ਸੈਕਿੰਡ ਸਕੁਅਰ ਚ, ਹੈ ਕਿ ਨਹੀਂ ਪਿਊਸ਼। ਐਕਸਲਰੇਟ ਹੋ ਰਹੀ ਬੋਡੀ ਉੱਪਰ ਨੂੰ। ਹਾਂਜੀ ਸਰ। ਤਾਂ ਮਾਸ ਇਨਟੂ ਐਕਸਲਰੇਸ਼ਨ, ਪਰ ਨੈਟ ਫੋਰਸ ਉੱਪਰ ਨੂੰ ਲੱਗੇਗਾ ਕਿੰਨਾ, ਜਿੰਨਾ ਅਪਲਾਈਡ ਫੋਰਸ ਹੋਏਗਾ। ਯੈਸ ਸਰ। ਮਾਈਨਸ ਪੈਣਾ ਆਪਾਂ ਨੂੰ ਬੇਸਿਕਲੀ ਅਪਲਾਈਡ ਫੋਰਸ ਪਤਾ ਕਰਨਾ। ਪਤਾ F ਅਪਲਾਈਡ ਮਾਈਨਸ mg sin ਥੀਟਾ। ਯੈਸ ਸਰ। ਮਾਈਨਸ ਫ੍ਰਿਕਸ਼ਨ। ਫ੍ਰਿਕਸ਼ਨ ਇਹ ਹੋਊਗਾ ਇਕੁਅਲ ਟੂ ਦਿਸ। ਹਾਂਜੀ ਸਰ। this will be F applied ਜਿਹੜਾ ਹੋਏਗਾ mg sin ਥੀਟਾ plus F ਜਿਹੜਾ ਕਿ ਨੀਚੇ ਨੂੰ ਲੱਗ ਰਿਹਾ ਸੀ ਪਲੱਸ ਉਹ ਐਕਸਲਰੇਸ਼ਨ ਜਿਹੜੀ ਜ਼ਰੂਰਤ ਹੈ I m into a। ਹਾਂਜੀ ਤੁਹਾਨੂੰ ਮੈਂ ਪਹਿਲਾਂ ਕਿਹਾ ਅਪਲਾਈਡ ਫੋਰਸ, ਫਿਰ ਇਹਨੂੰ ਜੋੜ ਦਿਆ ਕਰੋ। ਹਾਂਜੀ ਸਰ। m ਇਹਨੂੰ ਨਾਲ ਜੋੜੇਗਾ ਤਾਂ ਆ 3.299 ਤੋਂ 3.399 ਹੋ ਜਾਊਗਾ। ਯੈਸ ਸਰ। ਠੀਕ ਹੈ ਜੀ ਗੱਲ। ਯੈਸ ਸਰ। यस सर। ਸਾਰੇ ਆਵਲੇ ਕੁਐਸਚਨ ਜਿਹੜੇ 10 ਕੁਐਸਚਨ ਹੈਗੇ ਨੇ ਆ ਵੀ ਇੱਕ ਵਾਰ ਟਰਾਈ ਕਰ ਲਿਓ। ਕੱਲ ਆਪਾਂ ਇਹਦਾ ਲਾਸਟ ਵਾਲਾ ਪਾਰਟ ਕਰਾਂਗੇ, ਬਹੁਤ ਸੌਖਾ ਹੈ।
ਕੋਈ ਔਖਾ ਨਹੀਂ ਹੈ, ਇਹਦੀਆਂ ਪ੍ਰੋਬਲਮਸ ਵੀ ਲੈ ਲੂੰਗਾ, ਕੱਲ ਲਾਸਟ ਪਾਰਟ ਵੀ ਕਰਾ ਦੂੰਗਾ। ਇੱਕ ਮੈਨੂੰ ਜਲਦੀ ਇੱਕ ਗੱਲ ਦੱਸ ਦਿਓ, 11:24 ਹੋ ਗਿਆ, ਮੈਂ ਨਾ ਇੱਕ 11:30 ਵਜੇ ਗੂਗਲ ਮੀਟ ਤੇ ਤੁਹਾਡੇ ਪੇਪਰ ਵਗੈਰਾ ਲੈਣ ਬਾਰੇ ਉਹ ਸਰ ਦੀ ਉਹ ਟ੍ਰੇਨਿੰਗ ਜੀ ਅਟੈਂਡ ਕਰਨੀ ਹੋਣੀ, ਤੇ ਤੁਸੀਂ ਮੈਨੂੰ ਨਾ ਜਲਦੀ ਇਹ ਦੱਸ ਦਿਓ ਤੁਹਾਡਾ ਜਿਹੜਾ ਇੰਗਲਿਸ਼ ਦਾ ਲੈਕਚਰ ਕਦੋਂ ਹੁੰਦਾ ਹੈ? ਮੰਡੇ ਨੂੰ ਹੁੰਦਾ? ਯੈਸ ਸਰ, ਮੰਡੇ ਨੂੰ ਹੁੰਦਾ ਹੈ ਸਰ, ਇੱਕ ਦਿਨ ਛੱਡ ਕੇ ਹੁੰਦਾ ਹੈ। ਥਰਸਡੇ, ਫਰਾਈਡੇ, ਸੈਟਰਡੇ, ਮੰਡੇ ਨੂੰ ਹੁੰਦਾ। ਟਿਊਜ਼ਡੇ ਅੱਜ नो सर ਨਹੀਂ ਹੈਗਾ, No, sir. 3:30 ਖਤਮ ਹੋ ਜੂ। ਪਰ ਅੱਜ ਸ਼ਾਮ ਦੀ ਮੈਂ ਕਲਾਸ ਨਾ ਰੱਖੀ ਹੋਈ ਹੈ, ਇੱਕ ਮੈਂ ਕੋਈ ਹੋਰ ਬੱਚਿਆਂ ਨੂੰ ਐਲਜਬਰਾ ਥੋੜਾ ਦੱਸਣਾ ਹੈ, ਤੇ ਵੈਡਨਸਡੇ ਫਿਰ ਹੋਊਗਾ ਤੁਹਾਡਾ ਲੈਕਚਰ ਇੰਗਲਿਸ਼ ਦਾ, ਹੈ ਨਾ? ਯੈਸ ਸਰ। ਫਿਰ ਥਰਸਡੇ ਨਹੀਂ ਹੋਊਗਾ ਨਾ? ਯੈਸ ਕਿਉਂਕਿ ਪਹਿਲਾਂ ਸੀ ਥਰਸਡੇ ਐਂਡ ਸੈਟਰਡੇ। ਨੋ ਸਰ। ਆਪਾਂ ਸ਼ਾਮ ਨੂੰ ਮਿਲਾਂਗੇ 4 ਵਜੇ, ਠੀਕ ਹੈ ਜੀ ਗੱਲ? ਸਵੇਰ ਓਕੇ ਸਰ। ਲੱਗੂਗੀ ਹੀ, ਸ਼ਾਮ ਵਾਲੀ ਵੀ ਲੱਗੂਗੀ। ਸ਼ਾਮ ਵਾਲੀ ਕਲਾਸ ਦੇ ਵਿੱਚ ਹੋ ਸਕਦਾ ਮੈਂ ਉੱਪਰ ਵਾਲਾ ਸਵੇਰੇ ਹੀ ਚਲਾਈ ਜਾਵਾਂ ਕੰਮ, ਸ਼ਾਮ ਵਾਲੀ ਕਲਾਸ ਜਿਹੜੀ 4 ਵਜੇ ਲੱਗਣੀ ਹੈ, ਹਫਤੇ 'ਚ 2 ਵਾਰੀ ਆ ਇਸ ਹਫਤੇ, ਉਹਦੇ 'ਚ ਮੈਂ ਤੁਹਾਨੂੰ ਵਰਕ ਪਾਰ એનર્ਜੀ ਕਰਾਉਂਗਾ, ਬਹੁਤ ਬੇਸਿਕ ਗੱਲਾਂ ਛੋਟੀਆਂ, ਤਾਂ ਕਿ ਉਹਨਾਂ ਗੱਲਾਂ ਨੂੰ ਫਿਰ ਉੱਥੇ ਲੋੜ ਨਾ ਪਵੇ ਜਦੋਂ ਆਪਾਂ ਅਗਲੇ ਹਫਤੇ ਉਹਨੂੰ ਸ਼ੁਰੂ ਕਰੀਏ ਪ੍ਰੋਪਰਲੀ। ਬੇਸਿਕ ਗੱਲਾਂ ਵਰਕ ਪਾਰ એનર્ਜੀ ਦੇ ਬਾਰੇ। ਹਾਂਜੀ ਰਾਜਵੀਰ, ਹਾਂਜੀ ਰਾਜਵੀਰ, हैंड रेज किया? ਸਰ ਪਿਛਲਾ ਪੇਜ ਓਪਨ ਕਰਿਓ ਫਿਰ। पिछला पेज? ਹਾਂਜੀ ਸਰ। ਹਾਂਜੀ ਸਰ ਅੱਜ ਇਹਨਾਂ ਜਿਹੜੇ ਸਰ ਕੁਐਸਚਨ ਦੇ ਵਿੱਚ ਸਰ ਜਿਹੜਾ ਐਂਗਲ ਦਿਆ ਵਾ ਹੁੰਦਾ ਹੈ ਸਰ, ਇਹ ਥੱਲੇ ਵਾਲਾ ਐਂਗਲ ਹੁੰਦਾ ਹੈ ਇਨਕਲੀਨੇਸ਼ਨ ਦਾ। ਆ ਐਂਗਲ ਹੁੰਦਾ ਹੈ, ਹਾਂ, ਤੇ ਆ ਹੀ ਐਂਗਲ ਇੱਥੇ ਵੀ ਬਣਦਾ ਹੁੰਦਾ ਹੈ। ਸਰ ਸਾਰੇ ਕੁਐਸਚਨ ਦੇ ਵਿੱਚ ਆਹੀ ਸੇਮ ਹੀ ਲੈਣੇ ਦੋਨੋਂ ਐਂਗਲ? ਹਾਂ, ਇਹ ਥੀਟਾ ਹੋਊਗਾ ਤਾਂ ਆ ਵੀ ਥੀਟਾ ਹੀ ਹੋਊਗਾ, ਜਿੰਨਾ ਆਊਗਾ ਉਨਾ ਹੀ ਆ ਹੋਊਗਾ। ਸਰ ਜੇ ਅਲੱਗ ਹੋਊਗਾ ਤਾਂ ਸਰ ਮਤਲਬ ਕਿ ਦਿਆ ਹੋਊਗਾ ਕਿ ਉਹ ਐਂਗਲ ਜ਼ਿਆਦਾ ਹੈ ਜਾਂ ਘੱਟ ਹੈ? ਹਾਂਜੀ, ਉਹ ਹੋਊਗੇ, ਹੋ ਹੀ ਨਹੀਂ ਸਕਦਾ ਅਲੱਗ, ਹੋ ਹੀ ਨਹੀਂ ਸਕਦਾ। ਅੱਛਾ ਤੂੰ ਮੈਨੂੰ ਇਹ ਦੱਸ, ਆ ਹੋ ਸਕਦਾ? ਇੱਧਰ ਦੇਖ, ਮੰਨ ਲਓ ਇੱਕ ਲਾਈਨ ਆ ਵੀ ਇੱਕ ਲਾਈਨ ਆ, ਠੀਕ ਹੈ, ਤੇ ਇੱਕ ਹਾਂਜੀ ਸਰ। ਜਿਹੜੀ ਹੈਗੀ ਹੈ ਮੰਨ ਲਓ ਉਹ ਆ ਲਾਈਨ ਆ। ਹੁਣ ਤੂੰ ਮੈਨੂੰ ਇਹ ਦੱਸ ਕਿ ਤੂੰ ਕਹੇਂਗੇ ਆਹ ਵਾਲਾ ਐਂਗਲ ਤੇ ਆਹ ਵਾਲਾ ਐਂਗਲ ਅਲੱਗ ਗਿਵਨ ਹੋਵੇ, ਹੋ ਸਕਦਾ ਹੈ? ਨਹੀਂ ਸਰ। ਨਹੀਂ ਹੋਊਗਾ ਨਾ, ਇਹ ਤਾਂ ਸੇਮ ਹੀ ਹੋਣਗੇ, ਜੇ ਥੀਟਾ ਵੀ ਥੀਟਾ, ਹਾਂਜੀ ਸਰ। ਹਾਂਜੀ ਸਰ। ਹਨਾ? ਜੇ ਆ ਐਂਗਲ ਜਿੰਨਾ ਹੋਊਗਾ ਉਹਨੇ ਆ ਹੋਊਗਾ, ਐਲਟਰਨੇਟ ਐਂਗਲਸ। ਇਹ ਆਪਣੀ ਕੋਈ ਚੋਇਸ ਥੋੜੀ ਹੈ ਕਿ ਗਿਵਨ ਆ, ਉੱਥੇ ਵੀ ਐਵੇਂ ਹੀ ਆ ਦੇਖ ਤੈਨੂੰ ਮੈਂ ਦੱਸ ਦੇਣਾ ਕਿਵੇਂ। ਜਦੋਂ ਆਪਾਂ ਕੋਈ ਵੀ ਦੋ ਲਾਈਨਾਂ ਡਰਾ ਕਰਦੇ ਆ, ਬਹੁਤ ਧਿਆਨ ਨਾਲ ਸਮਝੀ ਇਸ ਗੱਲ ਨੂੰ। ਮੰਨ ਲਾ ਆ ਲਾਈਨ ਆ ਤੇ ਮੰਨ ਲਾ ਇੱਕ ਆ ਲਾਈਨ ਆ, ਕੋਈ ਵੀ ਦੋ ਲਾਈਨਾਂ ਡਰਾ ਕਰਦੇ, ਇਹਨਾਂ ਦੋਨਾਂ ਲਾਈਨਾਂ ਵਿੱਚ ਐਂਗਲ ਕਿੰਨਾ ਆ ਮੰਨ ਲਾ ਹੈਗਾ ਥੀਟਾ, ਠੀਕ ਆ? ਹੁਣ ਜਿਹੜੀ ਆ ਪਹਿਲੀ ਲਾਈਨ ਆ, ਪਹਿਲੀ ਲਾਈਨ ਦੇ ਮੈਂ ਪਰਪੈਂਡੀਕੂਲਰ ਇੱਕ ਲਾਈਨ ਡਰਾ ਕਰਦਾ ਇੱਥੋਂ, ਠੀਕ ਆ? ਪਹਿਲੀ ਲਾਈਨ ਦੇ ਪਰਪੈਂਡੀਕੂਲਰ ਡਰਾ ਕਰਤੀ, ਆਦੇ ਪਰਪੈਂਡੀਕੂਲਰ ਬਣਾਤੀ ਨਾ। ਹਾਂਜੀ ਸਰ। ਹੁਣ ਮੈਂ ਇਹੀ ਗੱਲ ਦੂਜੀ ਲਾਈਨ ਦੇ ਪਰਪੈਂਡੀਕੂਲਰ ਵੀ ਡਰਾ ਕਰਦਾ। ਦੂਜੀ ਲਾਈਨ ਕਿਹੜੀ? ਆ ਪਹਿਲੀ ਲਾਈਨ ਸੀ, ਆ ਦੂਜੀ ਲਾਈਨ, ਆ ਦੇ ਆ ਡਰਾ ਕਰਤੀ ਪਰਪੈਂਡੀਕੂਲਰ ਦੂਜੀ ਲਾਈਨ ਤੇ ਵੀ, ਆ ਦੇ। ਤਾਂ ਦੋਨੋਂ ਲਾਈਨਾਂ ਦੇ ਇਹਦੇ ਪਰਪੈਂਡੀਕੂਲਰ ਮੈਂ ਆ ਡਰਾ ਕਰਤੀ, ਇਹਦੇ ਪਰਪੈਂਡੀਕੂਲਰ ਮੈਂ ਆ ਡਰਾ ਕਰਤੀ, ਇਹਨਾਂ ਦੋਨਾਂ ਵਿੱਚ ਐਂਗਲ ਵੀ ਕਿੰਨਾ ਹੋਊਗਾ? ਥੀਟਾ ਹੀ ਹੋਊਗਾ। ਆ ਜਿਓਮੈਟਰੀ ਦਾ ਰੂਲ ਆ, ਇਹਦਾ ਕੋਈ ਐਡੀ ਗੱਲ ਨਹੀਂ ਹੈ, ਤੂੰ ਜਦੋਂ ਮਰਜ਼ੀ ਪ੍ਰੂਵ ਕਰ ਦਈਏ ਇਹਨੂੰ ਵੀ, ਪਰ ਫਿਲਹਾਲ ਮੈਂ ਤੈਨੂੰ ਇੱਥੇ ਦੱਸ ਇਹ ਰੂਲ ਯੂਜ਼ ਕਰਨ ਜਾ ਰਿਹਾ। ਆ ਦੇਖ, ਐ ਆ ਐਂਗਲ ਜਿਹੜਾ ਹੈਗਾ ਆਪਣਾ ਆ ਹੈਗਾ 90 ਡਿਗਰੀ, ਸੌਰੀ ਥੀਟਾ। ਹੁਣ ਮੈਂ ਕੀ ਕਰਨ ਜਾ ਰਿਹਾ, ਮੈਂ ਪਹਿਲਾਂ weight ਇਸ ਜਗ੍ਹਾ ਤੇ ਬੋਡੀ ਦਾ ਡਰਾ ਕਰਨ ਜਾ ਰਿਹਾ। ਧਿਆਨ ਨਾਲ ਦੇਖੀ, ਮੰਨ ਲਾ ਇਸ ਜਗ੍ਹਾ ਬੋਡੀ ਰੱਖੀ ਤਾਂ weight ਕਿੱਧਰ ਨੂੰ ਹੁੰਦਾ? ਨੀਚੇ ਨੂੰ ਹੁੰਦਾ ਨਾ, ਠੀਕ ਹੈ ਗੱਲ? ਤੇ ਜਿਹੜਾ ਆ ਇਸ ਸਰਫੇਸ ਤੇ ਨਾਰਮਲ ਰਿਐਕਸ਼ਨ ਜਿਹੜੀ ਆਪਾਂ ਡਰਾ ਕਰਦੇ ਹੁੰਦੇ ਆ, ਨਾਰਮਲ ਰਿਐਕਸ਼ਨ ਕਿੱਧਰ ਨੂੰ ਹੁੰਦੀ ਆ? ਇੱਧਰ ਨੂੰ ਹੁੰਦੀ ਆ, ਤੇ ਆਪਾਂ ਉਹਦੇ ਡਾਇਰੈਕਸ਼ਨ ਦੇ ਵਿੱਚ ਹੀ ਆਪਾਂ weight ਦਾ ਕੰਪੋਨੈਂਟ ਲੈ ਰਹੇ ਹੁੰਦੇ ਆ। ਸਮਝ ਆ ਰਹੀ ਰਾਜਵੀਰ? ਹਾਂਜੀ ਸਰ। ਹੁਣ ਤੂੰ ਹਿਸਾਬ ਲਾ, ਆ ਇੱਕ ਪਹਿਲੀ ਲਾਈਨ, ਇਹਦਾ ਨਾਮ ਰੱਖਦੇ ਆ 1, ਇਸ ਲਾਈਨ ਦਾ ਨਾਮ ਰੱਖਦੇ ਆ 2। ਇੱਕ ਲਾਈਨ ਦੇ ਪਰਪੈਂਡੀਕੂਲਰ ਕੌਣ ਆ? ਆਵਾ, ਹੈ ਕਿ ਨਹੀਂ? ਇਸ ਲਾਈਨ ਦੇ ਪਰਪੈਂਡੀਕੂਲਰ ਨਾ weight ਨੀਚੇ ਨੂੰ ਸਿੱਧਾ ਵਰਟੀਕਲੀ, ਇਹ ਹੌਰੀਜ਼ੌਂਟਲ ਆ। ਜਿਹੜੀ ਦੋ ਲਾਈਨ ਆ, ਦੋ ਲਾਈਨ ਦੇ ਪਰਪੈਂਡੀਕੂਲਰ ਕੌਣ ਆ? ਪੀਲੀ ਵਾਲੀ।
ਤਾਂ Yes, ਜਿਹੜਾ sir. ਐਂਗਲ 1 ਤੇ 2 ਵਿੱਚ ਇੱਥੇ ਹੈਗਾ ਉਹੀ ਐਂਗਲ 1 ਤੇ 2 ਚ ਹੋਣਾ ਚਾਹੀਦਾ ਕਿ ਨਹੀਂ? ਹਾਂਜੀ ਸਰ। ਤਾਂ ਕਰਕੇ ਹੁੰਦਾ ਉਹ, ਐ ਨਹੀਂ ਵੀ ਗਿਵਨ ਹੋਊਗਾ ਅਲੱਗ, ਸੇਮ ਹੀ ਹੁੰਦਾ ਉਹ। ਠੀਕ ਆ ਗੱਲ ਹੁਣ? ਹਾਂਜੀ ਸਰ। ਚਲੋ ਵੀ 11:29 ਹੋ ਗਏ, ਮੈਂ ਜਾ ਰਿਹਾ ਤੇ ਕੱਲ ਆਪਾਂ ਕਰਦੇ ਹਾਂ ਗੱਲ। ਫਿਰ ਆ ਨੂਮੈਰੀਕਲ ਕਰ ਲਿਓ ਆਹ ਵਾਲੇ ਹੁਣ ਜਿਹੜੇ ਇਨਕਲਾਈਨ ਪਲੇਨਸ ਵਾਲੇ।